ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਿਸ਼ਨ ਗ੍ਰਾਮ ਸਭਾ ਪੰਜਾਬ ਦੀ ਵੈਬਸਾਈਟ ਪਹੁੰਚ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅਸੀਂ ਪਿਛਲੇ 5 ਸਾਲ ਤੋਂ ਗ੍ਰਾਮ ਸਭਾ ਦੀ ਜਾਗਰੂਕਤਾ ਤੇ ਕੰਮ ਕਰ ਰਹੇ ਹਾਂ। ਗ੍ਰਾਮ ਸਭਾ ਹੀ ਕਿਉਂ? ਇਹ ਅਕਸਰ ਸਾਨੂੰ ਸਵਾਲ ਪੁੱਛਿਆ ਜਾਂਦਾ ਹੈ। ਇਹ ਇਸ ਕਰਕੇ ਕਿਉਂਕਿ ਗ੍ਰਾਮ ਸਭਾ ਹੀ ਇੱਕ ਇਹੋ ਜਿਹਾ ਇੱਕ ਕਾਨੂੰਨੀ ਅਧਿਕਾਰ ਹੈ ਜਿਹੜਾ ਲੋਕਾਂ ਦੇ ਡਾਇਰੈਕਟਲੀ ਲੋਕਾਂ ਨੂੰ ਦਿੰਦਾ, ਲੋਕਾਂ ਨੂੰ ਤਾਕਤ ਦਿੰਦਾ ਹੈ ਕਿ ਉਹ ਆਪਣੇ ਨੁਮਾਇੰਦਿਆਂ ਨੂੰ ਡਾਇਰੈਕਟਲੀ ਕੁਐਸਚਨ ਕਰ ਸਕੀਏ ਕਿ ਸਾਡੇ ਪਿੰਡ ਦੇ ਵਿਕਾਸ ਵਾਸਤੇ ਕੀ ਕੰਮ ਹੋ ਰਿਹਾ। ਜਿਹੜੇ ਵੈਬਸਾਈਟ ਅਸੀਂ ਬਣਾ ਰਹੇ ਹਾਂ, ਜਿਹੜਾ ਪੰਜਾਬ ਦੇ ਸਾਰੇ ਸੋਸ਼ਲ ਵਰਕਰਾਂ ਦਾ ਇੱਕ ਪਲੇਟਫਾਰਮ ਹੈ ਜਿਹੜਾ ਸਾਰਿਆਂ ਨੂੰ ਇਕੱਤਰ ਕਰੇਗਾ। ਇਹੋ ਜਿਹੇ ਨੌਜਵਾਨ ਜਿਹੜੇ ਬਾਕੀ ਆਪਣੇ ਪੰਜਾਬ ਦੇ ਜੇ ਬਿਹਤਰੀ ਵਾਸਤੇ ਕੰਮ ਕਰ ਰਹੇ ਨੇ, ਇਹ ਉਹਨਾਂ ਦੀ ਸਾਰੀ ਚੰਗਿਆਈਆਂ ਨੂੰ ਅਸੀਂ ਜਾਣਨ ਦਾ ਇੱਕ ਜ਼ਰੀਆ ਬਣਾਵਾਂਗੇ ਇਸ ਵੈਬਸਾਈਟ। ਇਹ ਇੱਕ ਇਹੋ ਜਿਹਾ ਜ਼ਰੀਆ ਵੀ ਹੈ ਕਿ ਜਿਹੜਾ ਆਪਸ ਵਿੱਚ ਫੀਲਡ ਵਰਕ ਜਿਹੜਾ ਕਰ ਰਿਹਾ ਹੈ ਉਹਦੇ ਵਿੱਚ ਅਸੀਂ ਉਹਨਾਂ ਨਾਲ ਤਾਲਮੇਲ ਬਣਾ ਸਕੀਏ। ਜਿਹੜੇ ਉਹਨੇ ਚੰਗੇ ਕੰਮ ਕੀਤੇ ਉਸ ਨੂੰ ਅਸੀਂ ਇੱਕ ਜਗ੍ਹਾ ਤੇ ਲਿਆ ਕੇ ਹੋਰ ਲੋਕ ਜਿਹੜੇ ਆਪਣੇ ਕੰਮ ਕਰਨਾ ਚਾਹੁੰਦੇ ਨੇ ਵਧੀਆ ਆਪਣੇ ਪਿੰਡ ਵਿੱਚ, ਉਹਨਾਂ ਨੂੰ ਅਸੀਂ ਜਾਗਰੂਕ ਕਰੀਏ ਕਿ ਉਹ ਕਿਸ ਤਰ੍ਹਾਂ ਆਪਣੇ ਪਿੰਡ ਦਾ ਵਿਕਾਸ ਆਪ ਕਰ ਸਕਦੇ। ਸਾਡੇ ਨਾਲ ਬਹੁਤ ਮਹਿਮਾਨ ਹੈਗੇ ਜਿਹੜੇ ਜੁੜ ਰਹੇ ਨੇ। ਪਰਮਜੀਤ ਜੀ ਨੂੰ ਮੈਂ ਇਸ ਤੋਂ ਬਾਅਦ ਮੈਂ ਕਹਾਂਗਾ ਕਿ ਪਰਮਜੀਤ ਜੀ ਤੁਸੀਂ ਮੋਰਚਾ ਸੰਭਾਲੋ ਇਸ ਸੈਸ਼ਨ ਦਾ। ਪਰਮਜੀਤ ਜੀ ਪਿਛਲੇ 12 ਸਾਲ ਤੋਂ ਗ੍ਰਾਮ ਸਭਾ ਦੇ ਉੱਪਰ ਆਪਣੇ ਪਿੰਡ ਤੇ ਹੋਰ ਜਿਹੜੇ ਕਾਫੀ ਸਾਰੇ ਸੋਸ਼ਲ ਵਰਕ ਇਹ ਕਰ ਰਹੇ ਨੇ। ਤੇ ਪਰਮਜੀਤ ਜੀ ਮੋਰਚਾ ਤੁਹਾਡੇ ਅੱਗੇ। ਧੰਨਵਾਦ ਰਮਨ ਜੀ। ਪਹਿਲਾਂ ਅਸੀਂ ਜਿਹੜੇ ਅੱਜ ਦੇ ਸਾਡੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਮਿਸ਼ਨ ਗ੍ਰਾਮ ਸਭਾ ਟੀਮ ਵੱਲੋਂ। ਤੇ ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਅੱਜ ਸਾਡੇ ਜਿਹੜੇ ਬਹੁਤ ਵਧੀਆ ਇੱਕ ਨੇਕ ਉਪਰਾਲੇ ਤੇ ਸਾਡੇ ਨਾਲ ਸਾਥ ਦੇ ਰਹੇ ਹੋ। ਤੇ ਇਹ ਜਿਹੜੀ ਵੈਬਸਾਈਟ ਬਣਾਈ ਹੋਈ ਹੈ ਇਹਦਾ ਨਾਮ ਮਿਸ਼ਨ ਗ੍ਰਾਮ ਸਭਾ ਵੈਬਸਾਈਟ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈਗਾ ਇਹ ਗ੍ਰਾਮ ਸਭਾ ਰਾਹੀਂ ਆਪਣੇ ਪਿੰਡਾਂ ਦੇ, ਸ਼ਹਿਰਾਂ ਦੇ ਜਾਂ ਪੰਜਾਬ ਦੇ ਵਿਕਾਸ ਨੂੰ ਮੁੱਖ ਰੱਖ ਕੇ ਜੋ ਉਪਰਾਲੇ ਕਰ ਰਹੇ ਅਸੀਂ ਕਿਸੇ ਵੀ ਫੀਲਡ ਲੈਵਲ ਤੇ ਜਾਂ ਸੋਸ਼ਲ ਵਰਕਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਜੋ ਆਪਣਾ ਯੋਗਦਾਨ ਪਾ ਰਹੇ ਹਾਂ ਉਹਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ। ਤੇ ਇਹ ਜਿਹੜੀ ਵੈਬਸਾਈਟ ਸਾਡੀ ਹੈਗੀ ਆ ਇਹ ਡੈਡੀਕੇਟਡ ਹੈਗੀ ਆ ਉਹਨਾਂ ਸਮਾਜ ਸੇਵੀ ਜਿਹੜਾ ਹੈਗਾ ਨੁਮਾਇੰਦਿਆਂ ਨੂੰ, ਵਰਕਰਾਂ ਨੂੰ, ਜਿਹੜੇ ਪੰਜਾਬ ਦੀ ਤਰੱਕੀ ਦੇ ਲਈ ਆਪਣੀ ਜਨਮ ਭੂਮੀ ਦੀ ਵਿਕਾਸ ਵਾਸਤੇ ਜਿਹੜਾ ਹੈਗਾ ਤਤਪਰ ਰਹਿੰਦੇ ਨੇ। ਇਹਦੇ ਵਿੱਚ ਜਿਹੜਾ ਹੈਗਾ ਮੇਨ ਆਪਾਂ ਪੰਜਾਬ ਦੇ ਸਾਰੇ ਸੋਸ਼ਲ ਵਰਕਰ ਜਿਹੜੇ ਚੰਗੇ ਕੰਮ ਕਰਦੇ ਨੇ, ਬਹੁਤ ਵਧੀਆ ਪਲੇਟਫਾਰਮ ਉਹਨਾਂ ਲਈ ਅਸੀਂ ਬਣਾਇਆ ਹੈ ਤਾਂ ਜੋ ਆਪਣੇ ਇਲਾਕੇ ਦਾ ਵਿਕਾਸ ਉਹ ਖੁਦ ਕਰ ਸਕਣ। ਬਾਕੀ ਇਹਦੇ ਵਿੱਚ ਜਿੰਨੀ ਸਾਡੇ ਕੋਲ ਪਿਛਲੇ 10-12 ਸਾਲ ਤੋਂ, ਜਿਵੇਂ ਰਮ ਜੀ ਨੇ ਦੱਸਿਆ ਹੈਗਾ, ਅਸੀਂ 2010 ਤੋਂ ਲੱਗੇ ਹੋਏ ਹਾਂ, ਤਾਂ ਉਹ ਸਾਡੇ ਉਪਰਾਲੇ ਜਿਹੜੇ ਹੋਏ ਨੇ ਜੋ ਸਾਡੇ ਕੋਲ ਹੁਣ ਤੱਕ ਦੀ ਕੋਈ ਵੀ ਜਾਣਕਾਰੀ ਹੈਗੀ ਆ ਉਹ ਤੁਹਾਡੀ ਸੇਵਾ ਵਿੱਚ ਅਸੀਂ ਇਹਦੇ ਰਾਹੀਂ ਹਾਜ਼ਰ ਕਰਦੇ ਰਵਾਂਗੇ। ਤੇ ਇੱਕ ਤੁਸੀਂ ਜਿੰਨੇ ਵੀ ਸਮਾਜ ਸੇਵੀ ਜਾਂ ਆਪਣੇ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਨੁਮਾਇੰਦੇ ਹੋ, ਤੁਸੀਂ ਖੁਦ ਕੰਮ ਕਰਦੇ ਹੋ, ਇਹੀ ਸਾਡੇ ਲਈ ਤੁਹਾਡੀ ਜਿਹੜੀ ਯੋਗਤਾ VIP ਦਾ ਜਿਹੜਾ ਹੈਗਾ ਕਿਤਾਬ ਹੈ ਵੀ ਤੁਸੀਂ ਸਾਰੇ ਸਾਡੇ ਲਈ VIP ਹੋ ਜੋ ਪੰਜਾਬ ਦੇ ਵਿਕਾਸ ਕੰਮਾਂ ਲਈ ਆਪਣੇ ਆਪਣੇ ਪੱਧਰ ਤੇ ਤਰਲੇ ਮਾਰ ਰਹੇ ਹੋ। ਤੇ ਇਹ ਵੈਬਸਾਈਟ ਤੁਹਾਨੂੰ ਸਮਰਪਿਤ ਹੈ ਕਿਉਂਕਿ ਤੁਸੀਂ ਮਿਸ਼ਨ ਗ੍ਰਾਮ ਸਭਾ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਕੰਮ ਕਰਨ ਦਾ ਉਪਰਾਲਾ ਹੈ। ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇਗੇ, ਮਿਲ ਕੇ ਨਹੀਂ ਕੰਮ ਕਰਦੇ, ਉਹਨਾਂ ਤੱਕ ਜਿਹੜਾ ਪੰਜਾਬ ਦਾ ਜੋ ਹਾਲਾਤ ਆ ਜਾਂ ਜਿੱਥੇ ਉਹਨੂੰ ਹੁਣ ਲੋੜ ਆਪਣੀ ਉਹ ਪੂਰਾ ਨਹੀਂ ਹੋ ਸਕਦਾ ਗਾ। ਤੇ ਪੰਜਾਬ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਸਦੀਆਂ ਤੱਕ ਸਾਡੀਆਂ ਪੀੜ੍ਹੀਆਂ ਨੂੰ ਪਾਲਿਆ ਏ, ਇਹਨਾਂ ਨੂੰ ਆਪਾਂ ਨੂੰ ਖਿਡਾਇਆ ਆਪਦੀ ਗੋਦ ਵਿੱਚ, ਸਾਡਾ ਸਾਰਾ ਕੁਝ ਖਾਣ ਪੀਣ ਸਾਰਾ ਕੁਝ ਇਸੇ ਜ਼ਮੀਨ ਤੋਂ ਹੀ ਚੱਲਦਾ ਰਿਹਾ ਏ। ਤਾਂ ਇਹ ਸੱਭਿਅਤਾ ਇੱਕ ਜਿਹੜੀ ਸਾਡੀ ਜਿਹੜੀ ਹੁਣ ਤੱਕ ਇੱਥੋਂ ਤੱਕ ਪੁੱਜੀ ਹੈ, ਇਹਨੂੰ ਪੰਜਾਬ ਦੀ ਕਿੰਨੀ ਦੇਣ ਹੈ। ਤਾਂ ਹੁਣ ਜਿਹੜਾ ਹੈਗਾ ਸਮਾਂ ਬਦਲ ਗਿਆ, ਹੁਣ ਪੰਜਾਬ ਜਿਹੜਾ ਸਾਡੇ ਤੋਂ ਉਹ ਜਿਹੜਾ ਹੈਗਾ ਮੰਗ ਕਰ ਰਿਹਾ ਏ, ਉਹ ਕਹਿੰਦਾ ਮੇਰੀ ਵਾਤਾਵਰਨ ਜਿਹੜਾ ਹੈਗਾ, ਮੇਰੀ ਸ਼ੁੱਧਤਾ ਸੀ ਜਾਂ ਮੈਂ ਤੁਹਾਨੂੰ ਇੰਨਾ ਵਧੀਆ ਇੱਥੋਂ ਤੱਕ ਪਹੁੰਚਾਇਆ ਹੈ, ਹੁਣ ਮੈਨੂੰ ਉਹ ਜਿਹੜਾ ਕੁਦਰਤ ਨੇ ਦਿੱਤੀ ਸੀ ਪੋਜੀਸ਼ਨ ਉਹ ਮੈਨੂੰ ਵਾਪਸ ਕਰੋ। ਵੀ ਮੈਂ ਵੀ ਉਹ ਪਹਿਲਾਂ ਵਾਲੇ ਰੰਗ ਵਿੱਚ, ਜਿਹਨੂੰ ਰੰਗਲਾ ਪੰਜਾਬ ਜਾਂ ਆਪਾਂ ਕਹਿ ਦਿੰਦੇ ਹਾਂ ਅੱਡ ਅੱਡ ਨਾਮ ਰੱਖੇ ਹੋਏ ਆ, ਵੀ ਸਾਡੀ ਜਿਵੇਂ ਵਾਤਾਵਰਨ ਵੀ ਪਿਓਰ ਹੋਵੇ, ਸਾਡੇ ਵਿੱਚ ਤਰੱਕੀ ਵੀ ਹੋਵੇ ਤੇ ਸਾਡੇ ਬੱਚੇ ਇੱਥੋਂ ਛੱਡ ਕੇ ਨਾ ਜਾਣ, ਸਾਰੇ ਇੱਥੇ ਹੀ ਭਾਈਚਾਰਕ ਤੌਰ ਤੇ ਰਲ ਮਿਲ ਕੇ ਰਹਿਣ। ਤਾਂ ਉਹ ਚੀਜ਼ ਹੁਣ ਅਸੀਂ ਉਹਨੂੰ ਵਾਪਸ ਕਰਨੀ ਹੈ, ਇਹ ਸਮਾਂ ਆ ਗਿਆ ਹੈ। ਅੱਜ ਇਸ ਪ੍ਰੋਗਰਾਮ 'ਚ ਜਿਹੜੇ ਸ਼ਾਮਲ ਹਰੇਕ ਮਹਾਨ ਸ਼ਖਸੀਅਤ ਜੋ ਵੀ ਪੰਜਾਬ ਦੇ ਭਲੇ ਲਈ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਾਰਜ, ਭਾਵੇਂ ਉਹ ਛੋਟੇ ਪੱਧਰ ਤੇ ਹੋਵੇ ਚਾਹੇ ਵੱਡੇ ਪੱਧਰ ਤੇ ਹੋਵੇ, ਉਹਨੂੰ ਜਾਨੀ ਇੱਕ ਭਵਿੱਖ ਵਿੱਚ ਇੱਕ ਜਿਹੜਾ ਉਹਦਾ ਕੰਮ ਹੋਊਗਾ ਉਹਨੂੰ ਅਸੀਂ ਇੱਕ ਪ੍ਰੋਗਰਾਮ ਦੀ ਕਿਸ਼ਤ ਬਣਾ ਕੇ ਲੋਕ ਹਿੱਤ ਵਾਸਤੇ ਪੰਜਾਬ ਦੇ ਸਾਰੇ ਲੋਕਾਂ ਦੇ ਰੂਬਰੂ ਕਰਾਂਗੇ ਤਾਂ ਜੋ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਸਾਰਿਆਂ 'ਚ ਪੋਜ਼ਿਟਿਵਿਟੀ ਵੀ ਆਵੇ ਤੇ ਉਹ ਜਿਹੜੇ ਚੰਗੇ ਕੰਮ ਹੈਗੇ ਆ ਲੋਕਾਂ ਦੇ ਉਹ ਇੱਕ ਟੀਮ ਬਣ ਸਕੇ ਤਾਂ ਜੋ ਸਾਰੇ ਇੱਕ ਦੂਜੇ ਤੋਂ ਜਿਹੜਾ ਉਹ ਇੰਪ੍ਰੈਸ਼ਨ ਲੈ ਕੇ ਇਹ ਇੱਕ ਕਾਫਲਾ ਜਿਹੜਾ ਹੈਗਾ ਇਹਨੂੰ ਵੱਡੇ ਪੱਧਰ ਤੇ ਚੇਂਜ ਲਿਆਉਣ ਦੇ ਵਿੱਚ ਸਹਾਈ ਹੋਵੇ। ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਆ
ਕੋਈ ਸਿਆਸਤ, ਧਰਮ ਜਾਂ ਪੈਸੇ ਨਾਲ ਸੰਬੰਧਿਤ ਕੰਮ ਜਿੰਨੇ ਵੀ ਹੈਗੇ ਉਹਨੂੰ ਅਸੀਂ ਇਹਨੂੰ ਆਪਣੇ ਉਪਰਾਲੇ ਨੂੰ ਉਹਨਾਂ ਤੋਂ ਨਿਰਲੇਪ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਤੋਂ ਅਜੇ ਪਾਸੇ ਰਿਹਾ ਜਾਵੇ। ਤੇ ਕੇਵਲ ਪੰਜਾਬ ਦਾ ਵਿਕਾਸ ਹੀ ਸਾਡਾ ਜਿਹੜਾ ਹੈਗਾ ਕੇਂਦਰ ਬਿੰਦੂ ਰੱਖਿਆ ਗਿਆ ਏ। ਉਹ ਭਾਵੇਂ ਕਿਸੇ ਵੀ ਖੇਤਰ ਵਿੱਚ ਹੋਵੇ, ਪਿੰਡ 'ਚ ਹੋਵੇ, ਸ਼ਹਿਰ ਵਿੱਚ ਹੋਵੇ, ਸਿੱਖਿਆ ਦੇ ਨਾਲ ਸੰਬੰਧਿਤ, ਖੇਤੀ ਨਾਲ, ਸਕਿੱਲ ਡਿਵੈਲਪਮੈਂਟ, ਵਪਾਰ, ਖੇਡਾਂ, ਜਾਂ ਸਾਡਾ ਜੋ ਵੀ ਕਾਨੂੰਨੀ ਤੌਰ ਤੇ ਜੋ ਜਿਵੇਂ ਅਸੀਂ ਟੈਕਸ ਸਾਰੇ ਪੰਜਾਬ ਦੇ ਪਿੰਡ ਤੇ ਸ਼ਹਿਰ ਟੈਕਸ ਪੇ ਕਰ ਰਹੇ ਹਾਂ, ਬਟ ਮਤੇ ਪਾ ਕੇ ਆਪਣੇ ਇਲਾਕੇ ਨਾਲ ਸੰਬੰਧਿਤ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਹੈ ਉਹ ਕਦੇ ਵੀ ਜਿਹੜੇ ਸਾਡੇ 10% ਆਬਾਦੀ ਨੇ ਵੀ ਕਦੇ ਪ੍ਰੋਪਰ ਢੰਗ ਨਾਲ ਉਹਨੂੰ ਫਾਲੋ ਨਹੀਂ ਕੀਤਾ, ਪਛੜ ਗਏ ਆ ਉਸ ਕੰਮ ਦੇ ਵਿੱਚ। ਤਾਂ ਇਸੇ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਨੈਸ਼ਨਲ ਅਵਾਰਡ ਹੀ ਹੈ ਜਾਂ ਆਪਣੇ ਕੰਮ ਦੇ ਵਿੱਚ ਮੁਹਾਰਤ ਰੱਖਣ ਵਾਲੀਆਂ ਸ਼ਖਸੀਅਤਾਂ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਨਾਲ ਤੁਸੀਂ ਜਿਹੜਾ ਹੈਗਾ ਜੁੜੋ ਤੇ ਅਸੀਂ ਤੁਹਾਡੇ ਕੰਮ ਨੂੰ ਇਸ ਪਲੇਟਫਾਰਮ ਤੇ ਲਿਆਵਾਂਗੇ। ਤੇ ਜਿਹੜੇ ਸਾਡੇ ਨਵੇਂ ਯੰਗ ਪੀੜ੍ਹੀ ਹੈਗੀ ਆ ਉਹਨਾਂ ਨੂੰ ਵੀ ਸਿੱਖਣ ਦਾ ਮੌਕਾ ਮਿਲੂਗਾ ਤੇ ਅਸੀਂ ਵੀ ਤੁਹਾਡੀਆਂ ਚੀਜ਼ਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ 13,000 ਪਿੰਡ ਪਲੱਸ ਸਾਰੇ ਸ਼ਹਿਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਇਹਨੂੰ ਜੋੜ ਕੇ ਸਾਰਿਆਂ ਲਈ ਇੱਕ ਸਾਂਝਾ ਇੱਕ ਮਕਸਦ ਜਿਹੜਾ ਸਾਡਾ ਹੈਗਾ ਵੀ ਜਾਣਕਾਰੀ ਦਾ ਆਦਾਨ ਪ੍ਰਦਾਨ, ਪਲੱਸ ਸਿੱਖਣ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ, ਤੇ ਪਲੱਸ ਵਿਕਾਸ ਵਾਸਤੇ ਇੱਕ ਜਿਹੜਾ ਹੈਗਾ ਮਾਈਲਸਟੋਨ ਜਿਹਨੂੰ ਕਹਿ ਦਿੰਦੇ ਆ ਵੀ ਉਹਦਾ ਜਿਹੜਾ ਹੈਗਾ ਸ਼ੁਰੂਆਤ ਕਰ ਰਹੇ ਆ। ਤਾਂ ਇਹਦੇ ਲਈ ਜਿਹੜਾ ਹੈਗਾ ਆਡੀਅנס ਨੂੰ ਅਸੀਂ ਇੱਕ ਆਪਣਾ ਨੰਬਰ ਵੀ ਨੋਟ ਕਰਾਵਾਂਗੇ ਜਿਹੜਾ ਉੱਪਰ ਵੈਬਸਾਈਟ ਤੇ ਵੀ ਸ਼ੋ ਹੋ ਰਿਹਾ ਹੈਗਾ ਇਹ 001 484 215 3811। ਜਿਹੜਾ ਸਾਡਾ ਇਹ ਨੰਬਰ ਗ੍ਰਾਮ ਸਭਾ ਦਾ ਜਿਹੜਾ ਨੰਬਰ ਹੈ ਇਹ ਚੱਲਦਾ ਰਿਹਾ ਕਰੂਗਾ ਤੁਹਾਡੇ ਲਈ ਹਮੇਸ਼ਾ ਸਰਵਿਸ ਵਾਸਤੇ। ਪੰਜਾਬੀ 'ਚ ਮੈਂ ਬੋਲ ਦਿੰਦਾ ਹੈ ਵੀ 001 484 215 3811। ਇਹ ਸਾਡਾ WhatsApp ਨੰਬਰ ਹੋਊਗਾ ਵੈਬਸਾਈਟ ਦਾ, ਉੱਪਰ ਸ਼ੋ ਵੀ ਕੀਤਾ ਹੋਇਆ। ਵੈਬਸਾਈਟ ਵੀ ਜਿਹੜੀ ਹੈਗੀ ਹੈ ਉੱਪਰ ਲਿਖੀ ਹੋਈ ਹੈ, ਜਿਹੜੀ ਹੈਗੀ ਤੁਹਾਨੂੰ ਸ਼ੋ ਹੋ ਰਹੀ ਹੈਗੀ ਇਹਦੇ ਵਿੱਚ missionGramSabha.com। ਤਾਂ ਜੋ ਇਹਦੇ ਨਾਲ ਸਾਡਾ ਜਿਹੜਾ ਮਿਸ਼ਨ ਹੈ ਉਹ ਵੀ ਵਿੱਚ ਆ ਗਿਆ ਤੇ ਉਹਦਾ ਤਰੀਕਾ ਜਿਹੜਾ ਹੈਗਾ ਮੈਥਡ ਗ੍ਰਾਮ ਸਭਾ ਦੇ ਰਾਹੀਂ ਅਸੀਂ ਜਿਹੜਾ ਵਿਕਾਸ ਕਰਨਾ ਚਾਹੁੰਦੇ ਹਾਂ ਕਾਨੂੰਨੀ ਤਰੀਕੇ ਨਾਲ, ਜੋ ਸਾਡਾ ਪੈਟਰਨ ਬਣਿਆ ਹੋਇਆ ਡਿਵੈਲਪਮੈਂਟ ਦਾ, ਤੇ ਉਹਦੇ ਵਿੱਚ ਭਾਈਚਾਰਕ ਤੌਰ ਤੇ ਇਕੱਠੇ ਹੋ ਕੇ ਜਿਵੇਂ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਜਾਂ ਪਿੰਡ ਦੀ ਸਭਾ ਕਹਿ ਦਿੰਦੇ ਆ, ਸ਼ਹਿਰ ਵਿੱਚ ਮੁਹੱਲਾ ਸਭਾ ਕਹਿ ਦਿੰਦੇ ਆ, ਤਾਂ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਆਪਦਾ ਜਿਹੜਾ ਹੈਗਾ ਹਰ ਕੰਮ ਦੇ ਵਿੱਚ, ਜਿਵੇਂ ਆਪਾਂ ਲੋਕਤੰਤਰ ਦੀ ਬੁਨਿਆਦ ਗ੍ਰਾਮ ਸਭਾ ਨੂੰ ਕਹਿੰਦੇ ਆ, ਤਾਂ ਇੱਕ ਵੋਟਰ ਨੂੰ ਇੰਪਾਵਰਮੈਂਟ ਕਰਨ ਲਈ, ਐਜੂਕੇਟ ਕਰਨ ਲਈ ਤੇ ਆਪਣੇ ਜਿਹੜੇ ਹੈਗੇ ਆ ਕੰਮ ਕਰਨ ਦੇ ਲਈ ਇੱਕ ਬਹੁਤ ਵਧੀਆ ਇਹ ਪਲੇਟਫਾਰਮ ਬਣਾਇਆ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਮੈਡਮ ਜਿਹੜੇ ਹੈਗੇ ਆਪਣੇ ਸੈਸ਼ਨਦੀਪ ਕੌਰ ਜੀ ਸਾਡੇ ਵਿੱਚ ਹਾਜ਼ਰ ਨੇ। ਇਹ ਮਾਨਕ ਖਾਨਾ ਪਿੰਡ ਮੌੜ ਦੇ ਨੇੜੇ ਬਠਿੰਡਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ। ਆਪਣੇ ਪਿੰਡ ਜਿਹੜੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚਾਂ ਵਿੱਚੋਂ ਇੱਕ ਨੇ। ਇਹਨਾਂ ਨੇ 22 ਸਾਲ ਦੀ ਉਮਰ ਦੇ ਵਿੱਚ ਹੀ ਆਜ਼ਾਦ ਸਰਪੰਚੀ ਦੀ ਚੋਣ ਲੜ ਕੇ, ਜਦੋਂ ਇਹ ਪੜ੍ਹ ਰਹੇ ਨੇ BSc ਐਗਰੀਕਲਚਰ ਕਰ ਰਹੇ ਨੇ, ਨਾਲ ਪਿੰਡ ਦੇ ਵਿਕਾਸ ਵਾਸਤੇ ਵੀ ਇੱਕ ਆਪਣਾ ਫੀਲਡ ਚੁਣਿਆ ਤੇ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ, ਜਿਵੇਂ ਮਤਲਬ ਆਪਣਾ ਮੋਬਾਈਲ ਵਾਟਰ ਟੈਂਕ, ਜਾਂ ਇੱਕ ਕਹਿ ਲਈਏ ਵੀ ਬਹੁਤ ਨਵੇਂ ਢੰਗ ਦੀ ਅਤੀ ਆਧੁਨਿਕ ਲਾਇਬ੍ਰੇਰੀ ਬਣਾਈ, ਜਾਂ ਪਿੰਡ ਦੇ ਵਿੱਚ ਨਿਕਾਸੀ ਵਾਸਤੇ ਪਾਣੀ ਦਾ ਜਿਹੜਾ ਪ੍ਰਬੰਧ ਹੁੰਦਾ ਹੈ ਆਮ ਪਿੰਡਾਂ 'ਚ ਨਹੀਂ ਹੋਇਆ, ਉਹ ਬਹੁਤ ਵਧੀਆ ਢੰਗ ਨਾਲ ਕੀਤਾ। ਫਿਰ ਜਿਹੜਾ ਹੈਗਾ ਉਹਦੇ ਵਿੱਚ ਰੇਨ ਵਾਟਰ ਵਾਲਾ ਜਿਹੜਾ ਬਣਾਇਆ ਸੀਗਾ, ਉਹ ਲਗਭਗ 60-65% ਜਿਹੜੇ ਆਪਣੇ ਪਿੰਡ ਜਿਹੜੇ ਪਿੰਡ ਦੇ ਘਰ ਨੇ ਉਹਨਾਂ ਦੇ ਵਿੱਚ ਸਰਕਾਰੀ ਗ੍ਰਾਂਟ ਦੇ ਵਿੱਚ ਉਹਨੂੰ ਜਿਹੜਾ ਹੈਗਾ ਕੰਪਲੀਟ ਕੀਤਾ ਹੋਇਆ ਹੈ। ਤਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਜਿੱਥੇ ਵੀ ਕਿਤੇ ਕਿਸਾਨਾਂ ਨਾਲ ਸੰਬੰਧਿਤ ਜੌਬ ਕਾਰਡ ਦੀ ਲੋੜ ਆ, ਕੈਟਲ ਸ਼ੈੱਡ ਦੀ ਲੋੜ ਹੈ, ਜਾਂ ਕੋਈ ਸੋਲਿਡ ਜਿਹੜਾ ਵਾਟਰ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਹੈਗਾ ਇਹ, ਉਹਨੂੰ ਬਹੁਤ ਵਧੀਆ ਢੰਗ ਨਾਲ ਇੱਕ ਜਿਹੜਾ ਹੈਗਾ ਕਰਕੇ ਕੰਪਲੀਟ, ਤੇ ਇਹਨਾਂ ਨੇ ਜਿਹੜਾ ਹੈਗਾ ਆਪਣਾ ਇੱਕ ਮਾਡਲ ਦੇ ਤੌਰ ਤੇ ਪਿੰਡ ਨੂੰ ਡਿਵੈਲਪ ਕੀਤਾ ਹੈਗਾ ਇਹ ਬਹੁਤ ਥੋੜੇ ਸਮੇਂ ਦੇ ਵਿੱਚ। ਤੇ ਹੁਣ ਮੈਂ ਜਿਹੜਾ ਹੈਗਾ ਇਹ ਇੱਕ ਕੁਐਸਚਨ ਮੈਡਮ ਨੂੰ ਦੱਸੂਗਾ ਵੀ ਪੁੱਛਣਾ ਚਾਹੂੰਗਾ ਵੀ ਸੈਸ਼ਨਦੀਪ ਜੀ, ਤੁਹਾਨੂੰ ਜਿਹੜਾ ਹੈਗਾ ਇਸ ਸੰਬੰਧ ਵਿੱਚ ਹੁਣ ਤੱਕ ਕਿਹੜੇ ਅਵਾਰਡ ਮਿਲੇ ਹੋਏ ਨੇ? ਹਾਂਜੀ, ਸਭ ਤੋਂ ਪਹਿਲਾਂ ਮਿਸ਼ਨ ਗ੍ਰਾਮ ਸਭਾ ਨਾਲ ਜੁੜੇ ਹੋਏ ਸਾਰੇ ਹੀ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਇੱਕ ਪਲੇਟਫਾਰਮ ਦਿੱਤਾ ਜਿੱਥੇ ਮੈਂ ਆਪਣੇ ਵਿਚਾਰ ਪੇਸ਼ ਕਰ ਸਕਦੀ ਹਾਂ। ਔਰ ਸਾਰੇ ਹੀ ਜੋ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ, ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਅਸੀਂ ਕਿਹੜੇ ਅਵਾਰਡ ਜਿੱਤੇ ਆ, ਹੁਣ ਤੱਕ ਸਾਨੂੰ ਸਾਡੀ ਗ੍ਰਾਮ ਪੰਚਾਇਤ ਨੂੰ ਜਿਹੜੇ 3 ਨੈਸ਼ਨਲ ਅਵਾਰਡ ਮਿਲੇ ਨੇ। ਸਭ ਤੋਂ ਪਹਿਲਾਂ ਤਾਂ ਸਾਨੂੰ ਮਿਲਿਆ ਸੀਗਾ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਅਵਾਰਡ।
ਜਿਸ ਦੇ ਵਿੱਚ ਆਪਾਂ ਪੰਚਾਇਤ ਦੇ ਹਰ ਪੱਖ ਤੋਂ ਜਿਹੜਾ ਹੈਗਾ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਲੋਕਾਂ ਦੇ ਹਰ ਪੱਖ ਤੋਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਪੰਚਾਇਤ ਨੂੰ ਪੂਰੇ ਤਰ੍ਹਾਂ ਜਿਹੜਾ ਸਸ਼ਕਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਦੇ ਵਿੱਚ। ਦੂਸਰਾ ਸਾਨੂੰ ਜਿਹੜਾ ਅਵਾਰਡ ਮਿਲਿਆ ਉਹ ਸੀ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਅਵਾਰਡ। ਉਹ ਬੇਸਿਕਲੀ ਗ੍ਰਾਮ ਸਭਾਵਾਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੇ ਲਈ ਔਰ ਲੋਕਾਂ ਦੀ ਜਿਹੜੀ ਭਾਗੀਦਾਰੀ ਹੈ ਉਸ ਨੂੰ ਵਧਾਉਣ ਦੇ ਲਈ ਜਿਹੜਾ ਹੈਗਾ ਸਾਨੂੰ ਇਹ ਅਵਾਰਡ ਮਿਲਿਆ। ਸਿਰਫ ਇੰਨਾ ਹੀ ਨਹੀਂ ਕਿ ਵੀ ਆਪਾਂ ਚਲੋ ਮਤੇ ਪਾਤੇ ਮਤੇ ਪਾਸ ਕਰਤੇ ਉਹਨੇ ਨਹੀਂ, ਬਲਕਿ ਉਹਨਾਂ ਮਤਿਆਂ ਉੱਤੇ ਅਮਲ ਕੀਤਾ, ਕੰਮ ਕੀਤਾ ਔਰ ਲੋਕਾਂ ਦੀਆਂ ਜਿਹੜੇ ਪ੍ਰੋਬਲਮਸ ਨੂੰ ਸੁਣ ਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ। ਇਹਨੂੰ ਜਿਵੇਂ ਆਪਾਂ ਕਹਿੰਦੇ ਹਾਂ ਵਾਈਬ੍ਰੈਂਟ ਗ੍ਰਾਮ ਸਭਾ, ਤਾਂ ਉਹ ਅਸੀਂ ਜਿਹੜੀ ਹੈ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਹੜਾ ਸਾਨੂੰ ਤੀਸਰਾ ਅਵਾਰਡ ਮਿਲਿਆ ਉਹ ਹੈਗਾ ਜੀ GPDP ਅਵਾਰਡ ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨਿੰਗ। ਕਿ ਵੀ ਜਿਹੜਾ ਤੁਸੀਂ ਇੱਕ ਆਪਣੀ ਗ੍ਰਾਮ ਸਭਾ ਹੁੰਦੀ ਹੈ ਦਸੰਬਰ ਦੇ ਵਿੱਚ, ਤਾਂ ਉਦੋਂ ਆਪਾਂ GPDP ਪਲਾਨ ਹੈ ਜਿਹੜਾ ਤਿਆਰ ਕਰਦੇ ਹਾਂ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਲਈ ਆਪਾਂ ਪੂਰੇ ਪਿੰਡ ਦੇ ਲਈ ਮਤਲਬ ਕੀ ਜ਼ਰੂਰੀ ਦਾ ਹੈਗਾ, ਕੀ ਸਾਨੂੰ ਪਹਿਲ ਤੇ ਕੰਮ ਕਰਨੇ ਚਾਹੀਦੇ ਆ ਔਰ ਬਜਟ ਪਾਸ ਕੀਤਾ ਜਾਂਦਾ ਕਿ ਆ ਸਾਨੂੰ ਬਜਟ ਹੈ ਜਿਹੜਾ ਮਤਲਬ ਹੈਗਾ ਆਪਣੇ ਪਿੰਡ ਵਿੱਚ ਇੱਥੋਂ ਕਮਾਈ ਆਊਗੀ, ਇਹ ਜਿਹੜੀ ਗ੍ਰਾਂਟ ਆਊਗੀ ਆਪਾਂ ਇਹਨਾਂ ਨੂੰ ਪਹਿਲਾਂ ਕਿੱਥੇ ਲਗਾਉਣਾ। ਸੋ ਇਹਨਾਂ ਤਿੰਨਾਂ ਅਵਾਰਡਸ ਦਾ ਜਿਹੜਾ ਹੈਗਾ ਸੀ ਬਖੂਬੀ ਕੰਮ ਕੀਤਾ ਤੇ ਫਿਰ ਸਾਨੂੰ ਇਹ 3 ਅਵਾਰਡ ਮਿਲੇ ਹਨ। ਹਾਂਜੀ, ਤਾਂ ਇਹ ਜਿਹੜੇ ਅਵਾਰਡ ਹੈ ਦੇਖੋ ਇਸ ਛੋਟੀ ਉਮਰ ਦੇ ਵਿੱਚ ਜਿਵੇਂ ਇਹਨਾਂ ਨੇ ਪ੍ਰੈਕਟੀਕਲ ਕੰਮ ਕੀਤਾ ਤੇ ਹਾਸਲ ਕੀਤੇ, ਤਾਂ ਇਹ ਜਿਹੜੀ ਚੀਜ਼ ਹੈਗੀ ਹੈ ਜਿਵੇਂ ਕਿ ਅਜੇ ਵੀ ਬਹੁਤ ਪਿੰਡ ਜਿਹੜੇ ਸਾਡੇ 90% ਨੇ, ਕਿਉਂਕਿ ਜਿਹੜੇ ਜੇ ਆਪਾਂ ਅੱਜ ਗ੍ਰਾਮ ਸਭਾ ਦੀ ਗੱਲ ਕਰ ਰਹੇ ਹਾਂ ਤਾਂ 90% ਪਿੰਡਾਂ ਦੇ ਵਿੱਚ ਲੋਕਾਂ ਨੂੰ ਅਜੇ ਇਹ ਵੀ ਨਹੀਂ ਪਤਾ ਵੀ ਗ੍ਰਾਮ ਸਭਾ ਹੁੰਦੀ ਕੀ ਹੈ। ਤਾਂ ਉਹਦੀ GPDP ਗ੍ਰਾਮ ਪੰਚਾਇਤ ਡਿਵੈਲਪਮੈਂਟ ਪ੍ਰੋਗਰਾਮ ਜਾਂ ਪਲੈਨਿੰਗ ਬਣਾਉਣੀ 5 ਸਾਲਾਂ ਦੀ ਵੀ ਮੇਰੇ ਪਿੰਡ 'ਚ ਕੀ ਹੋਣਾ ਚਾਹੀਦਾ, ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਸਾਡੀ ਮਿਸ਼ਨ ਗ੍ਰਾਮ ਸਭਾ ਟੀਮ ਪੰਜਾਬ ਜਿਹੜੀ ਹੈਗੀ ਹੈ ਇਹ ਦਰਸ਼ਕਾਂ ਦੇ ਰੂਬਰੂ ਆਨਲਾਈਨ ਆਫਲਾਈਨ ਤੇ ਇਹ ਜਿਹੜਾ ਆਪਣੇ ਕੰਮ ਜਿਹੜੇ ਹੈਗੇ ਆ ਉਪਰਾਲੇ ਸਾਹਮਣੇ ਲਿਆਉਂਦੀ ਰਹੇਗੀ ਤੇ ਤੁਹਾਨੂੰ ਜਿਹੜਾ ਹੈਗਾ ਸਾਡੇ ਨਾਲ ਜੁੜਨ ਦਾ ਮੌਕਾ ਮਿਲਦਾ ਰਹੇਗਾ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸ਼ਸ਼ਨਦੀਪ ਜੀ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਪਹਿਲਾਂ ਵੈਬਸਾਈਟ ਦਾ ਉਦਘਾਟਨ ਕਰਾਂਗੇ, ਉਸ ਤੋਂ ਬਾਅਦ ਰਮਨਪਾਲ ਸਿੰਘ ਜੀ ਜਿਹੜੇ ਸਾਡੇ ਜਿਹੜੇ ਨਾਲ ਮੇਨ ਜਿਹੜੇ ਇਹਨਾਂ ਸਮਿਆਂ ਤੋਂ ਸਾਡੇ ਨਾਲ ਸਹਿਯੋਗ ਦੇ ਰਹੇ ਨੇ, ਜਿਨ੍ਹਾਂ ਨੇ ਵੈਬਸਾਈਟ ਡਿਜ਼ਾਈਨ ਕੀਤੀ ਹੈ 2 ਸਾਲ ਲਾ ਕੇ ਮਿਹਨਤ ਕਰਕੇ ਅਸੀਂ ਇਹ ਤੁਹਾਡੇ ਲਈ ਇੱਕ ਸੇਵਾ ਵਾਸਤੇ ਪੰਜਾਬ ਦੇ ਵਿਕਾਸ ਲਈ ਇੱਕ ਬਿਨਾਂ ਕਿਸੇ ਸਵਾਰਥ ਦੇ ਇੱਕ ਜਿਹੜਾ ਹੈਗਾ ਲੈ ਕੇ ਆਏ ਆ ਉਪਰਾਲਾ ਕੀਤਾ ਹੈ। ਉਹ ਫਿਰ ਉਹਨਾਂ ਦੀ ਉਹਦੀ ਜਾਣਕਾਰੀ ਵੈਬਸਾਈਟ ਦੀ ਉਹਦੀ ਵਰਤੋਂ ਕਿਵੇਂ ਹੋ ਸਕਦੀ ਹੈ, ਕਿਵੇਂ ਇੱਕ ਪਿੰਡ ਦਾ ਇੱਕ ਆਮ ਬੱਚਾ ਵੀ ਵਿਦਿਆਰਥੀ ਵੀ ਜਾਂ ਇੱਕ ਕੰਮ ਕਰਨ ਵਾਲਾ ਸੋਸ਼ਲ ਵਰਕਰ ਵੀ ਉਹ ਵੈਬਸਾਈਟ ਨੂੰ ਆਪਣੇ ਮੋਬਾਈਲ ਤੋਂ ਆਪਰੇਟ ਕਰਕੇ ਕਿਵੇਂ ਉਹਦਾ ਲਾਹਾ ਲੈ ਸਕਦਾ ਹੈ, ਉਹ ਸਾਰੀ ਜਾਣਕਾਰੀਆਂ ਫਿਰ ਤੁਹਾਡੇ ਨਾਲ ਸਾਂਝੀਆਂ ਕਰਨਗੇ। ਹੁਣ ਸ਼ਸ਼ਨਦੀਪ ਜੀ ਉਦਘਾਟਨ ਜਿਹੜਾ ਵੈਬਸਾਈਟ ਦਾ ਪਹਿਲਾਂ ਕਰਨਗੇ। ਹਾਂਜੀ ਸ਼ਸ਼ਨਦੀਪ ਜੀ ਤੁਸੀਂ ਸਕਰੀਨ ਸ਼ੇਅਰ ਕਰਕੇ ਬ੍ਰਾਊਜ਼ਰ ਦੇ ਉੱਪਰ missionGramSabhaPunjab.com ਟਾਈਪ ਕਰ ਦੇਣਾ। ਹਾਂਜੀ www.mission MISSION ग्राम सभा punjab.com। ओके ये साडी वैबसाइट है जी। शशनदीप जी धन्यवाद ਤੁਹਾਨੂੰ ਇਨੋਗ੍ਰੇਟ ਕੀਤਾ ਤੁਸੀਂ ਵੈਬਸਾਈਟ ਦਾ, ਸਿੰਬੋਲਿਕਲੀ ਤੁਸੀਂ ਇਨੋਗ੍ਰੇਟ ਕੀਤਾ, ਅਸੀਂ ਇਹ ਕੰਸੀਡਰ ਥੈਂਕ ਯੂ ਸਰ। ਹਾਂਜੀ ਤੇ ਮੈਂ ਤੁਹਾਨੂੰ ਥੋੜਾ ਓਵਰਵਿਊ ਦੇ ਦਾਂ ਕਿ ਇਹ ਵੈਬਸਾਈਟ ਇਸ ਮਕਸਦ ਉਹਨੂੰ ਸਮਝ ਆ ਗਿਆ। ਪਰਮਜੀਤ ਜੀ ਨੇ ਬੜੇ ਪੂਰਾ ਡਿਸਕ੍ਰਾਈਬ ਕਰਕੇ ਉਹਨਾਂ ਨੂੰ ਤੁਹਾਨੂੰ ਦੱਸਿਆ ਹੈ। ਅਸੀਂ ਗ੍ਰਾਮ ਸਭਾ ਨੂੰ ਫੋਕਸ ਇਸ ਕਰਕੇ ਰੱਖਿਆ ਕਿਉਂਕਿ ਗ੍ਰਾਮ ਸਭਾ ਹੀ ਇੱਕ ਇਹੋ ਜਿਹੀ ਇੱਕ ਲਾਅ ਹੈ ਜਿਹੜਾ ਕਿ ਡਾਇਰੈਕਟਲੀ ਲੋਕਾਂ ਨੂੰ ਪਾਵਰ ਦਿੰਦਾ ਹੈ। ਕਿਉਂਕਿ 20% ਜੇ ਵੋਟਰ ਇੱਕ ਪਿੰਡ ਦੇ ਵਿੱਚ ਜੇ ਇਹ ਸਾਈਨ ਕਰ ਦੇਣ ਕਿ ਸੜਕ ਕਿੱਥੇ ਬਣਨੀ ਹੈ ਤੇ ਉਹ ਸਰਪੰਚ ਜਾਂ ਕੋਈ ਵੀ ਉਹਦਾ ਨੁਮਾਇੰਦਾ, ਸਰਕਾਰੀ ਨੁਮਾਇੰਦਾ, ਈਵਨ MLA ਜਾਂ CM ਉਹ ਵੀ ਉਸ ਮਤੇ ਨੂੰ ਓਵਰਟਰਨ ਨਹੀਂ ਕਰ ਸਕਦਾ। ਤੇ ਇਸ ਕਰਕੇ ਗ੍ਰਾਮ ਸਭਾ ਇੱਕ ਬਹੁਤ ਪਾਵਰਫੁਲ ਲਾਅ ਹੈ। ਤੇ ਮੈਂ ਆਪ ਹੈਰਾਨ ਸੀਗਾ ਜਦੋਂ 5 ਸਾਲ ਪਹਿਲੇ ਮੈਨੂੰ ਪ੍ਰਤਪਾਲ ਅੰਕਲ ਹੈਗੇ ਜਿਹੜੇ ਕਾਲ 'ਚ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਇਸ ਲਾਅ ਦੇ ਬਾਰੇ, ਵੀ ਜਦੋਂ ਮੈਂ ਸਟੱਡੀ ਕੀਤਾ ਤੇ ਮੈਨੂੰ ਇਹ ਲਾਅ ਬਹੁਤ ਪਾਵਰਫੁਲ ਲੱਗਿਆ। ਲੇਕਿਨ ਅਨਫੋਰਚੂਨੇਟਲੀ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈ। ਗ੍ਰਾਮ ਸਭਾ ਦੀ ਸ਼ੇਸ਼ਨਦੀਪ ਕੌਰ
ਵਰਗੇ ਜਿਹੜੇ ਨੌਜਵਾਨ ਹੈਗੇ, ਇਹਨਾਂ ਦੀ ਬਦੌਲਤ ਪਿੰਡ ਪਿੰਡ ਜਾ ਕੇ ਹੁਣ ਜਿਹੜੀ ਇਨਫੋਰਮੇਸ਼ਨ ਪਹੁੰਚ ਰਹੀ ਹੈ, ਇਹ ਇੱਕ ਸਾਡੇ ਵਾਸਤੇ ਇੱਕ ਸਰਮਾਏ ਹੈਗੇ ਸਾਡੇ ਪੰਜਾਬ ਵਾਸਤੇ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਗ੍ਰਾਮ ਸਭਾ ਦੀ ਪਿੰਡ ਪਿੰਡ ਜਾ ਕੇ ਪਹੁੰਚੇ। ਤੇ ਇਹ ਵੈਬਸਾਈਟ ਦਾ ਜਿਹੜਾ ਹੋਮ ਪੇਜ ਹੈ, ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਗ੍ਰਾਮ ਸਭਾ ਦੇ ਬਾਰੇ ਅਸੀਂ ਡਿਸਕ੍ਰਾਈਬ ਕੀਤਾ ਕਿ ਗ੍ਰਾਮ ਸਭਾ ਹੈ ਕੀ। ਉਹਦੇ ਉੱਪਰ ਫਿਰ ਅਸੀਂ ਕੁਝ ਪ੍ਰੈਜੈਂਟੇਸ਼ਨ ਰਾਹੀਂ ਅਸੀਂ ਦੱਸਿਆ ਕਿ ਇਹ ਵੈਬਸਾਈਟ ਤੁਹਾਨੂੰ ਕਿਸ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰੇਗੀ। ਇਹ ਸਾਡੀ ਕਮਿਟਮੈਂਟ ਹੈ, ਅਸੀਂ ਫਰੰਟ ਪੇਜ ਦੇ ਉੱਪਰ ਹੀ ਲਾਈ ਹੈ, ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਕਿ ਇਹ ਕਮਿਟਮੈਂਟ ਕਹਿੰਦੀ ਹੈ ਕਿ ਅਸੀਂ ਕੋਈ ਇਹ ਜਿਹੜੇ ਪਲੇਟਫਾਰਮ ਬਣਾਇਆ ਅਸੀਂ ਇਹਦੇ ਵਿੱਚ ਕੋਈ ਅਸੀਂ ਡੋਨੇਸ਼ਨ ਨਹੀਂ ਲਵਾਂਗੇ, ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਾਂਗੇ, ਕਿਸੇ ਪੋਲੀਟੀਸ਼ੀਅਨ ਦੀ ਹਿਮਾਇਤ ਨਹੀਂ ਕਰਾਂਗੇ, ਕੋਈ ਰਿਲੀਜੀਅਸ ਆਈਡੀਓਲੋਜੀ ਹੈ ਕਿਸੇ ਦੀ ਜਾਂ ਕਿਸੇ ਦੀ ਕੋਈ ਹੋਰ ਪੱਖੀ ਕੋਈ ਆਈਡੀਓਲੋਜੀ ਹੈ, ਤੇ ਅਸੀਂ ਉਸ ਨੂੰ ਕੋਈ ਨਾ ਤਾਂ ਪ੍ਰਮੋਟ ਕਰਾਂਗੇ ਨਾ ਤਾਂ ਉਹਦਾ ਵਿਰੋਧ ਕਰਾਂਗੇ। ਇਹ ਇੱਕ ਤਰ੍ਹਾਂ ਦਾ ਲੰਗਰ ਹੈ ਜਿਹੜਾ ਅਸੀਂ ਆਪਣੇ ਛੋਟੇ ਨਿਮਾਣੀ ਜੀ ਜਿਹੜੀ ਕੋਸ਼ਿਸ਼ ਹੈ ਸਾਨੂੰ, ਇਹ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੀ ਸਾਡਾ ਇੱਕ ਜ਼ਰੀਆ ਹੈ ਲੋਕਾਂ ਨੂੰ, ਜਿਹੜਾ ਆਲਵੇਜ਼ ਵਿਲ ਰਿਮੇਨ ਫ੍ਰੀ ਫॉर ਦ ਕਮਿਊਨਿਟੀ। ਕਦੀ ਵੀ ਅਸੀਂ ਇਹਨੂੰ ਕੋਈ ਚਾਰਜ ਨਹੀਂ ਲਵਾਂਗੇ, ਨਾ ਤਾਂ ਇਹਦੇ ਉੱਪਰ ਕਦੀ ਡੋਨੇਸ਼ਨ ਮੰਗਾਂਗੇ। ਬਾਏ ਦ ਵੇ, ਮਿਸ਼ਨ ਗ੍ਰਾਮ ਸਭਾ ਟੀਮ ਪੰਜਾਬ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅਸੀਂ ਰਜਿਸਟਰ ਕੀਤੀ ਹੋਈ ਹੈ, ਬਟ ਇਹ ਫਰੰਟ ਪੇਜ ਦੇ ਉੱਪਰ ਅਸੀਂ ਲਾਈ ਹੈ ਇਹ ਕਮਿਟਮੈਂਟ, ਸੋ ਦੈਟ ਕਿ ਇਹ ਕਮਿਟਮੈਂਟ ਸਾਰਿਆਂ ਦੇ ਜ਼ਿਹਨ ਵਿੱਚ ਰਹੇ ਕਿ ਅਸੀਂ ਕਦੀ ਵੀ ਕੋਈ ਇਹਦੇ ਉੱਪਰ ਕੋਈ ਪ੍ਰੋਫਿਟ ਜਾਂ ਆਪਣੀ ਵਡਿਆਈ ਕਿਸੇ ਇੰਡੀਵਿਜੂਅਲ ਦੀ ਨਹੀਂ ਕਰਾਂਗੇ ਪਲੇਟਫਾਰਮ ਦੇ ਜ਼ਰੀਏ। ਉਸ ਤੋਂ ਬਾਅਦ ਅੱਗੇ ਆ ਕੇ ਇਸ ਵੈਬਸਾਈਟ ਦੇ ਉੱਪਰ ਅਸੀਂ ਸੰਖੇਪ ਵਿੱਚ ਅਸੀਂ ਇਹ ਦੱਸਿਆ ਕਿ ਗ੍ਰਾਮ ਸਭਾ ਹੁੰਦੀ ਕੀ ਹੈ, ਮਤਲਬ ਛੋਟੇ ਜਿਹੜੇ ਤੁਹਾਡੇ ਕਲਿੱਪਿੰਗਸ ਹੈਗੇ ਉਹਦੇ ਰਾਹੀਂ ਅਸੀਂ ਦੱਸਿਆ। ਗ੍ਰਾਮ ਸਭਾ ਦਾ ਇੱਕ ਗਾਣਾ ਲਿਖਿਆ ਗਿਆ ਸੀਗਾ, ਬਣਾਇਆ ਸੀਗਾ ਸਾਡੇ ਇੱਕ ਵੀਰ ਹੈ ਤੀਰਥ ਚਰਕ। ਅਸੀਂ ਗ੍ਰਾਮ ਸਭਾ 2019 ਦੇ ਵਿੱਚ ਕਈ ਸਾਰੇ ਪਿੰਡਾਂ 12 ਪਿੰਡਾਂ ਵਿੱਚ ਅਸੀਂ ਨੁੱਕੜ ਨਾਟਕ ਕਰਵਾਏ ਸੀ, ਤੇ ਉਸ ਵੇਲੇ ਤੀਰਥ ਚਰਕ ਨੇ ਇਹ ਗਾਣਾ ਲਿਖਿਆ ਸੀਗਾ, ਜਿਹੜਾ ਬਹੁਤ ਹੀ ਵਧੀਆ ਇੱਕ ਗਾਣਾ ਹੈ। ਤੁਸੀਂ ਵੈਬਸਾਈਟ ਤੇ ਜਦੋਂ ਜਾਓਗੇ ਤਾਂ ਇਹ ਗਾਣਾ ਜ਼ਰੂਰ ਸੁਣਿਓ। ਅਸੀਂ ਬਹੁਤ ਜਲਦ ਇਹਨੂੰ ਇੱਕ ਐਜ਼ ਅ ਆਡੀਓ ਵੀ ਪੇਸ਼ ਕਰਾਂਗੇ, ਜਿਹਦੇ ਕਰਕੇ ਤੁਸੀਂ ਇਹਨੂੰ ਰਿੰਗਟੋਨ ਵੀ ਬਣਾ ਸਕਦੇ ਹੋ ਆਪਣੀ ਮੋਬਾਈਲ ਦੀ। ਤੇ ਬੇਸਿਕ ਮਕਸਦ ਇਹ ਹੈ ਕਿ ਇਹ ਜਿਹੜਾ ਗਾਣਾ ਹੈ ਇਹ ਜੋ ਲੋਕਾਂ ਦੇ ਜਿਹੜੇ ਜ਼ਿਹਨ ਹੈ ਉਹਦੇ ਵਿੱਚ ਰਹੇ ਕਿ ਗ੍ਰਾਮ ਸਭਾ ਦੀ ਪਾਵਰ ਕੀ ਹੁੰਦੀ ਹੈ। ਤੇ ਇੱਕ ਮੈਂ ਛੋਟਾ ਜਿਹਾ ਇਹਨੂੰ ਕਲਿੱਪਿੰਗ ਦੱਸਾਂਗਾ ਕਿ ਇਹ ਛੋਟਾ ਜਿਹਾ ਤੁਹਾਨੂੰ ਇੱਕ ਸੈਂਪਲ ਹੈ ਕਿ ਗਾਣਾ ਹੈ ਕਿ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ, ਬਟ ਗਾਣੇ ਨਾਲ ਥੋੜਾ ਜਿਹਾ ਹੋਰ ਇੰਟਰਸਟ ਹੈ। ਬਦਲੇ ਦਈਏ ਦੋ ਹੋਰ ਪਿੰਡਾਂ ਦੀ, ਬਦਲੇ ਦਈਏ ਨੋ ਹੋਰ ਪਿੰਡਾਂ ਦੀ, ਬਣਾਈਏ ਗ੍ਰਾਮ ਸਭਾ ਤੇ ਖੁਦ ਬਣੀਏ ਸਰਕਾਰ ਪਿੰਡਾਂ ਦੀ, ਬਦਲੇ ਦਈਏ ਨੋ ਹੋਰ ਪਿੰਡਾਂ ਦੀ, ਬਦਲੇ ਦਈਏ ਤੇ ਛੋਟਾ ਜਿਹਾ ਕਲਿੱਪਿੰਗ ਹੈਗਾ ਇਹ ਗਾਣੇ ਦਾ। ਉਸ ਤੋਂ ਬਾਅਦ ਅਸੀਂ ਗ੍ਰਾਮ ਸਭਾ ਦੇ ਫਲੈਕਸ ਪੋਸਟਰਸ ਬਣਵਾਏ। ਇਹ ਡਿਜ਼ਾਈਨ ਹੈਗਾ ਜਿਹੜਾ ਤੁਸੀਂ ਕਿਸੇ ਵੀ ਪ੍ਰਿੰਟਰ ਤੋਂ ਤੁਸੀਂ ਪ੍ਰਿੰਟ ਕਰਾ ਸਕਦੇ ਹੋ। ਜਿਹੜਾ ਤੁਸੀਂ ਪਿੰਡ ਵਿੱਚ ਕਿਸੇ ਦਾ ਗ੍ਰਾਮ ਸਭਾ ਦਾ ਇਜਲਾਸ ਹੁੰਦਾ ਹੈ, ਇੱਕ ਟੈਂਪਲੇਟ ਹੈ, ਇਹ ਬਲੈਂਕ ਟੈਂਪਲੇਟ ਹੈ, ਇਹਦੇ ਵਿੱਚ ਕੋਈ ਸਾਡਾ ਨਾਮ ਨਹੀਂ ਹੈ। ਇਹਦੇ ਵਿੱਚ ਤੁਸੀਂ ਆਪਣਾ ਨਾਮ ਜਿਹੜੇ ਵੀ ਪਿੰਡ ਤੁਹਾਡਾ ਗ੍ਰਾਮ ਸਭਾ ਦੀ ਇਜਲਾਸ ਬਣਾ ਰਿਹਾ ਹੈ, ਕੋਈ ਮੀਟਿੰਗ ਕਰਵਾ ਰਿਹਾ, ਤੇ ਉਹਦੇ ਪਿੱਛੇ ਬੈਕ ਦੇ ਪਿੱਛੇ ਇਹ ਇਸ ਤਰ੍ਹਾਂ ਦਾ ਪੋਸਟਰ ਲਾ ਕੇ ਇਹਦੇ ਵਿੱਚ ਬੇਸਿਕਲੀ ਅਸੀਂ ਇਹ ਇਸ ਕਰਕੇ ਬਣਾਇਆ ਕਿ ਸੋ ਦੈਟ ਇੱਕ ਛੋਟੇ ਜਿਹੇ ਉਹਦੇ ਵਿੱਚ ਇੱਕ ਪੋਸਟਰ ਦੇ ਵਿੱਚ ਮੈਕਸਿਮਮ ਇਨਫੋਰਮੇਸ਼ਨ ਅਸੀਂ ਗ੍ਰਾਮ ਸਭਾ ਦੀ ਜਿਹੜੀ ਦੇ ਸਕੇ, ਸੋ ਦੈਟ ਕਿ ਜਿਹੜੇ ਵੀ ਆ ਰਹੇ ਨੇ ਉਸ ਇਜਲਾਸ ਵਿੱਚ ਉਹ ਦੇਖ ਸਕਣ ਕਿ ਗ੍ਰਾਮ ਸਭਾ ਦੀ ਪਾਵਰ ਕੀ ਹੈ। ਉਸ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਪੈਂਫਲੇਟ ਵੀ ਛਪਾਇਆ, ਜਿਹਦੇ ਵਿੱਚ ਅਸੀਂ 2 ਪੇਜਾਂ ਦੇ ਵਿੱਚ ਗ੍ਰਾਮ ਸਭਾ ਦੇ ਬਾਰੇ ਡਿਸਕ੍ਰਾਈਬ ਕੀਤਾ ਹੈ। ਅਸੀਂ ਕੁਝ ਸਮੇਂ ਪਹਿਲੇ ਕਈ ਜਗ੍ਹਾ ਤੇ ਜਿਹੜੇ ਕੋਈ ਰੈਲੀਜ਼ ਹੁੰਦੀ ਸੀ, ਨੋਟ ਰੈਲੀ ਬਟ ਬੇਸਿਕਲੀ ਕੋਈ ਇਕੱਠ ਹੁੰਦਾ ਸੀਗਾ, ਕੋਈ ਸਮਾਜਿਕ ਇਕੱਠ ਹੁੰਦਾ ਸੀ, ਉਹਦੇ ਵਿੱਚ ਅਸੀਂ ਇਹ ਫ੍ਰੀ ਇਹਨੂੰ ਪ੍ਰਿੰਟ ਆਊਟ ਕਰਾ ਕੇ ਦਿੰਦੇ ਸੀਗੇ। ਇਸ ਕਰਕੇ ਵੈਬਸਾਈਟ ਤੇ ਪਾਈਏ ਕਿ ਜੇ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਹੈ, ਗ੍ਰਾਮ ਸਭਾ ਦਾ ਕੋਈ ਇਕੱਠ ਹੋ ਰਿਹਾ ਲੋਕਾਂ ਦਾ ਰਿਲੀਜੀਅਸ ਬੇਸਿਸ ਤੇ ਜਾਂ ਪੋਲੀਟੀਕਲ ਬੇਸਿਸ ਤੇ, ਤੁਸੀਂ ਉਹ ਲੋਕਾਂ ਨੂੰ ਜਾ ਕੇ ਅਵੇਅਰ ਕਰ ਸਕਦੇ ਹੋ, ਇਸ ਨੂੰ ਡਾਊਨਲੋਡ ਕਰੀਏ ਗ੍ਰਾਮ ਸਭਾ ਹੁੰਦੀ ਕੀ। ਉਸ ਤੋਂ ਬਾਅਦ ਅਸੀਂ ਇਹ ਜਿਹੜਾ ਸੈਕਸ਼ਨ ਹੈਗਾ ਵੈਬਸਾਈਟ ਦਾ, ਇਹਦੇ ਵਿੱਚ ਅਸੀਂ ਲੇਟੈਸਟ ਡਿਸਕਸ਼ਨ ਜਿਹੜੀ ਹੋਏਗੀ, ਕੋਈ ਵੀ ਬਹਿਸ ਹੋਏਗੀ, ਜਿਵੇਂ ਸ਼ੇਸ਼ਨਦੀਪ ਵਰਗੇ ਜਿਹੜੇ ਨੌਜਵਾਨ ਹੈ ਉਹਨਾਂ ਨਾਲ ਅਸੀਂ ਵਾਰਤਾਲਾਪ ਕਰਾਂਗੇ ਕਿ ਉਹਨਾਂ ਨੇ ਆਪਣੇ ਪਿੰਡਾਂ ਦੀ ਕਿਵੇਂ ਨੁਹਾਰ ਬਦਲੀ ਹੈ, ਤੇ ਉਹ ਜਿਹੜਾ ਲੇਟੈਸਟ ਡਿਸਕਸ਼ਨ ਹੈ ਉਹ ਇੱਥੇ ਲੈ ਕੇ ਆਵਾਂਗੇ ਇਸ ਵਾਲੇ ਏਰੀਆ ਤੇ। ਉਸ ਤੋਂ ਬਾਅਦ ਕੋਈ ਵੀ ਇਨਫੋਰਮੇਸ਼ਨ ਹੈਗੀ ਗ੍ਰਾਮ ਸਭਾ ਦੀ ਜਿਹੜੀ ਇਮੀਡੀਏਟਲੀ ਲੋਕਾਂ ਦੀ ਅਟੈਂਸ਼ਨ ਜਿਹੜੀ ਗ੍ਰੈਬ ਕਰ ਸਕੇ, ਜਿਵੇਂ ਇੱਕ ਪਿੰਡ ਹੈਗਾ ਮੋਗੇ ਦੇ ਕੋਲ, ਜਿੱਥੇ ਲੋਕਾਂ ਨੇ ਡਰਗ ਐਡਿਕਟਸ ਨੂੰ ਡਰਗ ਐਡਿਕਸ਼ਨ ਆਪਣੀ ਖਤਮ ਕੀਤੀ ਹੈ ਪਿੰਡ ਦੇ ਵਿੱਚ ਗ੍ਰਾਮ ਸਭਾ ਬੁਲਾ ਕੇ, ਅਤੇ ਪੁਲਿਸ ਵੀ ਨਹੀਂ ਸੁਣਦੀ ਸੀ ਉਸ ਚੀਜ਼ ਨੂੰ, ਲੇਕਿਨ ਉਹਨਾਂ ਨੇ
ਰੋਕ ਹੀ ਲਾਤੀ ਕਿ ਜਿਹੜੇ ਡਰਗ ਜਿਹੜੇ ਵੇਚਣ ਆਉਂਦੇ ਸੀਗੇ ਪਿੰਡ ਵਿੱਚ, ਉਹਨਾਂ ਨੇ ਰੋਕ ਹੀ ਲਾਤੀ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ। ਉਸ ਤੋਂ ਬਾਅਦ ਇਹ ਜਿਹੜੇ ਅਪਕਮਿੰਗ ਪੋਜ਼ਿਟਿਵ ਇਵੈਂਟਸ ਇਨ ਪੰਜਾਬ, ਹੁਣ ਕੋਈ ਜਿਵੇਂ ਇਹ ਅਮਰ ਸਿੰਘ ਆਜ਼ਾਦ ਹੈਗੇ ਡਾਕਟਰ ਸਾਹਿਬ, ਇਹ ਕਾਫੀ ਆਰਗੈਨਿਕ ਫਾਰਮਿੰਗ ਦੇ ਉੱਪਰ ਰਿਸਰਚ ਕਰਦੇ ਨੇ। ਇਹਨਾਂ ਨੇ ਇੱਕ 22 ਜਨਵਰੀ ਨੂੰ 22 ਜੂਨ ਨੂੰ ਇਹਨਾਂ ਨੇ ਇੱਕ ਇਵੈਂਟ ਕੀਤਾ ਸੀਗਾ ਪੰਜਾਬ ਦੇ ਵਿੱਚ, ਤੇ ਇਸ ਤਰ੍ਹਾਂ ਦਾ ਇਹਨਾਂ ਨੂੰ ਅਸੀਂ ਇੱਥੇ ਇਹਨਾਂ ਦਾ ਇਵੈਂਟ ਲੈ ਕੇ ਆਏ ਹਾਂ। ਸੋ ਬੇਸਿਕਲੀ ਕੋਈ ਵੀ ਇਵੈਂਟ ਪੋਜ਼ਿਟਿਵ ਹੋ ਰਿਹਾ ਹੈ ਪੰਜਾਬ ਦੇ ਵਿੱਚ, ਕੋਈ ਐਜੂਕੇਸ਼ਨ ਰਾਹੀਂ ਕੋਈ ਕਿਸੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਕਿਸੇ ਪਲੇਟਫਾਰਮ ਨੂੰ, ਜਾਂ ਕੋਈ ਐਜੂਕੇਸ਼ਨ ਫ੍ਰੀ ਦੇ ਰਿਹਾ ਹੈ, ਜਾਂ ਤੇ ਉਸ ਚੀਜ਼ ਨੂੰ ਅਸੀਂ ਇੱਥੇ ਲੈ ਕੇ ਆ ਰਹੇ ਹਾਂ। ਜਿਹੜੇ ਅਪਡੇਟਡ ਨਿਊਜ਼ ਹੈਗੀ ਹੈ ਕੋਈ ਗ੍ਰਾਮ ਸਭਾ ਰਿਲੇਟਡ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ, ਵਿਦਆਊਟ ਕਿ ਉਹਨਾਂ ਨੇ ਆਪਣਾ ਕੋਈ ਪ੍ਰਚਾਰ ਕੀਤਾ। ਅਸੀਂ ਕਿਸੇ ਪੋਲੀਟੀਕਲ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਹੇ, ਬਟ ਬੇਸਿਕਲੀ ਜੇ ਉਹਨਾਂ ਨੇ ਗ੍ਰਾਮ ਸਭਾ ਦੇ ਪੱਖੀ ਕੋਈ ਇਨਫੋਰਮੇਸ਼ਨ ਦਿੱਤੀ ਹੈ ਤੇ ਉਹ ਅਸੀਂ ਇਸ ਪਲੇਟਫਾਰਮ ਤੇ ਲੈ ਕੇ ਆਵਾਂਗੇ। ਐਟ ਦ ਸੇਮ ਟਾਈਮ ਜੇ ਸੈਂਟਰਲ ਗਵਰਨਮੈਂਟ ਨੇ ਕੋਈ ਵੈਬਸਾਈਟ ਬਣਾਈ ਹੈ ਜਿੱਥੇ ਕਿ ਗ੍ਰਾਮ ਸਭਾ ਦੀ ਇਨਫੋਰਮੇਸ਼ਨ ਅਵੇਲੇਬਲ ਹੈ, ਜਾਂ ਕੋਈ ਵੀਡੀਓ ਅਵੇਲੇਬਲ ਹੈ ਉਹਨਾਂ ਦਾ ਜਿਹੜਾ ਕਿ ਲੋਕਾਂ ਦੇ, ਤੇ ਉਹ ਅਸੀਂ ਇਸ ਪਾਸੇ ਲੈ ਕੇ ਆਵਾਂਗੇ ਇਸ ਸੈਕਸ਼ਨ ਦੇ ਉੱਪਰ। ਉਸ ਤੋਂ ਬਾਅਦ ਇਸ ਸੈਕਸ਼ਨ ਦੇ ਉੱਪਰ ਮੈਂ ਹੁਣੇ ਆਉਣਾ। ਇਸ ਸੈਕਸ਼ਨ ਦੇ ਵਿੱਚ ਅਸੀਂ ਬੇਸਿਕਲੀ ਲੋਕਾਂ ਦੇ ਨਾਲ ਟੂ ਵੇ ਇੰਟਰੈਕਸ਼ਨ ਕਰ ਰਹੇ ਹਾਂ ਕਿ ਜੇ ਉਹਨਾਂ ਨੂੰ ਕੋਈ ਸੁਝਾਅ ਹੈਗੇ ਸਾਡੇ ਨਾਲ, ਕੋਈ ਕਿਸੇ ਵਿੱਚ ਐਕਸਪਰਟ ਹੈ, ਕੋਈ ਆਰਗੈਨਿਕ ਫਾਰਮਿੰਗ ਵਿੱਚ ਐਕਸਪਰਟ ਹੈ, ਕੋਈ ਵੂਮਨ ਇੰਪਾਵਰਮੈਂਟ ਵਿੱਚ ਕੋਈ ਐਕਸਪਰਟ ਹੈ, ਤੇ ਉਹ ਸਾਡੇ ਨੂੰ ਆਪਣੀ ਐਕਸਪਰਟਿਜ਼ ਲਿਖ ਕੇ ਭੇਜੇ ਸੋ ਦੈਟ ਅਸੀਂ ਉਹਨਾਂ ਨੂੰ ਇੰਟਰਵਿਊ ਕਰਕੇ ਸਪੈਸੀਫਿਕਲੀ ਉਹਨਾਂ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ ਤੇ ਉਹ ਕੰਮ ਅੱਗੇ ਕਿਸੇ ਹੋਰ ਕੰਮ ਦੇ ਕਿਸ ਤਰ੍ਹਾਂ ਕੰਮ ਆ ਸਕਦਾ ਹੈ, ਉਸ ਦੀ ਨੌਲੇਜ ਅਸੀਂ ਲਵਾਂਗੇ। ਤੇ ਬੇਸਿਕਲੀ ਉਹਨਾਂ ਤੋਂ ਇਨਫੋਰਮੇਸ਼ਨ ਲੈਣ ਦੀ ਇਹ ਜ਼ਰੀਆ ਹੈ। ਜਾਂ ਕੋਈ ਚੀਜ਼ ਉਹਨਾਂ ਨੂੰ ਲੱਗਦੀ ਹੈ ਕਿ ਸਾਡੀ ਵੈਬਸਾਈਟ ਤੇ ਗਲਤ ਹੈ, ਜਾਂ ਲੱਗਦਾ ਹੈ ਕਿ ਅਸੀਂ ਆਪਣੇ ਜਿਹੜੇ ਇੱਥੇ ਸਿਧਾਂਤ ਬਣਾਏ ਨੇ ਕਿ ਅਸੀਂ ਕਿਸੇ ਦੇ ਪੱਖੀ ਨਹੀਂ ਹੋਵਾਂਗੇ, ਕਿਸੇ ਦੀ ਹਿਮਾਇਤ ਨਹੀਂ ਕਰਾਂਗੇ, ਕਿਸੇ ਦੇ ਅਪੋਜ਼ ਨਹੀਂ ਕਰਾਂਗੇ, ਜੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਪ੍ਰਿੰਸੀਪਲਸ ਤੋਂ ਡਿਵੇਟ ਹੋ ਰਹੇ ਹਾਂ, ਤੇ ਫਿਰ ਉਹ ਸਾਨੂੰ ਇੱਥੇ ਕਮੈਂਟ ਕਰਕੇ ਦੱਸ ਸਕਦੇ। ਉਸ ਤੋਂ ਬਾਅਦ ਇਹ ਜਿਹੜਾ ਸੈਕਸ਼ਨ ਹੈਗਾ, ਇੱਥੇ ਅਸੀਂ ਆਪਣਾ WhatsApp ਨੰਬਰ ਦਿੱਤਾ ਹੈ, ਟੈਲੀਗ੍ਰਾਮ ਨੰਬਰ ਦਿੱਤਾ ਹੈ, ਜਿੱਥੇ ਉਹ ਸਾਡੇ ਨਾਲ ਕਨੈਕਟ ਹੋ ਸਕਦੇ ਹੈ ਕਿ ਕੋਈ ਉਹਨਾਂ ਕੋਲ ਇਨਫੋਰਮੇਸ਼ਨ ਹੈ ਤੇ ਉਹ ਸਾਨੂੰ ਦੇ ਸਕਦੇ। ਕੋਈ ਵੀਡੀਓ ਹੈ ਪੋਜ਼ਿਟਿਵ, ਜਿਹੜਾ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਕੋਈ ਐਜੂਕੇਸ਼ਨ ਦੇ ਉੱਪਰ ਜਾਂ ਕੋਈ ਹੈਲਥ ਦੇ ਉੱਪਰ ਕੋਈ ਚੀਜ਼ ਇਸ ਤਰ੍ਹਾਂ ਉਹਨਾਂ ਕੋਲ ਵੀਡੀਓ ਮਿਲਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਆਲਰੇਡੀ ਕੋਈ ਚੱਲ ਰਿਹਾ ਹੈ, ਤੇ ਇੰਸਟੈਡ ਆਫ ਕਿ ਉਹ WhatsApp ਦੇ ਉੱਪਰ ਸਿਰਫ ਸ਼ੇਅਰ ਕਰਕੇ ਅਸੀਂ ਭੁੱਲ ਜਾਈਏ, ਉਹ WhatsApp ਦਾ ਚੀਜ਼ ਸਾਨੂੰ ਸ਼ੇਅਰ ਕਰ ਦਿਓ ਸੋ ਦੈਟ ਅਸੀਂ ਵੈਬਸਾਈਟ ਤੇ ਲਾ ਕੇ ਉਹਨੂੰ ਪਰਸਿਸਟ ਕਰੀਏ, ਕਾਫੀ ਦੇਰ ਤੱਕ ਉਸਨੂੰ ਵੈਬਸਾਈਟ ਤੇ ਰੱਖੀਏ ਸੋ ਦੈਟ ਉਹ WhatsApp ਦੀ ਤਰ੍ਹਾਂ ਕਿਸੇ ਤਰ੍ਹਾਂ ਛੁਪ ਨਾ ਜਾਏ ਉਹ ਇਨਫੋਰਮੇਸ਼ਨ ਕੋਈ ਇੰਪੋਰਟੈਂਟ ਜਿਹੜੀ ਪੰਜਾਬ ਦੇ ਹਿੱਤ ਦੇ ਵਿੱਚ ਹੈ। ਤੇ ਇਸ ਤੋਂ ਬਾਅਦ ਅਸੀਂ ਇੱਕ ਜਿਹੜਾ ਸੈਕਸ਼ਨ ਇਹ ਡਿਵੈਲਪ ਕੀਤਾ ਹੈ, ਡਿਵੈਲਪ ਯੋਰ ਵਿਲੇਜ। ਇਹ ਅਸੀਂ ਸਟੈਪ ਬਾय ਸਟੈਪ ਦੱਸਿਆ ਕਿ ਇੱਕ ਜਿਹੜਾ ਆਪ ਵਸ਼ਿੰਦਾ ਹੈ ਪਿੰਡ ਦਾ, ਉਹ ਕਿਸ ਤਰ੍ਹਾਂ ਸਟੈਪ 1 ਸਟੈਪ 2 ਸਟੈਪ 3 ਕਰਕੇ ਆਪਣੇ ਪਿੰਡ ਵਿੱਚ ਗ੍ਰਾਮ ਸਭਾ ਦਾ ਇਜਲਾਸ ਬੁਲਾ ਸਕਦਾ ਹੈ। ਇਹਦੇ ਵਿੱਚ ਹੋਰ ਵੀ ਅਸੀਂ ਹੋਰ ਬੜੋਤ ਕਰਾਂਗੇ, ਹੋਰ ਵੀ ਅਸੀਂ ਇਹਦੇ ਵਿੱਚ ਹੋਰ ਐਡੀਸ਼ਨਸ ਕਰਾਂਗੇ, ਲੇਕਿਨ ਇਹ ਬੇਸਿਕਲੀ ਹੈ ਕਿ ਕਿਸ ਤਰ੍ਹਾਂ ਲੋਕੀ ਸਟੈਪ ਵਾਈਜ਼ ਆਪਣੇ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਕਿਸ ਤਰ੍ਹਾਂ ਕਿਸੇ ਵੀ ਥਾਂ ਤੇ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਆਪਣਾ ਡਿਵੈਲਪ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਵੀਡੀਓਜ਼ ਹੈਗੇ ਕੁਝ ਜਿਹੜੇ ਬੜੇ ਇੰਪੋਰਟੈਂਟ ਨੇ, ਜਿਹੜੇ ਸਾਨੂੰ ਲੱਗਦਾ ਹੈ ਕਿ ਲੋਕਾਂ ਦੇ ਹਿੱਤ ਵਿੱਚ ਹੈਗੇ, ਇਹ ਕਨਸਟੈਂਟਲੀ ਚੇਂਜ ਹੁੰਦੇ ਰਹਿਣਗੇ ਐਜ਼ ਕਿ ਸਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਰਹੇਗੀ ਲੋਕਾਂ ਤੋਂ। ਤੇ ਜਿਵੇਂ ਪ੍ਰਿਤਪਾਲ ਅੰਕਲ ਹੈਗੇ, ਇਹਨਾਂ ਨੇ ਬੜਾ ਵਧੀਆ ਇੱਕ ਸੈਸ਼ਨ ਕੀਤਾ ਸੀਗਾ ਮਿਸ਼ਨ ਗ੍ਰਾਮ ਸਭਾ ਜਿਹੜੀ ਨੈਸ਼ਨਲ ਲੈਵਲ ਆਰਗੇਨਾਈਜੇਸ਼ਨ ਬਣ ਰਹੀ ਹੈ, ਉੱਥੇ ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਗ੍ਰਾਮ ਸਭਾ ਦੀ ਇੰਪਲੀਮੈਂਟੇਸ਼ਨ ਗਰਾਊਂਡ ਲੈਵਲ ਤੇ ਉਹ ਕਰ ਸਕਦੇ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਸੈਕਸ਼ਨ ਹੈ ਇਹਦੇ ਵਿੱਚ ਫ੍ਰੀਕੁਐਂਟਲੀ ਆਸਕ ਕੁਐਸਚਨ ਕਿ ਗ੍ਰਾਮ ਸਭਾ ਦੇ ਆਮ ਜਿਹੜੇ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਗ੍ਰਾਮ ਸਭਾ ਹੁੰਦੀ ਕੀ ਹੈ, ਗ੍ਰਾਮ ਸਭਾ ਅਸੀਂ ਕਿਸ ਤਰ੍ਹਾਂ ਬੁਲਾ ਸਕਦੇ ਹਾਂ, ਕਿੱਥੇ ਬੁਲਾ ਸਕਦੇ ਹਾਂ, ਕਿੰਨੀ ਗ੍ਰਾਮ ਸਭਾ ਇੰਪੋਰਟੈਂਟ ਹੈ, ਉੱਥੇ ਵੀ ਕਿਸ ਤਰ੍ਹਾਂ ਦੇ ਡਿਸੀਜਨ ਲੈ ਸਕਦੇ ਹਾਂ, ਮਤਾ ਕੀ ਹੁੰਦਾ ਹੈ, ਮਤਾ ਪਾਸ ਕਿੱਥੇ ਹੁੰਦਾ ਹੈ, ਇਹ ਅਸੀਂ ਉਹਦੇ ਵਿੱਚ ਕੁਐਸਚਨ ਆਨਸਰਸ ਪਾਏ ਨੇ। ਹੋਰ ਵੀ ਪਾਵਾਂਗੇ ਜਿਵੇਂ ਅਸੀਂ ਹੋਰ ਵੀ ਇਨਫੋਰਮੇਸ਼ਨ ਮਿਲੇਗੀ, ਜਿਵੇਂ ਅਸੀਂ ਚੇਸ਼ਨਦੀਪ ਵਰਗੇ ਨੌਜਵਾਨਾਂ ਨਾਲ ਅਸੀਂ ਇੰਟਰਵਿਊ ਕਰਾਂਗੇ, ਇਹਦੇ ਵਿੱਚ ਹੋਰ ਅਸੀਂ ਬੜਤ ਕਰਾਂਗੇ। ਤੇ ਇਸ ਤੋਂ ਬਾਅਦ ਇੱਕ ਡਾਊਨਲੋਡ ਸੈਕਸ਼ਨ ਹੈ ਜਿਹਦੇ ਵਿੱਚ ਪੰਚਾਇਤ ਐਕਟ, ਇੱਕ ਸੇਵਾ ਪਰਿਵਰਤਨ ਮੰਚ ਹੈਗਾ ਜਿਨ੍ਹਾਂ ਨੇ ਬੜਾ ਵਧੀਆ ਇੱਥੇ ਦੱਸਿਆ ਹੈ ਕਿ ਪ੍ਰਸ਼ਨਾਵਲੀ ਹੈ ਜਿਹਦੇ ਵਿੱਚ ਕੁਐਸਚਨ ਪੁੱਛਿਆ ਹੈ ਕਿ ਗ੍ਰਾਮ ਸਭਾ ਦੇ ਬਾਰੇ ਕਿੰਨੀ ਲੋਕਾਂ ਨੂੰ ਜਾਣਕਾਰੀ ਹੈ, ਉਹਦੇ ਵਾਸਤੇ ਪੂਰਾ ਇਹਨਾਂ ਨੇ ਡਿਟੇਲ ਵਿੱਚ ਦੱਸਿਆ। ਤੇ ਅਸੀਂ ਇਹ ਇਨਫੋਰਮੇਸ਼ਨ ਲੈ ਕੇ ਆਏ। ਨਰੇਗਾ ਦੀ ਇਨਫੋਰਮੇਸ਼ਨ ਹੈ ਕਿ ਨਰੇਗਾ ਦੀ ਸਕੀਮਸ ਕਿਵੇਂ, ਗਵਰਨਮੈਂਟ ਸਕੀਮਸ ਕਿਵੇਂ ਐਕਸੈਸ ਕਰ ਸਕਦੇ ਹਨ ਲੋਕੀ, ਤੇ ਇਹਦੇ ਵਿੱਚ ਹੋਰ ਵੀ ਅਸੀਂ ਐਡੀਸ਼ਨਸ ਕਰਾਂਗੇ ਆਉਣ ਵਾਲੇ ਟਾਈਮ ਵਿੱਚ। ਇਸ ਤੋਂ ਬਾਅਦ ਲਾਸਟ ਜਿਹੜਾ ਸੈਕਸ਼ਨ ਹੈਗਾ ਸਾਡਾ ਕਿ ਉਪਰਾਲਾ ਜਿਹੜਾ ਹੈ ਇਹ ਕਿੱਥੋਂ ਸ਼ੁਰੂ ਹੋਇਆ ਸੀਗਾ, ਇਹ ਕਿੱਥੇ ਹੁਣ ਜਾ ਰਿਹਾ ਹੈ। ਅਸੀਂ ਇਹ ਪੂਰੀ ਜਰਨੀ ਹੈ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਸੀ ਫੋਟੋਜ਼ ਦੇ ਨਾਲ, ਕਿ ਅਸੀਂ ਕਿਵੇਂ ਅਸੀਂ ਪ੍ਰੋਸੀਡ ਕੀਤਾ ਹੈ ਸਾਲ 2 ਸਾਲ,
ਕੀ ਅਸੀਂ ਕੀਤਾ ਹੈ। ਇੱਕ ਭਾਈਚਾਰਾ ਸੈਂਟਰ ਅਸੀਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਸੀ ਚੋੜਚੱਕ ਪਿੰਡ ਦੇ ਵਿੱਚ, ਜਿੱਥੇ ਭਾਈਚਾਰਕ ਸਾਂਝ ਅਸੀਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਅਸੀਂ ਗ੍ਰਾਮ ਸਭਾ ਦੀ ਜਿਹੜੀ ਇਨਫੋਰਮੇਸ਼ਨ ਹੈ, ਵੀਡੀਓਜ਼ ਬਣਾਏ, ਅਸੀਂ ਲੋਕਾਂ ਨੂੰ ਇਹ ਦੱਸਿਆ ਕਿ ਗ੍ਰਾਮ ਸਭਾ ਕੀ ਹੁੰਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਜਿੱਥੇ ਅੱਜ ਪਹੁੰਚੇ ਹਾਂ, ਤੇ ਅਸੀਂ ਹੈਗੇ ਜਿੱਥੇ ਅਸੀਂ ਅੱਜ ਦੇ ਡੇਟ ਵਿੱਚ ਅਸੀਂ ਵੈਬਸਾਈਟ ਲਾਂਚ ਕਰ ਰਹੇ ਹਾਂ। ਤੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਾਰੇ ਜਿਹੜੇ ਤੁਸੀਂ ਗੈਸਟ ਸਾਡੇ ਨਾਲ ਜੁੜੇ ਹੋ, ਤੇ ਸਾਨੂੰ ਬੜੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਅਸੀਂ ਇੰਨੇ ਲੋਕਾਂ ਨਾਲ ਅਸੀਂ ਜੁੜ ਸਕ ਰਹੇ ਹਾਂ ਅਸੀਂ। ਤੇ ਲਾਸਟ ਵਿੱਚ ਇਹ ਸਾਡਾ ਓਵਰਆਲ ਫਰੇਮਵਰਕ ਹੈ। ਇਹ ਫਰੇਮਵਰਕ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਪ੍ਰੋਸੀਡ ਕਰਾਂਗੇ, ਕੀ ਕਰਾਂਗੇ। ਗ੍ਰਾਮ ਸਭਾ ਨੂੰ ਹੀ ਮੁੱਖ ਰੱਖੇ, ਸੈਂਟਰਲ ਪੀਸ ਰੱਖੇ ਅਸੀਂ ਗਵਰਨਮੈਂਟ ਸਕੀਮਸ, ਗਵਰਨਮੈਂਟ ਗ੍ਰਾਂਟ ਕੀ ਹੈਗੀਆਂ, ਜੌਬ ਰਿਸਪੌਂਸਿਬਿਲਿਟੀ, ਇੱਕ ਮਤਲਬ ਆਮ ਪੰਚਾਇਤ ਸੈਕਟਰੀ ਦੀ ਜਿਹੜੀ ਜੌਬ ਰਿਸਪੌਂਸਿਬਿਲਿਟੀ ਹੈ, ਸਾਰੇ ਹੈਰਾਨ ਹੋ ਗਏ ਕਿ ਕਈ ਪਿੰਡਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਚਾਇਤ ਸੈਕਟਰੀ ਦੀ ਰਿਸਪੌਂਸਿਬਿਲਿਟੀ ਕੀ ਹੁੰਦੀ ਹੈ। ਸੋ ਬੇਸਿਕਲੀ ਅਸੀਂ ਜਿਹੜੇ ਵੀ ਨੁਮਾਇੰਦੇ ਹੈਗੇ ਸਰਕਾਰੀ ਡਿਫਰੈਂਟ ਮਹਿਕਮੇ ਦੇ, ਉਹਨਾਂ ਦੀ ਕੀ ਰਿਸਪੌਂਸਿਬਿਲਿਟੀ ਹੈ, ਕਿੱਥੇ ਕਿਸ ਨੂੰ ਅਪਰੋਚ ਕਰ ਸਕਦੇ ਹਾਂ, ਸਕਿੱਲ ਡਿਵੈਲਪਮੈਂਟ ਵਿੱਚ ਕੀ ਚੀਜ਼ਾਂ ਹੋ ਰਹੀਆਂ ਨੇ, ਇਹ ਸਾਰੀ ਅਸੀਂ ਗ੍ਰਾਮ ਸਭਾ ਨੂੰ ਮੁੱਖ ਰੱਖ ਕੇ ਇਹ ਪੂਰਾ ਫਰੇਮਵਰਕ ਅਸੀਂ ਤਿਆਰ ਕੀਤਾ, ਜਿਹਦੇ ਵਿੱਚ ਅਸੀਂ ਅੱਗੇ ਆਉਣ ਵਾਲੇ ਟਾਈਮ ਵਿੱਚ ਅਸੀਂ ਹੋਰ ਵੀਡੀਓਜ਼, ਬਲੌਗਸ, ਰਾਈਟਅਪਸ, ਕਿਸੇ ਨੇ ਇਨਫੋਰਮੇਸ਼ਨ ਬਣਾਈ ਹੈ ਉਹ ਅਸੀਂ ਵੈਬਸਾਈਟ ਤੇ ਲੈ ਕੇ ਆਵਾਂਗੇ। ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਵੀ ਅਸੀਂ ਕੰਟੈਂਟ ਲਾ ਰਹੇ ਹਾਂ, ਅਸੀਂ ਕਿਸੇ ਦਾ ਕਾਪੀ ਨਹੀਂ ਕਰ ਰਹੇ। ਮਤਲਬ ਕਿਸੇ ਨੇ ਵੀ ਆਪਣਾ YouTube ਚੈਨਲ ਬਣਾਇਆ ਹੈ, ਕੋਈ ਵੀ ਆਪਣਾ, ਅਸੀਂ ਉਸ ਚੀਜ਼ ਨੂੰ ਸਿਰਫ ਇਸ ਚੈਨਲ ਦੇ ਥਰੂ ਇੱਕ ਜਗ੍ਹਾ ਦੇ ਥਾਂ ਤੇ ਲੈ ਕੇ ਆ ਰਹੇ ਹਾਂ। ਅਸੀਂ ਕੋਈ ਉਹਨਾਂ ਦੇ ਵੀਡੀਓ ਕੋਈ ਕਾਪੀ ਕਰਕੇ ਆਪਣੇ ਇੱਥੇ ਨਹੀਂ ਪਾ ਰਹੇ, ਅਸੀਂ ਸਿਰਫ ਉਹਦਾ ਲਿੰਕ ਪਾ ਰਹੇ ਹਾਂ ਸੋ ਦੈਟ ਕਿ ਜਿਹੜਾ ਵੀ ਇੱਥੇ ਕਲਿੱਕ ਕਰੇਗਾ ਉਹ ਉਹਨਾਂ ਦੇ YouTube ਚੈਨਲ ਤੇ ਜਾਏਗਾ। ਤੇ ਇਹ ਸੀਗਾ ਆਪਣੇ ਮਿਸ਼ਨ ਗ੍ਰਾਮ ਸਭਾ ਦਾ ਓਵਰਆਲ ਰੂਪਰੇਖਾ ਕੀ ਹੈਗੀ ਹੈ, ਅਸੀਂ ਕਿਸ ਡਾਇਰੈਕਸ਼ਨ ਵਿੱਚ ਜਾ ਰਹੇ ਹਾਂ। ਤੇ ਕੋਈ ਵੀ ਕਿਸੇ ਦੇ ਕੋਈ ਕਮੈਂਟ ਹੈਗੇ ਤੇ ਪਲੀਜ਼ ਤੁਸੀਂ ਜਿਹੜਾ ਕਮੈਂਟ ਬਾਕਸ ਹੈਗਾ ਉੱਥੇ ਤੁਸੀਂ ਸ਼ੇਅਰ ਕਰੋ। ਤੇ ਸਾਨੂੰ ਖੁਸ਼ੀ ਹੋਏਗੀ ਜੇ ਤੁਸੀਂ ਕੋਈ ਫੀਡਬੈਕ ਦਿਓ, ਸਾਨੂੰ ਕੋਈ ਕ੍ਰਿਟੀਕਲ ਕਮੈਂਟ ਵੀ ਹੈਗਾ ਤੁਹਾਡੇ ਕੋਲ ਕਿ ਅਸੀਂ ਕਿੱਥੇ ਇੰਪਰੂਵ ਕਰ ਸਕੀਏ, ਸਾਡੇ ਵਾਸਤੇ ਮਾਣ ਵਾਲੀ ਗੱਲ ਹੋਈ ਕਿ ਅਸੀਂ ਕਿੱਥੇ ਆਪਣੇ ਆਪ ਨੂੰ ਸੁਧਾਰ ਸਕੀਏ। ਤੇ ਇਸ ਚੀਜ਼ ਦੇ ਨਾਲ ਮੈਂ ਧੰਨਵਾਦ ਕਰਦਾ ਪਰਮਜੀਤ ਜੀ ਦਾ, ਤੇ ਤੁਸੀਂ ਪਰਮਜੀਤ ਜੀ ਤੁਸੀਂ ਹੁਣ ਅੱਗੇ ਦਾ ਮੋਰਚਾ ਸੰਭਾਲੋ। ਤੇ ਹਾਂਜੀ, ਥੈਂਕ ਯੂ ਰਮਨਪਾਲ ਸਿੰਘ ਜੀ, ਬਹੁਤ ਜਿਹੜਾ ਹੈਗਾ ਸਿੰਸੀਅਰਲੀ ਵਰਕ ਕਰ ਰਹੇ ਨੇ। ਜਿਹੜਾ ਟੈਕਨੋਲੋਜੀ ਪੱਖੋਂ ਅਸੀਂ ਜਿਹੜਾ ਹੈਗਾ ਇਹਨਾਂ ਤੇ ਡਿਪੈਂਡ ਆ, ਜੋ ਵੀ ਕੰਮ ਕਰ ਰਹੇ ਨੇ, ਬਟ ਜਿਹੜਾ ਇਹਨਾਂ ਨੇ ਲਾਸਟ ਤੇ ਤੁਹਾਨੂੰ ਦਿਖਾਇਆ ਫਰੇਮਵਰਕ, ਉਹ ਇੱਕ ਐਸਾ ਸਾਡਾ ਮਿਹਨਤ ਦਾ 10-12 ਸਾਲ ਦਾ ਸਾਰੀ ਟੀਮ ਦਾ ਉਪਰਾਲਾ ਹੈ ਵੀ ਇੱਕ ਪਿੰਡ ਦੀ ਟੋਟਲ ਇਨਫੋਰਮੇਸ਼ਨ ਉਹ ਇਸ ਵੈਬਸਾਈਟ ਤੇ ਹੋਣੀ ਚਾਹੀਦੀ ਹੈ। ਅੱਜ ਆਪਾਂ ਸਾਰੇ ਪੰਜਾਬ ਲਈ ਇੱਕ ਵੈਬਸਾਈਟ ਬਣਾਈ ਹੈ, ਉਸ ਤੋਂ ਬਾਅਦ ਕੀ ਹੋਊਗਾ, ਹਰੇਕ ਪਿੰਡ ਦਾ ਇੱਕ ਅਕਾਊਂਟ ਹੋ ਜਾਊਗਾ ਜਿਹਦੇ ਵਿੱਚ ਉਹਦੀ ਪਾਪੂਲੇਸ਼ਨ, ਉਹਦੇ ਅਲੱਗ-ਅਲੱਗ ਕੋਈ ਵੀ ਡਾਟਾ ਜਿਹੜਾ ਗਵਰਨਮੈਂਟ ਨਾਲ ਰਿਲੇਟਡ ਆਪਾਂ ਨੂੰ ਪਿੰਡ ਨਾਲ ਰਿਲੇਟਡ ਚਾਹੀਦਾ ਹੋਊਗਾ, ਕੀ ਵਰਕ ਹੋ ਰਿਹਾ, ਕੀ ਉਸ ਪਿੰਡ ਨੂੰ ਕੀ ਉਮੀਦ ਆ ਵੀ ਐਜੂਕੇਸ਼ਨ ਪੱਖੋਂ ਕੀ ਜਾਣਕਾਰੀਆਂ ਚਾਹੀਦੀਆਂ, ਕੋਈ ਵਜੀਫੇ ਨਾਲ, ਕੋਈ ਵੋਟਰ ਕਾਰਡ, ਕੋਈ ਆਧਾਰ ਕਾਰਡ, ਕਿਸੇ ਵੀ ਤਰ੍ਹਾਂ ਦਾ A to Z, ਜਿਵੇਂ ਕਾਮਨ ਸਰਵਿਸ ਸੈਂਟਰ ਕੰਮ ਕਰਦੇ ਨੇ ਤਾਂ A to Z ਜਾਣਕਾਰੀ ਉਹ ਅਸੀਂ ਉਹਦੇ ਤੇ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਨੂੰ ਨਾਲ ਜੋੜ ਕੇ ਇੱਕ ਬਹੁਤ ਵਧੀਆ ਇਹਨੂੰ ਬਣਾਈਏ ਜਿਹਦੇ ਨਾਲ ਆਪਣੀਆਂ ਜ਼ਰੂਰਤਾਂ ਇਹਦੇ ਤੋਂ ਪੂਰੀਆਂ ਹੋ ਸਕਣ। ਤੇ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਮਿਸ਼ਨ ਗ੍ਰਾਮ ਸਭਾ ਟੀਮ ਦੇ ਨੁਮਾਇੰਦੇ ਜਿਹੜੇ ਹੈਗੇ ਨੇ ਮੌਜੂਦ ਨੇ। ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜਿਵੇਂ ਸਮੇਂ-ਸਮੇਂ ਕਾਲ ਕਰਦੇ ਰਹਿੰਦੇ ਆ, ਤਾਂ ਹੁਣ ਆਨਲਾਈਨ ਹੋ ਰਿਹਾ ਹੈ ਤਾਂ ਉਹ ਆਨਲਾਈਨ ਜੁੜੇ ਹੋਣਗੇ। ਜਦੋਂ ਅਸੀਂ ਪ੍ਰੋਗਰਾਮ ਫਿਜ਼ੀਕਲੀ ਰੱਖਾਂਗੇ ਤਾਂ ਉਦੋਂ ਵੀ ਉਹ ਸੈਮੀਨਾਰ ਦੇ ਵਿੱਚ ਸਾਡੇ ਉਪਸਥਿਤ ਹੁੰਦੇ ਆ ਤੇ ਆਪੋ ਆਪਣੀਆਂ ਵਿਊਜ਼ ਦਿੰਦੇ ਨੇ। ਜਿਸ ਤਰ੍ਹਾਂ ਜਿਹੜਾ ਹੈਗਾ ਹਰੇਕ ਜ਼ਿਲ੍ਹੇ ਤੋਂ ਨੁਮਾਇੰਦੇ ਨੇ, ਉਹਦੇ ਵਿੱਚ ਅਸੀਂ ਉਹਨਾਂ ਦੇ ਨੰਬਰ ਵੀ ਇਸ ਵੈਬਸਾਈਟ ਦੇ ਵਿੱਚ ਕੋਈ ਜਾਣਕਾਰੀ ਸ਼ੇਅਰ ਕਰਨੀ ਹੈ ਜਾਂ ਕਿਸੇ ਨੇ ਆਪਣੇ ਜ਼ਿਲ੍ਹੇ 'ਚ ਹੀ ਸੰਪਰਕ ਕਰਨਾ ਹੈ, ਜਾ ਕੇ ਮਿਲ ਕੇ ਆਉਣਾ, ਕੋਈ ਮਟੀਰੀਅਲ ਲੈਣਾ ਹੈ, ਤਾਂ ਉਹ ਉਹਨਾਂ ਦੇ ਨੰਬਰ ਇਹਦੇ ਵਿੱਚ ਦਿੱਤੇ ਹੋਏ ਨੇ ਵੈਬਸਾਈਟ ਦੇ ਵਿੱਚ। ਤੇ ਹੁਣ ਜਿਵੇਂ ਸਰਚ ਕਰਾਂਗੇ ਇਹਦੇ ਵਿੱਚ ਤੁਹਾਨੂੰ ਜਾਣਕਾਰੀਆਂ ਮਿਲਣਗੀਆਂ। ਅਸੀਂ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਰੱਖੀਆਂ ਹੈ ਵੀ ਅੰਗਰੇਜ਼ੀ ਦੇ ਨਾਲ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ, ਪੰਜਾਬੀ 'ਚ ਸਮਝਿਆ ਜਾਵੇ। ਤੇ ਜਿਨ੍ਹਾਂ ਨੂੰ ਜਿਵੇਂ ਉਹ ਸੀ ਇੱਕ ਵਾਰ ਕੀ ਹੋਇਆ ਵੀ ਸਾਨੂੰ ਕੁਐਸਚਨ ਫੀਲਡ 'ਚੋਂ ਆਇਆ ਵੀ ਸਾਨੂੰ ਪੜ੍ਹਨ ਲਿਖਣ ਨਾਲ ਬਾਹਲਾ ਨੀਗਾ, ਸਾਨੂੰ ਗੱਲ ਸਮਝ ਨਹੀਂ ਆ ਰਹੀ, ਤੁਸੀਂ ਜਿੰਨੀ ਪੜ੍ਹਾਈ ਲਿਖਾਈ, ਜਿਵੇਂ ਪੰਚਾਇਤ ਐਕਟ ਹਰ ਕੋਈ ਨਹੀਂ ਪੜ੍ਹ ਸਕਦਾ, ਤਾਂ ਮਿਸ਼ਨ ਗ੍ਰਾਮ ਸਭਾ ਸੰਬੰਧੀ ਵੀ ਉਹ ਜਿਹੜੇ ਬੈਠੇ ਹੁੰਦੇ ਆਪਣੇ ਪਿੰਡ ਦੀ ਸੱਥ 'ਚ, ਉਹ ਬਜ਼ੁਰਗਾਂ ਨੇ ਕਿਹਾ ਵੀ ਸਾਨੂੰ ਸਿੱਧੇ ਤਰੀਕੇ ਨਾਲ ਸਮਝਾਓ। ਤਾਂ ਅਸੀਂ ਫਿਰ ਉਹਨਾਂ ਦੀ ਉਹ ਸਕ੍ਰਿਪਟ ਤਿਆਰ ਕਰਕੇ ਡਰਾਮਾ ਤਿਆਰ ਕੀਤਾ ਵੀ ਆਹ ਡਰਾਮਾ ਦੇਖੋ, ਤੁਹਾਨੂੰ ਸਿੱਧੀ ਗੱਲ ਸਮਝ ਆ ਜੂਗੀ। ਮਸਲਾ ਆਪਣਾ ਸਮਝਾਉਣ ਦਾ ਹੈਗਾ, ਹੋਰ ਨਹੀਂ ਕੋਈ। ਤੇ ਜਿਵੇਂ ਆਪਣੀ ਟੀਮ ਅੱਗੇਗਾ ਹੁਣ ਵੈਬਸਾਈਟ ਤੇ ਵਰਕ ਕਰ ਰਹੀ ਹੈ, ਐਵੇਂ ਹੀ ਅਸੀਂ ਬਹੁਤ ਜਲਦ ਗ੍ਰਾਮ ਸਭਾ ਦੇ ਬਾਰੇ ਇੱਕ ਫਿਲਮ ਵੀ ਡਿਜ਼ਾਈਨ ਕਰਾਂਗੇ। ਤਾਂ ਪੰਜਾਬ ਦੇ ਇਲਾਵਾ ਨੈਸ਼ਨਲ ਲੈਵਲ ਤੇ ਵੀ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਵੇਂ ਆਪਾਂ ਇਹਦੇ ਤੇ ਜੁੜਾਂਗੇ, ਆਪਣਾ ਹਰ ਹਫਤੇ ਸੈਟਰਡੇ ਸੰਡੇ
ਪ੍ਰੋਗਰਾਮ ਰੱਖਿਆ ਕਰਾਂਗੇ। ਉਹ ਸਾਰੀਆਂ ਇਹਦੇ ਤੇ ਜਿਹੜੇ ਜਦੋਂ ਜਿਵੇਂ ਅੱਜ ਲਿੰਕ ਸ਼ੇਅਰ ਕੀਤਾ ਹੈ, ਮੇਰਾ ਅੱਜ ਆਪਾਂ ਨੂੰ ਟਾਈਮ ਦੱਸ ਦੇਣਾ ਚਾਹੀਦਾ ਵੀ ਕਿੰਨੇ ਵਜੇ ਆਪਾਂ ਉਹ ਪ੍ਰੋਗਰਾਮ ਕਰਿਆ ਕਰਾਂਗੇ, ਤਾਂ ਜੋ ਸਰੋਤੇ ਜਿਹੜੇ ਹੈਗੇ ਆ ਉਹਨਾਂ ਨੂੰ ਫਿਕਸ ਟਾਈਮ ਦੇ ਦਈਏ ਵੀ ਆਹ ਸੈਟਰਡੇ ਜਾਂ ਸੰਡੇ ਟਾਈਮ ਹੋਇਆ ਕਰੂ, ਇਸ ਟਾਈਮ ਤੇ ਸਾਡੇ ਕੁਛ ਨਾ ਕੁਛ ਜਾਣਕਾਰੀ ਇਸ ਸੰਬੰਧੀ ਆਪਾਂ ਸ਼ੇਅਰ ਕਰਿਆ ਕਰਾਂਗੇ, ਤੇ ਉਹ ਫਿਰ ਉਹਦੇ ਨਾਲ ਚੇਂਜ ਨਹੀਂ ਹੋਇਆ ਕਰੂਗਾ ਪੈਟਰਨ, ਆਪਣਾ ਇੱਕ ਰੂਟੀਨ 'ਚ ਹੀ ਹੋ ਜਾਏਗਾ। हाँ बिल्कुल, ਆਪਾਂ ਟਾਈਮ ਸ਼ੇਅਰ ਕਰ ਦਾਂਗੇ, ਆਪਣੀ ਵੈਬਸਾਈਟ ਦੇ ਉੱਪਰ ਪਾ ਦਾਂਗੇ, ਤੇ ਜਿੰਨੇ ਵੀ ਸ਼ੋਟਰ ਜੁੜੇ ਨੇ ਉਹਨਾਂ ਨੂੰ ਅਸੀਂ ਇਨਫੋਰਮ ਕਰ ਦਾਂਗੇ। ਹਾਂਜੀ, ਇਹ ਅੱਜ ਚੱਲਦੇ ਪ੍ਰੋਗਰਾਮ 'ਚ ਆਪਾਂ ਕੰਮ ਕਰਾਂਗੇ, ਤਾਂ ਉਹਦੇ ਨਾਲ ਕੀ ਹੋਊਗਾ, ਹਰ ਚੀਜ਼ ਉਹਦੇ ਡਿਸਕਸ ਹੋਊਗੀ। ਆਮ ਆਪਾਂ ਅਖਬਾਰ ਪੜ੍ਹਦੇ ਹਾਂ, 90% ਨੈਗੇਟਿਵ ਖਬਰਾਂ ਹੁੰਦੀਆਂ ਹੈ, ਜਾਂ ਬੱਚਿਆਂ ਨੂੰ ਜੋ ਅੱਜ ਮਾਹੌਲ ਅਸੀਂ ਦੇ ਰਹੇ ਹਾਂ, ਜੋ ਹਾਲਾਤ ਬਣੇ ਹੋਏ ਨੇ, ਅਸੀਂ ਚਾਹੁੰਦੇ ਇਹਦੇ 'ਚ 100% ਪੋਜ਼ਿਟਿਵਿਟੀ, ਚੰਗੇ ਕੰਮ, ਉਸ ਕੰਮ ਉਪਰਾਲੇ ਤੇ ਸ਼ਖਸੀਅਤਾਂ ਤੇ ਉਹੀ ਸਾਰੇ ਤੇ ਫੋਕਸਿੰਗ ਹੋਵੇ ਜਿੱਧਰ ਅਸੀਂ ਇਹਨੂੰ ਪੰਜਾਬ ਨੂੰ ਲਿਜਾਣਾ ਚਾਹੁੰਦੇ ਹਾਂ ਵੀ ਸਾਡਾ ਪੰਜਾਬ ਬਹੁਤ ਡਿਵੈਲਪਮੈਂਟ ਕਰੇ, ਅੱਗੇ ਵਧੇ। ਤਾਂ ਇੱਕ ਪਾਸੇ ਤਾਂ ਬਹੁਤ ਜਨਸੰਖਿਆ ਜਿਹੜੀ ਛੱਡ ਕੇ ਭੱਜ ਰਹੀ ਹੈ ਇੱਥੋਂ ਮੈਦਾਨ, ਦੂਜੇ ਪਾਸੇ ਸ਼ੈਸ਼ਨਦੀਪ ਜੀ ਵਰਗੇ ਜਿਹੜੇ ਹੈਗੇ ਆ ਇੱਕ ਐਸੇ ਉਪਰਾਲੇ ਵੀ ਕਰ ਰਹੇ ਨੇ ਵੀ ਸਰਪੰਚੀ ਦੀ ਜੰਗ ਜਿੱਤ ਕੇ ਪਿੰਡ ਦੇ ਵਿੱਚ ਮੂਹਰੇ ਲਾ ਕੇ ਕੰਮ ਕਰਨ ਦਾ ਵੀ ਕੋਸ਼ਿਸ਼ ਕਰ ਰਹੇ ਵੀ ਮੈਂ ਇਹਨੂੰ ਸੁੰਦਰ ਬਣਾਉਣਾ, ਇਹਨੂੰ ਵਧੀਆ ਬਣਾਉਣਾ, ਕਿਉਂਕਿ ਦੁਨੀਆ 'ਚ ਕਿਤੇ ਵੀ ਚਲੇ ਜਾਈਏ ਕੰਮ ਤਾਂ ਕਰਨਾ ਹੀ ਪੈਣਾ ਹੈ। ਜਾਂ ਫਿਰ ਉਹ ਕਹਿੰਦੇ ਹੁੰਦੇ ਆ ਵੀ ਜਾਂ ਭਾਵੇਂ ਬਰਮਾ ਨੂੰ ਲਿਖ ਜਾਣਗੇ ਨਾਲੇ, ਤੇ ਉਹ ਫਿਰ ਕਿਤੇ ਕਿਸੇ ਮੁਲਕ 'ਚ ਬੈਠੇ ਬਿਠਾਏ ਤਾਂ ਕੰਮ ਹੋਣਾ ਨਹੀਂਗਾ। ਤੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਵੀ ਸਾਨੂੰ ਆਪਣੇ ਕੰਮ ਖੁਦ ਕਰਨੇ ਪੈਣੇ ਆ, ਅਸੀਂ ਕਿਸੇ ਤੇ ਡਿਪੈਂਡ ਨਹੀਂ ਹੋ ਸਕਦੇ। ਜੇ ਸਾਡਾ ਪਿੰਡ ਹੈ, ਪੰਜਾਬ ਸਾਡਾ, ਤੇ ਕੰਮ ਵੀ ਅਸੀਂ ਖੁਦ ਹੀ ਕਰਨੇ ਆ। ਹਾਂ, ਸਹਾਇਕ ਹੋ ਸਕਦੇ ਨੇ, ਸਾਨੂੰ ਸਹਾਇਤਾ ਮਿਲ ਸਕਦੀ, ਜਾਣਕਾਰੀ ਮਿਲ ਸਕਦੀ ਹੈ, ਬਟ ਪ੍ਰੈਕਟੀਕਲ ਦੇ ਵਿੱਚ ਸਾਨੂੰ ਆਪ ਨੂੰ ਖੁਦ ਹੀ ਉਪਰਾਲੇ ਕਰਕੇ ਮੂਹਰੇ ਲੱਗਣਾ ਪੈਣਾ ਹੈ, ਤੇ ਇਹ ਜ਼ਿੰਮੇਵਾਰੀਆਂ ਚੱਕਣੀਆਂ ਪੈਣੀਆਂ ਹੈ। ਹੁਣ ਸ਼ੈਸ਼ਨਦੀਪ ਜੀ ਨਾਲ ਕੁਝ ਸਵਾਲ ਜਵਾਬ ਅਸੀਂ ਕਰ ਲੈਂਦੇ ਹਾਂ। ਉਹਨਾਂ ਚਿਰ ਸਰੋਤੇ ਆਪਣੇ ਜਿਹੜੇ ਹੈਗੇ ਆ ਸਾਡੇ ਚੈਟ ਬਾਕਸ ਵਿੱਚ ਆਪਣੇ ਕੁਐਸਚਨ ਵੈਬਸਾਈਟ ਰਿਗਾਰਡਿੰਗ ਸਾਡੇ ਕੋਈ ਵੀ ਸੰਬੰਧਿਤ ਜਿਹੜੀ ਕੁਐਰੀ ਹੋਊਗੀ, ਉਹ ਫਿਰ ਬਾਅਦ ਵਿੱਚ ਆਪਾਂ ਸਰੋਤਿਆਂ ਨੂੰ ਵੀ ਟਾਈਮ ਦੇਵਾਂਗੇ। ਸ਼ੈਸ਼ਨਦੀਪ ਜੀ, ਤੁਹਾਨੂੰ ਜਿਹੜਾ ਹੈਗਾ ਸਾਡਾ ਪਹਿਲਾ ਸਵਾਲ ਸੀਗਾ ਵੀ ਸਰਪੰਚ ਬਣਨ ਦਾ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ, ਤੇ ਰਿਸਪੌਂਸਿਬਿਲਿਟੀ ਜਿਹੜੀ ਤੁਸੀਂ ਚੱਕੀ ਹੈ, ਇਹ ਤੁਹਾਡੇ ਕੰਮ ਬਾਰੇ ਜਾਣਕਾਰੀ, ਅਧਿਕਾਰ ਖੇਤਰ ਕੀ ਹੁੰਦਾ ਸਰਪੰਚ ਦਾ, ਜਾਂ ਤੁਹਾਨੂੰ ਇਹ ਟ੍ਰੇਨਿੰਗ ਕੰਮ ਕਰਨ ਦੀ ਕਿੱਥੋਂ ਮਿਲੀ? ਸਰ ਐਕਚੁਅਲੀ ਪਹਿਲਾਂ ਸੋਚਿਆ ਤਾਂ ਕਦੇ ਵੀ ਨਹੀਂ ਸੀ ਕਿ ਸਰਪੰਚ ਬਣਨਾ ਹੈਗਾ, ਪਰ ਇਹ ਅਚਾਨਕ ਹੀ ਮੇਰੇ ਘਰਦਿਆਂ ਦੇ ਦਿਮਾਗ ਦੇ ਵਿੱਚ ਆਇਆ ਕਿ ਇਸ ਵਾਰੀ ਅਸੀਂ ਤੈਨੂੰ ਸਰਪੰਚ ਬਣਾ ਦਿੰਦੇ ਆ, ਵੀ ਤੇਰੀ ਗ੍ਰੈਜੂਏਸ਼ਨ ਪੂਰੀ ਹੋ ਗਈ ਹੈ ਤੇ ਤੂੰ ਕੰਮ ਕਰੀ, ਥੋੜਾ ਬਹੁਤ ਜੋ ਅੱਗੇ ਕਰਨਾ ਚਾਹੁੰਦੀ ਆ ਉਸ ਦੇ ਲਈ ਥੋੜਾ ਐਕਸਪੀਰੀਅੰਸ ਮਿਲੂਗਾ। ਤੇ ਉਸ ਵਕਤ ਤਾਂ ਮੈਂ ਥੋੜੀ ਐਕਸਾਈਟਿਡ ਸੀ ਕਿ ਵੀ ਹਾਂ ਚਲੋ ਦੇਖਦੇ ਆਪਾਂ, ਟਰਾਈ ਕਰਦੇ ਹਾਂ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਇਹਨਾਂ ਜ਼ਿੰਮੇਵਾਰੀਆਂ ਨਿਭਾਇਆ ਜਾਂਦਾ ਹੈਗਾ। ਪਰ ਜਦੋਂ ਮੈਂ ਸਰਪੰਚ ਬਣੀ ਤਾਂ ਮੈਨੂੰ ਕੁਝ ਵੀ ਨਹੀਂ ਪਤਾ ਸੀ, ਕਿਉਂਕਿ ਉਦੋਂ ਪਹਿਲਾਂ ਇਸ ਦੀ ਕੋਈ ਟ੍ਰੇਨਿੰਗ ਨਹੀਂ ਸੀ, ਕੋਈ ਕੁਛ ਨਹੀਂ ਸੀਗੀ। ਲੇਕਿਨ ਪੰਜਾਬ ਸਰਕਾਰ ਵੱਲੋਂ 15 ਦਿਨਾਂ ਦੇ ਵਿੱਚ ਇੱਕ ਟ੍ਰੇਨਿੰਗ ਰੱਖੀ ਗਈ ਸੀਗੀ, ਪਰ ਉੱਥੇ 94 ਸਰਪੰਚ ਜਿਹੜੇ ਬੁਲਾਏ ਗਏ ਸੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਗ੍ਰਾਮ ਪੰਚਾਇਤ ਬਾਰੇ ਪਤਾ ਲੱਗਿਆ, ਗ੍ਰਾਮ ਸਭਾ ਬਾਰੇ ਪਤਾ ਲੱਗਿਆ, ਇਹਨਾਂ 'ਚ ਡਿਫਰੈਂਸ ਕੀ ਹੁੰਦਾ। ਬੇਸਿਕਲੀ ਆਪਾਂ ਨੂੰ ਇਹ ਨਹੀਂ ਪਤਾ ਵੀ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ 'ਚ ਕੀ ਡਿਫਰੈਂਸ ਹੁੰਦਾ, ਉਹ ਵੀ ਸਾਨੂੰ ਉੱਥੇ ਪਤਾ ਲੱਗਿਆ। ਲੇਕਿਨ ਉਹ ਟ੍ਰੇਨਿੰਗ 1 ਦਿਨ ਦੀ ਸੀਗੀ, ਤੇ 1 ਦਿਨ ਦੀ ਟ੍ਰੇਨਿੰਗ ਦੇ ਵਿੱਚ ਤੁਸੀਂ ਸਾਰਾ ਕੁਝ ਨਹੀਂ ਸਿੱਖ ਸਕਦੇ। ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਆਨਲਾਈਨ ਇਹਨਾਂ ਦਾ ਜਿਹੜਾ ਪੋਰਟਲ ਹੈ, SIRD ਡਿਪਾਰਟਮੈਂਟ ਦਾ ਪੋਰਟਲ ਹੈਗਾ, ਉੱਥੋਂ ਤੁਸੀਂ ਕੋਈ ਵੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੈਗੇ ਹੋ। ਤੇ ਸਮੇਂ-ਸਮੇਂ ਤੇ ਜਾਣਕਾਰੀ ਹੈ ਜਿਹੜੀ ਮਿਲਦੀ ਰਹੀ ਹੈ। ਬਾਕੀ ਹੋਰ ਜਿਨ੍ਹਾਂ ਦਾ ਕੋਈ ਐਕਸਪੀਰੀਅੰਸ ਰਿਹਾ ਜਾਂ ਕੋਈ ਜੋ ਪਹਿਲਾਂ ਤੋਂ ਸਰਪੰਚ ਰਹੇ ਆ, ਉਹਨਾਂ ਤੋਂ ਅਸੀਂ ਜਾਣਕਾਰੀ ਹੈ ਜੋ ਲੈਂਦੇ ਰਹੇ ਹਾਂ ਸਮੇਂ-ਸਮੇਂ ਤੇ, ਕਿ ਕਿਸ ਤਰ੍ਹਾਂ ਸਾਨੂੰ ਕਿਸ ਇਸ਼ੂ ਨਾਲ ਡੀਲ ਕਰਨਾ ਚਾਹੀਦਾ ਹੈ। ਐਂਡ ਡਿਪਾਰਟਮੈਂਟ ਵੱਲੋਂ ਵੀ ਪੂਰਾ ਸਹਿਯੋਗ ਰਿਹਾ ਸਰ। ਠੀਕ ਹੈ। ਤੇ ਜਿਹੜੀ ਗ੍ਰਾਮ ਸਭਾ ਆਪਾਂ ਬੁਲਾਉਂਦੇ ਆ, ਜਿਵੇਂ ਆ 25 ਤਰੀਕ ਨੂੰ ਤੁਹਾਡੇ ਪਿੰਡ ਵੀ ਹੋ ਰਹੀ ਹੈ, ਪੰਜਾਬ ਦੇ ਪਿੰਡਾਂ ਵਿੱਚ, ਸਾਡੇ ਵੀ ਇੱਥੇ ਪਿੰਡ ਘਲਕਲਾਂ 'ਚ ਹੋ ਕੇ ਹਟੀਆਂ ਨੇ ਗ੍ਰਾਮ ਸਭਾਵਾਂ, ਤੇ ਉਹਦੇ ਵਿੱਚ ਤੁਹਾਡੀ ਫਿਰ ਕੀ ਭੂਮਿਕਾ ਰਹੀ ਹੈ, ਜਾਂ ਤੁਸੀਂ ਕਿਵੇਂ ਬੁਲਾਉਂਦੇ ਹੋ, ਜਾਂ ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਖਿੱਚਦੇ ਹੋ ਵੀ ਉਹ ਪਾਰਟਿਸਿਪੇਟ ਕਰਨ ਗ੍ਰਾਮ ਸਭਾ ਦੇ ਵਿੱਚ, ਕੋਈ ਉਪਰਾਲਾ? ਹਾਂਜੀ ਸਰ ਗ੍ਰਾਮ ਸਭਾ ਦੇ ਲਈ ਇਹ ਕਿ ਸਭ ਤੋਂ ਪਹਿਲਾਂ 15 ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਸਰਪੰਚ ਵੱਲੋਂ ਕਿ ਆਪਾਂ ਇੰਨੀ ਤਰੀਕ ਨੂੰ ਗ੍ਰਾਮ ਸਭਾ ਜੋ ਪਿੰਡ ਵਿੱਚ ਰੱਖੀ ਗਈ ਹੈ। ਉਸ ਤੋਂ ਬਾਅਦ ਇਹ ਸਰਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਮਤਲਬ ਹਰ ਬੰਦੇ ਤੱਕ ਇਹ ਖਬਰ ਪਹੁੰਚੇ ਕਿ ਆਪਣੀ ਕਦੋਂ ਗ੍ਰਾਮ ਸਭਾ ਹੈਗੀ ਆ, ਕਿੱਥੇ ਹੈਗੀ ਆ, ਕਿਹੜਾ ਟਾਈਮਿੰਗ ਆ। ਔਰ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਲਾਊਡ ਸਪੀਕਰ ਰਾਹੀਂ ਮੁਨਿਆਦੀ ਕਰਵਾ ਦਿੱਤੀ ਜਾਂਦੀ ਹੈ। ਦੂਸਰਾ, ਅੱਜਕੱਲ ਟੈਕਨੋਲੋਜੀ ਹੈਗੀ ਹੈ ਸਰ, WhatsApp, Facebook, ਇਹਨਾਂ ਤੇ ਉੱਤੇ ਸਟੇਟਸ ਪਾ ਦਿੱਤਾ ਜਾਂਦਾ ਹੈ ਕਿ ਇੰਨੀ ਤਰੀਕ ਨੂੰ ਆਪਣੇ ਪਿੰਡ ਦੇ ਵਿੱਚ ਜੋ ਗ੍ਰਾਮ ਸਭਾ ਹੈਗੀ ਹੈ। ਔਰ ਘਰ ਘਰ ਜਾ ਕੇ ਵੀ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਵੀ ਘਰ ਘਰ ਜਾ ਕੇ ਵੀ ਤੁਸੀਂ ਜਿਹੜੀ ਹੈ ਗ੍ਰਾਮ ਸਭਾ ਦੇ ਬਾਰੇ ਜਾਣਕਾਰੀ ਦਿਓ। ਔਰ ਦੂਸਰਾ ਤੁਸੀਂ ਪੁੱਛਿਆ ਕਿ ਲੋਕਾਂ ਦੀ ਭਾਗੀਦਾਰੀ ਨੂੰ ਕਿਵੇਂ ਵਧਾਇਆ ਜਾਂਦਾ ਹੈ। ਸਰ ਇਹਦੇ ਵਿੱਚ ਅਸੀਂ ਨਾ ਕੁਛ ਐਕਟੀਵਿਟੀਜ਼ ਕਰਦੇ ਰਹਿੰਦੇ ਹਾਂ। ਜਿਵੇਂ ਸ਼ੁਰੂਆਤੀ ਤੌਰ ਤੇ ਅਸੀਂ ਸੋਚਿਆ ਸੀ ਕਿ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਕਰਨਾ ਹੈ, ਤਾਂ ਅਸੀਂ
ਕਾਟਨ ਦੇ ਬੈਗ ਸੀਗੇ ਪਿੰਡ ਦੇ ਵਿੱਚ, ਔਰ ਲੋਕਾਂ ਨੂੰ ਕਿਹਾ ਸੀ ਵੀ ਆਪਾਂ ਪਲਾਸਟਿਕ ਦੇ ਉੱਪਰ ਕੰਮ ਕਰਨਾ, ਇਸ ਕਰਕੇ ਤੁਹਾਨੂੰ ਬੈਗ ਦੇ ਜਾਗੇ, ਤੁਸੀਂ ਸਾਰਿਆਂ ਨੇ ਪਹੁੰਚਣਾ ਇੱਥੇ। ਜਾਂ ਜੋ ਬੱਚੇ ਵਧੀਆ ਹੁੰਦੇ ਆਪਣੇ ਸਕੂਲ ਦੇ ਵਿੱਚ ਜਾਂ ਖੇਡਾਂ ਦੇ ਵਿੱਚ, ਪੜ੍ਹਾਈ ਦੇ ਵਿੱਚ ਜਾਂ ਖੇਡਾਂ ਵਿੱਚ ਵਧੀਆ ਹੁੰਦੇ ਆ, ਉਹਨਾਂ ਨੂੰ ਅਸੀਂ ਇਨਾਮ ਦਿੱਤਾ। ਇੱਕ ਅਸੀਂ ਕੀਤਾ ਸੀ ਕਿ ਜਿਹੜੇ ਬਜ਼ੁਰਗ ਹੁੰਦੇ ਆ, ਸਭ ਤੋਂ ਵੱਡੇ ਬਜ਼ੁਰਗ ਨੇ ਸਾਡੇ ਪਿੰਡ ਦੇ, ਇੱਕ ਮੇਲ ਔਰ ਇੱਕ ਫੀਮੇਲ, ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਆਪਣੀ ਗ੍ਰਾਮ ਸਭਾ ਦੇ ਵਿੱਚ। ਔਰ ਅਸੀਂ ਉਹਨਾਂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੇ ਪਰਾਲੀ ਨੂੰ ਅੱਗ ਨਹੀਂ ਲਗਾਈ ਔਰ ਜਿਹੜਾ ਗੱਠਾਂ ਵਗੈਰਾ ਬਣਾਈਆਂ ਜਾਂ ਹੋਰ ਕੋਈ ਆਲਟਰਨੇਟਿਵ ਉਹਨਾਂ ਨੇ ਚੂਜ਼ ਕੀਤਾ। ਔਰ ਇੱਕ ਵਾਰੀ ਅਸੀਂ ਆਪਣੀ ਗ੍ਰਾਮ ਸਭਾ ਦੇ ਵਿੱਚ ਜੋ ਹੈਗਾ ਲੋਟਰੀ ਸਿਸਟਮ ਦਾ ਵੀ ਉਪਰਾਲਾ ਕੀਤਾ। ਇਹਦਾ ਕੋਈ ਅਸੀਂ ਫੰਡ ਵਗੈਰਾ ਕੁਝ ਨਹੀਂ ਪਾਇਆ ਗ੍ਰਾਮ ਪੰਚਾਇਤ ਦੇ ਲਈ, ਇਹ ਅਸੀਂ ਆਪਣੇ ਵੱਲੋਂ ਹੀ ਕੀਤਾ ਸੀਗਾ ਕਿ ਜੋ ਵੀ ਮਤਲਬ ਲੋਕ ਆਉਣਗੇ ਉਹਨਾਂ ਨੂੰ ਪਰਚੀ ਕੱਟ ਕੇ ਦਿੱਤੀ ਜਾਊਗੀ ਔਰ ਉਸ ਦੇ ਵਿੱਚ 5 ਗਿਫਟਸ ਹੈ ਜੋ ਵੀ ਲੱਕੀ ਵਿਨਰ ਹੋਣਗੇ ਉਹਨਾਂ ਨੂੰ ਦਿੱਤੇ ਜਾਣਗੇ। ਸੋ ਇਹਨਾਂ ਐਕਟੀਵਿਟੀਜ਼ ਨਾਲ ਸਾਡੀ ਜਿਹੜੀ ਕੋਸ਼ਿਸ਼ ਰਹਿੰਦੀ ਹੈ ਵੀ ਉਹ ਗ੍ਰਾਮ ਸਭਾ ਦੇ ਵਿੱਚ ਲੋਕਾਂ ਦੀ ਭਾਗੀਦਾਰੀ ਆ ਉਹ ਵਧੇ। ਇੱਕ ਜਿਵੇਂ ਆਪਾਂ ਪਿੰਡ 'ਚ ਕੰਮ ਆਲੀਆਂ ਵਿਕਾਸ ਨਾਲ ਸੰਬੰਧਿਤ ਕਮੇਟੀਆਂ ਬਣਾ ਦਿੰਦੇ ਆ, ਜਿਵੇਂ ਵਾਟਰ ਸੈਨੀਟੇਸ਼ਨ ਦੀ ਜਾਂ ਕੋਈ ਸਫਾਈ ਨਾਲ ਸੰਬੰਧਿਤ ਜਾਂ ਮਨਰੇਗਾ ਨਾਲ ਸੰਬੰਧਿਤ ਜਾਂ ਅਲੱਗ-ਅਲੱਗ ਉਹਦੀ ਦੇਖ ਰੇਖ ਵਾਸਤੇ ਸਰਪੰਚ ਦੀ ਸਹਾਇਤਾ ਵਾਸਤੇ ਗੌਰਮੈਂਟ ਵੱਲੋਂ ਵੀ ਹੈਗਾ ਵੀ ਬਣਾਈਆਂ ਜਾਣ। ਤਾਂ ਸੇਮ ਹੀ ਗ੍ਰਾਮ ਸਭਾ ਦੇ ਵਿੱਚ ਕੋਈ ਇੱਕ ਆਮ ਬੰਦਾ ਚੱਲ ਕੇ ਆਉਂਦਾ ਹੈ ਤੇ ਉਹ ਕਹਿੰਦਾ ਜੀ ਮੇਰਾ ਸੁਝਾਅ ਹੈ ਪਿੰਡ ਦੇ ਵਿੱਚ ਆਹ ਕੰਮ ਕੀਤਾ ਜਾਵੇ। ਤਾਂ ਕਈ ਵਾਰੀ ਕੀ ਹੁੰਦਾ, ਉਹ ਸਾਰਿਆਂ ਨੂੰ ਚੰਗਾ ਲੱਗਦਾ, ਕਾਨੂੰਨੀ ਵੀ ਠੀਕ ਹੁੰਦਾ, ਆਪਾਂ ਉਹਦੀ ਗੱਲ ਨੂੰ ਪ੍ਰਵਾਨ ਕਰ ਲੈਂਦੇ ਆ, ਉਹਦਾ ਮਤਾ ਪੈ ਜਾਂਦਾ ਤੇ ਉਹ ਬੰਦਾ ਇੰਪਾਵਰ ਹੋ ਜਾਂਦਾ ਵੀ ਮੇਰੀ ਇੱਕ ਆਮ ਬੰਦੇ ਦੀ ਗੱਲ ਸਾਰੇ ਪਿੰਡ ਵਿੱਚ ਜਾਂ ਪੰਚਾਇਤ ਵੱਲੋਂ ਪ੍ਰਵਾਨ ਹੋ ਗਈ। ਤਾਂ ਉਹ ਕਿੰਨਾ ਇੰਪਾਵਰ ਹੁੰਦਾ ਹੈ ਤੇ ਉਹ ਬੰਦਾ ਖੁਦ ਮੂਹਰੇ ਲੱਗ ਕੇ ਵੀ ਕੰਮ ਕਰਦਾ, ਸਹਿਯੋਗ ਵੀ ਦਿੰਦਾ। ਤਾਂ ਮੇਰਾ ਖਿਆਲ ਆ ਵੀ ਇਸ ਤਰ੍ਹਾਂ ਜਦੋਂ ਇੱਕ ਆਮ ਬੰਦੇ ਨੂੰ ਆਪਾਂ ਪ੍ਰਮੋਟ ਕਰਾਂਗੇ ਤਾਂ ਉਹਦਾ ਸਹਿਯੋਗ ਜਿਹੜਾ ਹੈਗਾ ਬਹੁਤ ਜ਼ਿਆਦਾ ਮਿਲੂਗਾ, ਬਜਾਏ ਕਿ ਹਰ ਕੰਮ ਦੇ ਵਿੱਚ ਜਿਵੇਂ ਆਪਾਂ ਇੱਕ ਲੀਡਰ ਦੇ ਤੌਰ ਤੇ ਇੱਕ ਬੰਦਾ ਹੀ ਮੂਹਰੇ ਹੋਵੇ। ਜਿਵੇਂ ਅੱਜ ਕੱਲ੍ਹ ਟ੍ਰੈਂਡ ਕੀ ਚੱਲ ਰਿਹਾ ਹੈਗਾ, ਜਿਹੜਾ ਲੀਡਰਸ਼ਿਪ 'ਚ ਆ ਜਾਂਦਾ ਉਹ ਕਹਿੰਦਾ ਵੀ ਮੈਂ ਹੀ ਸਾਰੇ ਪਾਸੇ ਹੋਵਾਂ, ਹੋਰ ਨਾ ਕੋਈ ਹੋਵੇ। ਬਟ ਜਦੋਂ ਡੀਸੈਂਟਰਲਾਈਜ਼ ਕਰਦੇ ਆ, ਇੱਕ ਆਮ ਬੰਦੇ ਨੂੰ ਪ੍ਰਮੋਟ ਕਰਦੇ ਆ, ਫਿਰ ਆਪਣਾ ਬੋਝ ਘੱਟ ਜਾਂਦਾ ਕੰਮ ਕਰਨ ਦਾ, ਉਹ ਮੂਹਰੇ ਆਪੋ ਆਪਣੀ ਰਿਸਪੌਂਸਿਬਿਲਿਟੀ ਚੱਕ ਕੇ ਨਾਲ ਜਿਹੜਾ ਹੈਗਾ ਉਹ ਕਮੇਟੀਆਂ 'ਚ ਵੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਉਹਦੀ ਦੇਖ ਰੇਖ ਤੇ ਸਾਰੇ ਕੰਮ ਦਾ ਵੰਡ ਕੇ ਕੰਮ ਕਰਨਾ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਵਿੱਚ ਅਸੀਂ ਵੀ ਸਫਲ ਹੁੰਦੇ ਹਾਂ। ਤਾਂ ਆਪਣੇ ਤੁਸੀਂ ਜਿਹੜਾ ਪਿੰਡ ਦੇ ਵਿੱਚ ਦੂਜੇ ਪਿੰਡਾਂ ਨਾਲੋਂ ਕੋਈ ਵੱਖਰਾ ਕੰਮ ਕੀਤਾ ਹੈ ਜਿਹੜਾ ਤੁਸੀਂ ਦੱਸ ਸਕਦੇ ਹੋ ਵੀ ਹੋਰ ਪਿੰਡਾਂ ਨਾਲੋਂ ਯੂਨੀਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ? ਹਾਂਜੀ ਸਰ, ਇੱਕ ਤਾਂ ਮੈਂ ਪਹਿਲਾਂ ਗ੍ਰਾਮ ਸਭਾ ਦੇ ਵਿੱਚ ਹੀ ਹੋਰ ਚੀਜ਼ ਐਡ ਕਰਨੀ ਚਾਹੂੰਗੀ ਜੋ ਮੈਂ ਪਿਛਲੇ ਪ੍ਰਸ਼ਨ ਦੇ ਵਿੱਚ ਸਕਿਪ ਕਰ ਗਈ ਸੀ ਕਿ ਜਿਹੜੇ ਗ੍ਰਾਮ ਸਭਾ ਹੁੰਦੇ ਸਰ ਉਹਦੇ ਵਿੱਚ ਅਸੀਂ ਸਾਰੇ ਲਾਈਨ ਡਿਪਾਰਟਮੈਂਟਸ ਹੁੰਦੇ ਆ ਨਾ, ਉਹਨਾਂ ਨੂੰ ਵੀ ਇਨਵਾਈਟ ਕਰਦੇ ਆ। ਜਿਵੇਂ ਆਪਣੇ ਹੈਲਥ ਵਾਲੇ ਹੋ ਗਏ ਜਾਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਹੋ ਗਿਆ, ਮਨਰੇਗਾ ਡਿਪਾਰਟਮੈਂਟ ਹੋ ਗਿਆ, BDP ਆਫਿਸ ਹੋ ਗਏ, ਕਿਉਂਕਿ ਜਿਹੜੇ ਲੋਕ ਹੁੰਦੇ ਆ ਉਹ ਡਿਪਾਰਟਮੈਂਟਸ 'ਚ ਜਾ ਕੇ ਉਹਨਾਂ ਦੀ ਖੱਜਲ ਖੁਆਰੀ ਹੁੰਦੀ ਆ ਉੱਥੇ ਜਾ ਕੇ। ਤਾਂ ਜਿਹੜੀਆਂ ਵੀ ਸਕੀਮਾਂ ਹੁੰਦੀਆਂ ਉਹਨਾਂ ਬਾਰੇ ਜਾਣਕਾਰੀ ਉਹਨਾਂ ਨੂੰ ਪਿੰਡ ਦੀ ਗ੍ਰਾਮ ਸਭਾ ਦੇ ਵਿੱਚ ਮਿਲੇ, ਔਰ ਸਿਰਫ ਜਾਣਕਾਰੀ ਨਾ ਮਿਲੇ, ਉੱਥੇ ਉਹ ਬੈਨੀਫਿਸ਼ਰੀਜ਼ ਨੂੰ ਵੀ ਲੱਭਿਆ ਜਾਵੇ ਕਿ ਵੀ ਹਾਂਜੀ ਮੈਂ ਇਸ ਜਿਹੜਾ ਹੈਗਾ ਸਕੀਮ ਦਾ ਫਾਇਦਾ ਲੈਣਾ ਚਾਹੁੰਦਾ, ਤਾਂ ਕਿ ਉੱਥੇ ਕੋਈ ਘਪਲਾ ਵੀ ਨਾ ਹੋਵੇ, ਤਾਂ ਦੂਜੇ ਨੂੰ ਪਤਾ ਲੱਗ ਜਾਊਗਾ ਕਿ ਹਾਂਜੀ ਵੀ ਇਹ ਗਲਤ ਹੈਗਾ, ਇਹ ਬੈਨੀਫਿਸ਼ਰੀ ਨਹੀਂ ਹੈਗਾ। ਇਹ ਚੀਜ਼ ਵੀ ਐਡ ਕੀਤੀ ਜਾਂਦੀ ਹੈ। ਔਰ ਇਸ ਤੋਂ ਇਲਾਵਾ ਅਸੀਂ ਅੱਗੇ ਹੋਰ ਸਟੈਪ ਲੈ ਕੇ ਗਏ ਵੀ ਇਕੱਲੇ ਆਪਾਂ ਬੈਨੀਫਿਸ਼ਰੀ ਨਹੀਂ ਫਾਈਂਡ ਆਊਟ ਕਰਨੇ, ਗ੍ਰਾਮ ਸਭਾ ਦੇ ਵਿੱਚ ਹੀ ਉਹਨਾਂ ਦੇ ਫਾਰਮ ਵੀ ਭਰਨੇ ਆ ਤਾਂ ਕਿ ਲੋਕਾਂ ਨੂੰ ਜਿਹੜਾ ਹੋਰ ਗ੍ਰਾਮ ਸਭਾ ਬਾਰੇ ਪਤਾ ਲੱਗੇ ਔਰ ਉਹਨਾਂ ਦੀ ਭਾਗੀਦਾਰੀ ਹੈ ਜਿਹੜੀ ਜ਼ਿਆਦਾ ਹੋਵੇ। ਔਰ ਸਰ ਦੂਸਰਾ ਤੁਸੀਂ ਕਿਹਾ ਵੀ ਅਸੀਂ ਕੰਮ ਕੀ ਵੱਖ ਕੀਤੇ, ਅਸੀਂ ਇੱਕ ਤਾਂ ਸਰ ਕਮੇਟੀਆਂ ਬਣਾਈਆਂ ਆਪਣੇ ਪਿੰਡ ਦੇ ਵਿੱਚ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਮੇਟੀਆਂ ਬਾਰੇ, ਔਰ 3 ਜਿਹੜੀਆਂ ਬੇਸਿਕ ਕਮੇਟੀਆਂ ਹੁੰਦੀਆਂ ਇੱਕ ਪੰਚਾਇਤ ਦੇ ਵਿੱਚ। ਇੱਕ ਹੁੰਦੀ ਆ ਉਤਪਾਦਨ ਕਮੇਟੀ ਜੋ ਕਿ ਉਹਨਾਂ ਲਈ ਹੁੰਦੀ ਆ, ਉਹਨਾਂ ਦੀਆਂ ਮੁਸ਼ਕਲਾਂ ਨੂੰ ਦੇਖਣਾ, ਉਹਨਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ। ਸਮਾਜਿਕ ਨਿਆਂ ਕਮੇਟੀ ਸਾਡੇ ਸਮਾਜ ਦੇ ਵਿੱਚ ਨਿਆਂ ਦੇਣਾ ਜਿਹੜਾ ਉਸ ਕਮੇਟੀ ਦਾ ਫਰਜ਼ ਹੁੰਦਾ ਹੈ। ਔਰ ਸੁਵਿਧਾ ਕਮੇਟੀ ਜੋ ਵੀ ਸੁਵਿਧਾਵਾਂ ਇੱਕ ਪੰਚਾਇਤ ਵੱਲੋਂ ਦਿੱਤੀਆਂ ਜਾਂਦੀਆਂ। ਅਸੀਂ ਇਹਨਾਂ ਤੋਂ ਇਲਾਵਾ ਵੀ ਹੋਰ ਕਮੇਟੀਆਂ ਆਪਣੇ ਜਿਹੜੇ ਪਿੰਡ ਦੇ ਵਿੱਚ ਬਣਾਈਆਂ ਹੋਈਆਂ, ਜਿਵੇਂ ਕਿ ਪ੍ਰਗਤੀਸ਼ੀਲ ਇਸਤਰੀ ਸਭਾ, ਪਿੰਡੂ ਤੇ ਸਿਹਤ ਸਫਾਈ ਕਮੇਟੀ, ਬਾਲ ਸੁਰੱਖਿਆ ਕਮੇਟੀ, ਇੱਕ ਹੈਗੀ PDS ਕਮੇਟੀ। ਤਾਂ ਸਾਡਾ ਇਹ ਹੈਗਾ ਮਕਸਦ ਵੀ ਕੋਈ ਵੀ ਬੰਦਾ ਜਿਹੜਾ ਉਹ ਰਵੇ ਨਾ, ਪਾਸੇ ਨਾ ਰਵੇ, ਜਾਂ ਕਿਸੇ ਦੀ ਮੁਸ਼ਕਲ ਆ ਉਹਨੂੰ ਲੱਗੇ ਕਿ ਸਾਡੀ ਨਹੀਂ ਸੁਣੀ ਗਈ, ਤਾਂ ਐਟਲੀਸਟ ਉਹ ਕਮੇਟੀ ਤੱਕ ਪਹੁੰਚ ਕਰੇ। ਕਮੇਟੀ ਤੋਂ ਬਾਅਦ ਹੈ ਜੋ ਪੰਚਾਇਤ ਤੱਕ ਹੈ ਜਿਹੜਾ ਪਹੁੰਚ ਕਰ ਸਕਦਾ, ਕਿਸੇ ਨੂੰ ਵੀ ਕੋਈ ਮੁਸ਼ਕਲ ਹੈਗੀ ਆ ਉਸਦੇ ਪ੍ਰੋਬਲਮਸ ਨੂੰ ਜਿਹੜਾ ਸੋਲਵ ਕੀਤਾ ਜਾ ਸਕਦਾ। ਦੂਸਰੇ ਸਰ ਅਸੀਂ ਗ੍ਰਾਮ ਸਭਾ ਤੋਂ ਇਲਾਵਾ ਜਿਹੜੇ ਮੇਨ ਹੈ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ ਜੋ ਕਿ ਬਹੁਤ ਹੀ ਆਧੁਨਿਕ ਢੰਗ ਨਾਲ ਤਿਆਰ ਕੀਤੀ ਗਈ ਹੈਗੀ ਹੈ। ਔਰ ਇਸ ਦੇ ਵਿੱਚ ਅਸੀਂ AC ਬਹੁਤ ਵਧੀਆ ਫਰਨੀਚਰ ਹੈ ਜਿਹੜੇ
ਰੱਖੇ ਹੋਏ ਆ ਤਾਂ ਕਿ ਬੱਚਿਆਂ ਨੂੰ ਉੱਥੇ ਪੜ੍ਹਨ ਦਾ ਪੂਰਾ ਮਾਹੌਲ ਮਿਲੇ। ਵਧੀਆ ਦਿੱਲੀ ਤੋਂ ਕਿਤਾਬਾਂ ਮੰਗਾ ਕੇ ਦਿੱਤੀਆਂ ਨੇ ਤਾਂ ਕਿ ਬੱਚੇ ਆ ਜਿਹੜਾ ਉਹਨਾਂ ਦਾ ਮਤਲਬ ਵੈਰਾਈਟੀ ਪੂਰੀ ਹੈ, ਕਿ ਇਹ ਨਹੀਂ ਕਿ ਵੀ ਤੁਸੀਂ ਸਿਰਫ ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ। ਤੁਹਾਡਾ ਜਿਹੋ ਜਿਹਾ ਮਨ ਹੈ ਤੁਸੀਂ ਇੱਥੇ ਆ ਕੇ ਕਿਤਾਬਾਂ ਪੜ੍ਹ ਸਕਦੇ ਹੋ, ਤੁਸੀਂ ਆਪਦਾ ਸਕੂਲ ਦਾ ਹੋਮਵਰਕ ਕਰ ਸਕਦੇ ਹੋ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉੱਥੇ ਵਾਈਫਾਈ ਵੀ ਪ੍ਰੋਵਾਈਡ ਕਰਾਂਗੇ ਤਾਂ ਕਿ ਜੋ ਵੀ ਅੱਜ ਕੱਲ੍ਹ ਜਿਵੇਂ ਆਨਲਾਈਨ ਪੜ੍ਹਾਈ ਹੁੰਦੀ ਹੈ ਤੇ ਪਿੰਡਾਂ ਦੇ ਵਿੱਚ ਆਮ ਘਰਾਂ ਵਿੱਚ ਨੈਟਵਰਕਿੰਗ ਜਿਹੜਾ ਨੈਟਵਰਕ ਉਹਨਾਂ ਨੂੰ ਨਹੀਂ ਮਿਲਦਾ ਹੈਗਾ, ਉਹਨਾਂ ਨੈਟ ਪੈਕ ਨਹੀਂ ਪੈਂਦੇ ਹੈਗੇ, ਤਾਂ ਕਿ ਅਸੀਂ ਉੱਥੇ ਫ੍ਰੀ ਵਾਈਫਾਈ ਉਹਨਾਂ ਨੂੰ ਦੇ ਸਕੀਏ। ਸਰ ਅਸੀਂ ਦੂਸਰਾ ਅਸੀਂ ਆਪਣੇ ਪਿੰਡ ਦੇ ਵਿੱਚ ਸਕੂਲ ਵੀ ਬਣਾਇਆ ਹੈਗਾ ਕਿ ਜਿਹੜਾ ਪਹਿਲਾਂ ਸੀਗਾ ਜਦੋਂ ਮੈਂ ਸਰਪੰਚ ਬਣੀ ਸੀ ਮੈਂ ਦੇਖਿਆ ਕਿ ਸਕੂਲ ਦੇ ਵਿੱਚ ਪਾਣੀ ਖੜ ਗਿਆ ਸੀਗਾ ਔਰ ਕਲਾਸਿਸ ਦੇ ਵਿੱਚ ਵੀ ਪਾਣੀ ਗਿਆ। ਤੇ ਜਦੋਂ ਸਾਨੂੰ ਪਹਿਲਾਂ ਨੈਸ਼ਨਲ ਅਵਾਰਡ ਮਿਲੇ ਫਿਰ ਅਸੀਂ ਇਹੀ ਸੋਚਿਆ ਕਿ ਸਭ ਤੋਂ ਪਹਿਲਾਂ ਸਾਡੀ ਜ਼ਿੰਮੇਵਾਰੀ ਸਕੂਲ ਨੂੰ ਇੰਪਰੂਵ ਕਰਨ ਦੀ ਆ। ਸੋ ਅਸੀਂ ਆਪਣੇ ਪਿੰਡ ਦੇ ਵਿੱਚ ਬਹੁਤ ਵਧੀਆ ਸਕੂਲ ਦੀ ਜਿਹੜੀ ਬਿਲਡਿੰਗ ਤਿਆਰ ਕੀਤੀ ਹੈ ਔਰ ਉੱਥੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਾਈ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ, ਪੜ੍ਹਾਈ ਨੂੰ ਕਿਸ ਤਰ੍ਹਾਂ ਅਸੀਂ ਚੰਗਾ ਕਰ ਸਕਦੇ ਹਾਂ, ਉਸ ਦੇ ਉੱਪਰ ਜਿਹੜੀ ਸਾਡੇ ਐਫਰਟਸ ਹੋਣਗੇ, ਇਹ ਸਾਡੀ ਪਲੈਨਿੰਗ ਹੈਗੀ ਹੈ ਜੀ। ਔਰ ਜਿਵੇਂ ਸਾਡਾ ਪਿੰਡ ਜਿਹੜਾ ਹੈਗਾ ਇਹ ਪੈ ਜਾਂਦਾ ਬਠਿੰਡਾ ਜ਼ਿਲ੍ਹਾ ਦੇ ਵਿੱਚ, ਜਿੱਥੇ ਪਾਣੀ ਦੀ ਹੈ ਜਿਹੜੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈਗੀ। ਨੀਚੇ ਵਾਲਾ ਧਰਤੀ ਹੇਠਲਾ ਪਾਣੀ ਹੈ ਖਰਾਬ ਹੋ ਰਿਹਾ ਹੈਗਾ ਤੇ ਇਹ ਸਵੱਛ ਭਾਰਤ ਮਿਸ਼ਨ ਇੱਕ ਜਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾਇਆ ਜਾ ਰਿਹਾ, ਉਹਦੇ ਵਿੱਚ ਹੈ ਕਿ ਤੁਸੀਂ ਲਿਕੁਇਡ ਵੇਸਟ ਮੈਨੇਜਮੈਂਟ ਕਿੱਦਾਂ ਕਰਨੀ ਹੈ ਜਾਂ ਮੀਂਹ ਦੇ ਪਾਣੀ ਦੀ ਵੇਸਟ ਮੈਨੇਜਮੈਂਟ, ਮੀਂਹ ਦੇ ਪਾਣੀ ਦੀ ਜਿਹੜੀ ਮੈਨੇਜਮੈਂਟ ਕਿੱਦਾਂ ਕਰਨੀ ਹੈ। ਤਾਂ ਉਹਦੇ ਲਈ ਘਰ ਘਰ ਅਸੀਂ ਇਹ ਜਿਹੜੇ ਸੋਕੇਜ ਪਿਟਸ ਬਣਾਏ ਆ ਜਿਨ੍ਹਾਂ ਨਾਲ ਮੀਂਹ ਦਾ ਪਾਣੀ ਤੇ ਜਿਹੜਾ ਗ੍ਰੇ ਵਾਟਰ ਹੁੰਦਾ ਉਹ ਸੋਕੇਜ ਪਿਟਸ ਦੇ ਥਰੂ ਫਿਲਟਰ ਹੋ ਕੇ ਜਿਹੜਾ ਧਰਤੀ ਹੇਠ ਜਾਂਦਾ, ਤਾਂ ਕਿ ਇਹਦੇ ਨਾਲ ਇੱਕ ਤਾਂ ਕੁਆਲਿਟੀ ਹੈ ਜਿਹੜੀ ਉਹ ਇਨਕਰੀਜ਼ ਹੋ ਜਾਏ ਪਾਣੀ ਦੀ, ਦੂਸਰਾ ਪਾਣੀ ਦਾ ਜਿਹੜਾ ਪੱਧਰ ਨੀਚੇ ਜਾ ਰਿਹਾ ਉਹ ਉੱਪਰ ਆਵੇ। ਔਰ ਚੌਥੀ ਚੀਜ਼ ਸਰ ਅਸੀਂ ਔਰਤਾਂ ਨੂੰ ਆਪਣੇ ਸਮਾਜ ਦੇ ਵਿੱਚ ਜਿਹੜਾ ਵਧੀਆ ਨਾਮ ਮਿਲੇ ਔਰ ਉਹਨਾਂ ਨੂੰ ਥੋੜੀ ਜਿਹੀ ਇਹ ਲੱਗੇ ਕਿ ਵੀ ਅਸੀਂ ਇਸ ਸਮਾਜ ਦੇ ਵਿੱਚ ਐਗਜ਼ਿਸਟ ਕਰਦੇ ਹਾਂ, ਕਿਉਂਕਿ ਹਲੇ ਵੀ ਸਾਡੇ ਸਮਾਜ ਦੇ ਵਿੱਚ ਕੀ ਹੈ ਕਿ ਔਰਤਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਘਰਾਂ ਚੋਂ ਜਾਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ। ਤਾਂ ਅਸੀਂ ਸੋਚਿਆ ਸੀ, ਇੱਕ ਐਫਰਟ ਕੀਤਾ ਸੀ ਕਿ ਅਸੀਂ ਔਰਤਾਂ ਦੇ ਨਾਮ ਦੀ ਜਿਹੜੀ ਨੇਮ ਪਲੇਟ ਹੈ ਉਹ ਲਗਾਈਏ। ਤਾਂ ਅਸੀਂ ਘਰ ਘਰ ਦੇ ਅੱਗੇ ਔਰਤ ਦਾ ਨਾਮ ਲਿਖਿਆ ਹੋਇਆ ਪਹਿਲਾਂ ਤੇ ਉਹ ਅਸੀਂ ਨੇਮ ਪਲੇਟ ਹੈ ਜਿਹੜੀ ਉਹ ਲਗਾਈ ਹੈ। ਤੇ ਇਸ ਦੇ ਨਾਲ ਹੀ ਅਸੀਂ ਸੈਲਫ ਹੈਲਪ ਗਰੁੱਪਸ ਨੇ ਜਿਹੜੇ ਔਰਤਾਂ ਦੇ ਉਹ ਬਣਾਏ ਨੇ ਤਾਂ ਕਿ ਉਹ ਅੱਗੇ ਜਾ ਕੇ ਆਪਣਾ ਟ੍ਰੇਨਿੰਗ ਲੈਣ ਔਰ ਆਪਣੇ ਕੰਮ ਸ਼ੁਰੂ ਕਰਨ। ਔਰ ਕੁਝ ਕੁ ਔਰਤਾਂ ਨੇ ਕੀਤੇ ਵੀ ਨੇ, ਜਿਵੇਂ ਇੱਕ ਨੇ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਜਾਂ ਕਿਸੇ ਨੇ ਕੱਪੜੇ ਮੰਗਾ ਲਏ ਔਰ ਉਹ ਵੇਚ ਰਹੇ ਆ ਜਾਂ ਕੋਈ ਕੱਪੜੇ ਸੀਨ ਦਾ ਕੰਮ ਸ਼ੁਰੂ ਕਰ ਚੁੱਕੇ ਆ। ਸੋ ਇਸ ਤਰ੍ਹਾਂ ਉਹ ਕੰਮ ਹੈ ਜਿਹੜੇ ਉਹਨਾਂ ਨੇ ਸ਼ੁਰੂ ਕੀਤੇ ਨੇ ਸਨ। ਔਰ ਇੱਕ ਅਸੀਂ ਜਿਹੜਾ ਹੈਗਾ ਸੋਲਿਡ ਵੇਸਟ ਮੈਨੇਜਮੈਂਟ ਦਾ ਮੇਨ ਕੰਮ ਕੀਤਾ, ਜਿਹਦੇ ਵਿੱਚ ਜਿਵੇਂ ਸ਼ਹਿਰਾਂ ਵਿੱਚੋਂ ਘਰ ਚੋਂ ਕੂੜਾ ਲੈ ਕੇ ਜਾਂਦੇ ਆ, ਉਸੇ ਤਰ੍ਹਾਂ ਹੁਣ ਸਾਡੇ ਪਿੰਡ ਵਿੱਚ ਇੱਕ ਸਫਾਈ ਸੇਵਕ ਰੱਖਿਆ ਹੋਇਆ ਜਿਨ੍ਹਾਂ ਦੀ ਮੁੱਖ ਭੂਮਿਕਾ ਹੈਗੀ ਆ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਆਉਣ ਦੀ। ਅਸੀਂ ਕਹਿੰਦੇ ਹਾਂ ਕਿ ਉਹ ਬੈਕਬੋਨ ਹੈ ਸਫਾਈ ਸੇਵਕ ਜਿਹੜੇ ਸਾਡੇ, ਤੇ ਉਹਨਾਂ ਨੇ ਜਿਹੜਾ ਹੈਗਾ ਸਾਡਾ ਇਹ ਪ੍ਰੋਜੈਕਟ ਸਫਲ ਕੀਤਾ। ਹੁਣ ਸਾਡੇ ਪਿੰਡ ਦੇ ਵਿੱਚ ਘਰਾਂ ਚੋਂ ਕੂੜਾ ਇਕੱਠਾ ਹੁੰਦਾ ਔਰ ਉਹ ਪਿਟਸ ਦੇ ਵਿੱਚ ਲੈ ਕੇ ਜਾਂਦੇ ਆ। ਇਹ ਸਫਾਈ ਸੇਵਕ ਮਨਰੇਗਾ ਤੋਂ ਅਲੱਗਾ ਨੇ ਜਾਂ ਮਨਰੇਗਾ ਦੇ ਵਿੱਚ ਵੀ ਐਡਜਸਟਮੈਂਟ ਹੋ ਜਾਂਦੀ ਕਲੀਨਿੰਗ ਦੀ ਪਿੰਡ ਦੀ, ਜਿਵੇਂ ਆਪਾਂ ਪ੍ਰੋਪਰ ਤਰੀਕੇ ਨਾਲ ਡਿਸਪਲਿਨ ਤਰੀਕੇ ਨਾਲ ਕੰਮ ਕਰਨਾ ਚਾਹੀਏ? ਸਰ ਇਹ ਮਨਰੇਗਾ ਤੋਂ ਅਲੱਗ ਹੈਗਾ, ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਕਿ ਮਨਰੇਗਾ ਦੇ ਵਿੱਚ ਕਲੀਨਿੰਗ ਨਹੀਂ ਹੈਗੀ। ਤੇ ਇਹ ਅਸੀਂ ਮਤਲਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਇਹ ਬੇਨਤੀ ਵੀ ਕੀਤੀ ਸੀ, ਕਿਉਂਕਿ ਜਿਹੜੇ ਪਿੰਡਾਂ ਕੋਲੇ ਆਪਦੇ ਸਾਧਨ ਨਹੀਂ ਹੈਗੇ ਜਾਂ ਜਿਨ੍ਹਾਂ ਕੋਲੇ ਪੰਚਾਇਤੀ ਫੰਡ ਨਹੀਂ ਹੈਗੇ, ਉਹ ਪੇ ਨਹੀਂ ਕਰ ਸਕਦੇ, ਤਾਂ ਐਟਲੀਸਟ ਉਹਨਾਂ ਦੀ ਹੈਲਪ ਹੋਵੇ ਤਾਂ ਕਿ ਉਹ ਮਨਰੇਗਾ 'ਚ ਐਡਜਸਟ ਕਰ ਸਕਣ। ਪਰ ਹਾਲੇ ਤੱਕ ਇਸ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਸਰ। ਠੀਕ ਹੈ। ਇੱਕ ਸਵਾਲ ਮੈਂ ਪੁੱਛਣਾ ਕਿ ਤੁਸੀਂ ਸਰਕਾਰੀ ਸਕੀਮਾਂ ਦੀ ਇਨਫੋਰਮੇਸ਼ਨ ਕਿੱਥੋਂ ਲੈਂਦੇ ਹੋ? ਤੁਹਾਨੂੰ ਆਉਂਦੀ ਹੈ ਸਰਕਾਰ ਵੱਲੋਂ ਜਾਂ ਤੁਸੀਂ ਗੂਗਲ ਕਰਕੇ ਉਸ ਤੋਂ ਲੈਂਦੇ ਹੋ? ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਰਕਾਰੀ ਕਿਹੜੀ ਸਕੀਮ? ਹਾਂਜੀ ਹਾਂਜੀ ਸਰ ਮੈਂ ਗੂਗਲ ਵੀ ਕਰ ਲੈਂਦੀ ਹਾਂ। ਦੂਸਰੀ ਚੀਜ਼, ਜੇ ਕੋਈ ਸਕੀਮ ਆਉਂਦੀ ਹੈ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਸਾਰੇ ਡਿਪਾਰਟਮੈਂਟਸ ਨੂੰ ਇੱਥੇ ਆਪਣੀ ਗ੍ਰਾਮ ਸਭਾ ਮੀਟਿੰਗ ਵਿੱਚ ਬੁਲਾਉਂਦੇ ਆ, ਕਿਉਂਕਿ ਹੋ ਸਕਦਾ ਮੈਨੂੰ ਵੀ ਉਹਨਾਂ ਚੀਜ਼ਾਂ ਦਾ ਨਾਮ ਪਤਾ ਹੋਵੇ। ਜਦੋਂ ਉਸ ਡਿਪਾਰਟਮੈਂਟ ਦਾ ਨੁਮਾਇੰਦਾ ਪਿੰਡ ਵਿੱਚ ਆ ਕੇ ਦੱਸੂਗਾ ਕਿ ਸਾਡੇ ਹੁਣ ਆਹ ਚੀਜ਼ ਚੱਲ ਰਹੀ ਆ, ਇਹ ਅਪਡੇਸ਼ਨ ਹੈ ਸਾਡੀ ਇਸ ਸਕੀਮ ਦੀ, ਤਾਂ ਉਹ ਜਾਣਕਾਰੀ ਮੈਨੂੰ ਵੀ ਮਿਲਦੀ ਆ, ਪਿੰਡ ਦੇ ਲੋਕਾਂ ਨੂੰ ਵੀ ਮਿਲਦੀ ਆ। ਤੇ ਅਸੀਂ ਨੈਟ ਤੋਂ ਵੀ ਦੇਖ ਲੈਂਦੇ ਹਾਂ ਔਰ ਇਸ ਤਰ੍ਹਾਂ ਡਿਪਾਰਟਮੈਂਟ ਵਾਲੇ ਖੁਦ ਆ ਕੇ ਵੀ ਜਿਹੜੀ ਜਾਣਕਾਰੀ ਦਿੰਦੇ। ਬਾਕੀ ਤੁਹਾਡੇ ਜਿਵੇਂ ਕੰਮ ਕੀਤੇ ਪਿੰਡ ਚ ਸਾਨੂੰ ਲੱਗਦਾ ਵੀ ਪ੍ਰਾਇੋਰਟੀ ਐਜੂਕੇਸ਼ਨ ਦੀ, ਲਾਇਬ੍ਰੇਰੀ ਸਕੂਲ ਵਾਸਤੇ ਤੁਸੀਂ ਪਹਿਲ ਰੱਖੀ ਐਜੂਕੇਸ਼ਨ ਨੂੰ,
ਉਹ ਇਸ ਤੋਂ ਇਲਾਵਾ ਜਿਹੜਾ ਵੇਸਟ ਮੈਨੇਜਮੈਂਟ ਦਾ ਕੰਮ ਸੀ ਜਾਂ ਛੱਤਾਂ ਦਾ ਪਾਣੀ ਜਿਹੜਾ ਤੁਸੀਂ ਕੀਤਾ ਹੈਗਾ, ਇਹ ਫਿਰ ਸਰਕਾਰੀ ਖਰਚੇ 'ਚ ਕੀਤਾ ਮੈਨੇਜ ਜਾਂ ਕਿਸੇ ਸਕੀਮ ਤਹਿਤ? ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ, ਵੀ ਦੂਜੇ ਪਿੰਡ ਵੀ ਲਾਹਾ ਲੈ ਸਕਣ, ਵੀ ਉਹ ਕਿਵੇਂ ਕੀਤਾ ਜਾ ਸਕਦਾ? ਸਰ ਇਹ ਸਵੱਛ ਭਾਰਤ ਮਿਸ਼ਨ ਕੇਂਦਰ ਸਰਕਾਰ ਦੀ ਸਕੀਮ ਹੈਗੀ। ਉਸ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਔਰ ਲਿਕੁਇਡ ਵੇਸਟ ਮੈਨੇਜਮੈਂਟ ਦੇ ਉੱਪਰ ਹੀ ਕੰਮ ਹੈ ਜਿਹੜਾ ਮੇਨ ਹੋ ਰਿਹਾ, ਕਿਉਂਕਿ ਇਦੋਂ ਪਹਿਲਾਂ ਕੀ ਸਾਡਾ ਪੂਰਾ ਪੰਜਾਬ ODF ਹੋ ਚੁੱਕਿਆ ਹੈਗਾ, ਹੁਣ ODF ਪਲੱਸ ਵੱਲ ਲੈ ਕੇ ਜਾ ਰਹੇ ਹੈਗੇ। ਤਾਂ ਉਹਦੇ ਵਿੱਚ ਇਹਨਾਂ ਦੋ ਚੀਜ਼ਾਂ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਇਨਕਲੂਡ ਕੀਤਾ ਜਾ ਰਿਹਾ, ਔਰ ਇਸ ਸਕੀਮ ਦੇ ਤਹਿਤ ਹਰੇਕ ਪਿੰਡ ਜਿਹੜਾ ਆਪਣੇ ਪਿੰਡ ਦੇ ਵਿੱਚ ਪੰਚਾਇਤ ਆਪਣੇ ਪਿੰਡ ਦੇ ਵਿੱਚ ਪ੍ਰੋਜੈਕਟ ਕਰ ਸਕਦੀ ਹੈ ਜੀ। ਠੀਕ ਹੈ, ਤੇ ਜਿਹੜਾ ਉਹ ਰੇਨ ਵਾਟਰ ਵਾਲਾ ਪ੍ਰੋਜੈਕਟ ਹੈਗਾ, ਉਹ ਫਿਰ ਕਿਸ ਤਰ੍ਹਾਂ, ਕਿੰਨਾ ਕੁ ਖਰਚਾ ਆਉਂਦਾ ਇੱਕ ਘਰ ਤੇ ਤੁਸੀਂ ਕਵਰ ਕੀਤਾ 65% ਘਰਾਂ ਨੂੰ, ਤਾਂ ਉਹ ਕਿਸ ਤਰ੍ਹਾਂ ਹੋ ਸਕਦਾ ਹੈਗਾ ਪੋਸੀਬਲ, ਵੀ ਉਹ ਸਕੀਮ ਹੈ ਜਾਂ ਆਪਣੇ ਖਰਚੇ ਤੇ ਕੀਤਾ? ਸੋ ਇਸੇ ਦੇ ਸਵੱਛ ਭਾਰਤ ਮਿਸ਼ਨ ਦੇ ਵਿੱਚ ਹੀ ਹੈ, ਲਿਕੁਇਡ ਵੇਸਟ ਮੈਨੇਜਮੈਂਟ ਵੀ ਔਰ ਸੋਲਿਡ ਵੇਸਟ ਮੈਨੇਜਮੈਂਟ ਵੀ, ਦੋਨੋਂ ਹੀ। ਲਿਕੁਇਡ ਵੇਸਟ ਮੈਨੇਜਮੈਂਟ ਦੇ ਵਿੱਚ ਅੱਗੇ ਆਂਦਾ ਮੀਂਹ ਵਾਲਾ ਪਾਣੀ ਤੇ ਗ੍ਰੇ ਵਾਟਰ, ਤੇ ਉਹ 18,000 ਰੁਪਇਆ ਜਿਹੜਾ ਹੈਗਾ ਇੱਕ ਸੋਕੇਜ ਪਿੱਟ ਤੇ ਆਉਂਦਾ। ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿਵੇਂ ਤੁਸੀਂ ਮਨਰੇਗਾ, ਪੰਚਾਇਤੀ ਫੰਡ ਔਰ ਹੋਰ ਕੋਈ ਜਿਵੇਂ ਆਪਣੇ ਆਉਂਦੇ ਹੈਗੇ ਫਾਈਨੈਂਸ ਕਮਿਸ਼ਨ ਦੇ, ਉਹਨਾਂ ਨੂੰ ਮਰਜ ਕਰਕੇ ਤੁਸੀਂ ਕਰ ਸਕਦੇ ਹੋ ਆਪਣੇ ਪਿੰਡ ਦੇ ਵਿੱਚ। ਤੇ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਲੇਬਰ ਵਧੀਆ ਮਿਲਦੀ ਹੈ, ਮਿਸਤਰੀ ਮਿਲਦਾ ਹੈਗਾ, ਤਾਂ ਤੁਸੀਂ ਇਸ ਤਰ੍ਹਾਂ ਪਹਿਲਾਂ ਮਨਰੇਗਾ ਵਿੱਚੋਂ ਵੀ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਮਰਜ ਕਰਕੇ ਵੀ ਕਰ ਸਕਦੇ ਹੋ ਅਲੱਗ-ਅਲੱਗ ਫੰਡਸ ਨੂੰ। ਠੀਕ ਹੈ, ਤੇ ਜਿਹੜਾ ਹੁਣ ਜਿਵੇਂ ਤੁਸੀਂ ਆਪਣੇ ਲੈਵਲ ਤੇ ਕਰ ਰਹੇ ਹੋ, ਤਾਂ ਇੱਕ ਪਿੰਡ ਦੇ ਵਿਕਾਸ ਕਰਨ ਲਈ ਸਰਕਾਰ ਤੋਂ ਕੋਈ ਮੰਗ ਜਾਂ ਸੁਝਾਅ ਤੁਹਾਡਾ ਤਜਰਬੇ ਮੁਤਾਬਕ ਦੇਣਾ ਚਾਹੋਗੇ, ਵੀ ਜਿਹੜੀ ਚੀਜ਼ ਨਹੀਂ ਵੇਟੇਜ ਦਿੱਤੀ ਜਾ ਰਹੀ ਜਾਂ ਜਿਹਦੇ ਤੇ ਆਪਾਂ ਨੂੰ ਲੱਗਦਾ ਵੀ ਇੱਕ ਪਿੰਡ ਦੇ ਆਰਥਿਕ ਜਿਹੜੇ ਹੈਗੇ ਸਾਧਨ ਘੱਟ ਹੋਣ ਕਰਕੇ ਆਮਦਨ ਤੇ ਜਿਹਦੇ 'ਚ ਦਿੱਕਤ ਆਉਂਦੀ ਹੈ ਵੀ ਉਹਨੂੰ ਉਹ ਕੰਮ ਕਰਨ ਦੇ ਲਈ? ਹਾਂਜੀ ਸਰ, ਪਹਿਲਾਂ ਤਾਂ ਮੈਂ ਜਿਵੇਂ ਹੁਣ ਤੱਕ ਧਿਆਨ ਨਹੀਂ ਦਿੱਤਾ, ਬਟ ਇਸ ਸਰਕਾਰ ਵੱਲੋਂ ਦਿੱਤਾ ਜਾ ਰਿਹਾ, ਸੋ ਬਹੁਤ ਵਧੀਆ ਗੱਲ ਹੈ। ਤੇ ਮੈਨੂੰ ਲੱਗਦਾ ਇਸ ਨੂੰ ਹੋਰ ਅੱਗੇ ਲੈਵਲ ਤੱਕ ਲੈ ਕੇ ਜਾਣਾ ਚਾਹੀਦਾ, ਗ੍ਰਾਮ ਸਭਾ ਮੀਟਿੰਗਸ ਨੂੰ, ਤਾਂ ਕਿ ਵਧੀਆ ਤਰੀਕੇ ਨਾਲ ਪਿੰਡ ਵਿੱਚ ਹੋਣ। ਔਰ ਦੂਸਰੀ ਚੀਜ਼ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਫੰਡਸ ਵਗੈਰਾ ਹੁੰਦੇ ਆ ਐਲੋਕੇਟ ਕੀਤੇ ਜਾਂਦੇ ਆ, ਇੱਕ ਤਾਂ ਪੋਪੂਲੇਸ਼ਨ ਬੇਸ ਕੀਤੇ ਜਾਂਦੇ ਆ, ਦੂਸਰਾ ਜਿੰਨਾ ਮਤਲਬ ਨਾ ਜਿਹੜੇ ਸਾਡੇ ਵਰਗੇ ਪੰਚਾਇਤਾਂ ਸਾਨੂੰ ਫੰਡਸ ਦੀ ਨਹੀਂ ਮਿਲਦੇ ਹੈਗੇ, ਕਿਉਂਕਿ ਨਾ ਤਾਂ ਸਾਡੇ ਕੋਲੇ ਪੰਚਾਇਤੀ ਫੰਡ ਹੈ, ਦੂਸਰਾ ਪੋਪੂਲੇਸ਼ਨ ਬੇਸ ਹੋਣ ਕਰਕੇ ਉਹ ਵੀ ਸਾਨੂੰ ਫੰਡ ਘੱਟ ਮਿਲਦੇ ਆ। ਤੇ ਜੋ ਅਸੀਂ ਪਲੈਨਿੰਗ ਕੀਤੀ ਹੁੰਦੀ ਆ ਉਹ ਅਸੀਂ ਪ੍ਰੋਪਰ ਜਿਹੜੇ ਮਤਲਬ ਨਹੀਂ ਕਰ ਪਾਉਂਦੇ ਆਪਣੇ ਪਿੰਡ ਦੇ ਵਿੱਚ। ਤਾਂ ਮੇਰੀ ਇਹੀ ਬੇਨਤੀ ਹੈ ਕਿ ਸਾਡੇ ਵਰਗੇ ਛੋਟੇ ਪਿੰਡਾਂ ਲਈ ਜੋ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਔਰ ਵਧੀਆ ਵਿਕਾਸ ਕਰਨਾ ਚਾਹੁੰਦੇ, ਉਹਨਾਂ ਲਈ ਅਲੱਗ ਤੋਂ ਕੋਈ ਫੰਡ ਵਗੈਰਾ ਅਰੇਂਜ ਕੀਤੇ ਜਾਣ। ਇਹਦਾ ਮਤਲਬ ਜਿਹੜਾ ਕੰਮ ਕਰਨ ਵਾਲੇ ਹੈ ਉਹਦੇ ਲਈ ਪਾਪੂਲੇਸ਼ਨ ਦੀ ਨਾ ਹੱਦਬੰਦੀ ਹੋਵੇ, ਉਹਨਾਂ ਨੂੰ ਕੰਮ ਕਰਨ ਲਈ ਫੰਡਾਂ ਦੀ ਰੁਕਾਵਟ ਦੂਰ ਕਰਨੀ ਚਾਹੀਦੀ ਹੈ। ਜਿਹੜੇ ਨਹੀਂ ਕਰ ਰਹੇਗੇ ਉਹਨਾਂ ਦਾ ਫੰਡ ਫਿਰ ਕਨਵਰਟ ਕਰ ਦੇਣਾ ਚਾਹੀਦਾ ਉੱਥੇ ਜਿੱਥੇ ਕੰਮ ਹੋ ਰਿਹਾ ਹੈਗਾ। ਤਾਂ ਦੂਸਰਾ ਜਿਹੜਾ ਹੈਗਾ ਹੁਣ ਜੀ ਹਾਂ, ਸਮਾਂ ਮਿੱਤਰ ਬਹੁਤ ਹੋ ਗਿਆ ਆਪਣਾ। ਮੈਂ ਇੱਕ ਮਿੰਟ ਪ੍ਰਿਤਪਾਲ ਜੀ ਤੋਂ ਪੁੱਛਣਾ ਚਾਹੁੰਦਾ, ਪ੍ਰਿਤਪਾਲ ਜੀ ਤੁਸੀਂ ਕੁਝ ਆਪਣਾ ਕੁਝ ਕੁਐਸਚਨ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ? ਥੈਂਕ ਯੂ ਰਮਨ। ਬਸ ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ, ਆਪਾਂ ਸਾਰਿਆਂ ਨੂੰ ਹੀ ਕਿ ਅੱਜ ਲਾਂਚ ਹੋ ਗਈ ਤੇ ਕਾਫੀ ਆਪਣਾ ਚੀਜ਼ਾਂ ਦੀ ਮਤਲਬ ਬਿਗਨਿੰਗ ਹੋ ਗਈ, ਇਹ ਸਾਰੀ ਜਿਹੜੀ ਸੀ ਕੰਮ ਕਰਦਾ ਵਕਤ ਆ ਗਿਆ। ਅੱਛਾ, ਜਿਹੜਾ ਆਪਣਾ ਸ਼ਹਿਨਦੀਪ ਨੇ ਸਾਨੂੰ ਸਾਰਾ ਕੁਝ ਚਾਨਣ ਕਰਾਇਆ, ਇਹਦੇ ਵਿੱਚ ਸਿਰਫ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਕਿ ਵੀ ਜਿਹੜੀ ਇਹਦੀ ਜਿਹੜੀ ਸਟਾਰਟਅਪ ਹੈ, ਇਹ ਜਿਹੜੀ ਸਾਰੀ ਚੀਜ਼ ਦੀ ਮੂਵਮੈਂਟ ਦਾ 10 ਸਾਲ ਤੋਂ ਜਿਹੜੀ ਸਟਾਰਟ ਹੋਈ ਹੈ, ਇਹ ਐਕਚੁਅਲੀ ਕਿੱਥੋਂ ਹੋਈ ਹੈ? ਇਹਦੀ ਬੈਕਗਰਾਉਂਡ ਦੇ ਵਿੱਚ ਹੈਗਾ फाइट अगेंस्ट करप्शन, उतों बिगनिंग हुई है टू अंडरस्टैंड कि जी करप्शन है ये जड़ वो अंडरस्टैंड करदे असी फिर ये ग्राम सभा ते पुजी। ये फिर भी एक्ट बनया कितना, ये एक्ट तां बनया कि जो उसले राजीव गांधी ने पार्लीमेंट दे विच बयान दिता कि अगर असी 1 रुपया इत्थों भेजते हैं तो थले 15 पैसे पुजते हैं। So that was a signal to make Panchayat Act, ठीक है। So basically ਇਹਦਾ ਕਰਪਸ਼ਨ ਦਾ ਜਿਹੜਾ ਐਂਗਲ ਆ ਉਸ ਨੂੰ ਮਾਈਂਡ ਦੇ ਵਿੱਚ ਰੱਖਣ ਦੀ ਲੋੜ ਹੈ, ਠੀਕ ਹੈ। ਦੂਸਰਾ, ਯੂ ਯੋਰਸੈਲਫ ਹੈਵ ਸੈਡ ਕਿ ਬਈ
ਨੌਲੇਜ ਹੈ ਨਹੀਂ ਗਾ ਗਰਾਊਂਡ ਲੈਵਲ ਦੇ ਉੱਤੇ, ਲੇਕਿਨ ਗਵਰਨਮੈਂਟ ਦੇ ਕੋਲ ਸਕੀਮਾਂ ਬਹੁਤ ਨੇ। ਠੀਕ ਹੈ, ਗਵਰਨਮੈਂਟ ਜਿਹੜੀਆਂ ਉਹਨਾਂ ਦੀਆਂ ਸਕੀਮਾਂ ਦਾ ਗਰਾਊਂਡ ਲੈਵਲ ਦੇ ਉੱਤੇ ਰੀਚ ਹੈ ਨਹੀਂ। ਠੀਕ ਹੈ, ਹੁਣ ਉਹਦੇ ਵਿੱਚ ਮੈਨੂੰ ਇਹ ਰਿਕੁਐਸਟ ਹੈ ਤੈਨੂੰ ਕਿ ਵੀ ਇਹਦੇ ਤੇ ਜਿਹੜੀਆਂ ਦੋ ਤਿੰਨ ਚੀਜ਼ਾਂ ਕਹੀਆਂ, ਇੱਕ ਤਾਂ ਉਹ ਜਿਹੜਾ ਲਿਕੁਇਡ ਵੇਸਟ ਮੈਨੇਜਮੈਂਟ, ਤੇ ਦੂਸਰਾ ਜਿਹਦੇ ਵਿੱਚ ਵੀ ਸੈਂਟਰ ਸਕੀਮਾਂ ਨੇ, ਇੱਕ ਤਾਂ ਉਹਦੇ ਬਾਰੇ ਛੋਟਾ ਜਿਹਾ ਇਫ ਯੂ ਕੈਨ ਮੇਕ ਏ ਰਾਈਟ ਅਪ। ਦੂਸਰਾ ਜਿਹੜੀ ਗੱਲ ਹੁਣ ਕਹੀ ਹੈ ਲਾਸਟ ਦੇ ਵਿੱਚ ਕਿ ਵੀ ਪਾਪੂਲੇਸ਼ਨ ਬੇਸ ਜਿਹੜੀ ਹੈ ਐਲੋਕੇਸ਼ਨ ਫੰਡਸ ਦੀ ਨਹੀਂ ਹੈ। ਠੀਕ ਹੈ, ਸੈਕੰਡਲੀ ਕਿ ਜਿਹੜੀ ਐਲੋਕੇਸ਼ਨ ਆਫ ਫੰਡਸ ਆ ਉਹਨੂੰ ਉਸ ਪਿੰਡ ਦੀ ਡਿਵੈਲਪਮੈਂਟ ਦੇ ਨਾਲ ਕੋਈ ਐਸਾ ਸਿਸਟਮ ਨਹੀਂ ਜਿਹਦੇ ਨਾਲ ਲਿੰਕ ਕੀਤਾ ਜਾਵੇ। ਠੀਕ ਹੈ, ਕਿਉਂਕਿ ਹਰ ਪਿੰਡ ਦੀ ਨੀਡ ਅਲੱਗ ਹੁੰਦੀ ਹੈ। ਇਹਦੀ ਅਗਰ ਆਪਾਂ ਨੂੰ ਇੱਕ ਚਿੱਠੀ ਡਰਾਫਟ ਕਰ ਦੇं, ਉਹ ਜਿਹੜੀ ਚਿੱਠੀ ਹੈ ਦੈਨ ਵੀ ਵਿਲ ਸੈਂਡ ਇਟ ਟੂ ਦੀ ਚੀਫ ਸੈਕਟਰੀ ਪੰਜਾਬ, ਕਿਉਂਕਿ ਜਿਹੜੀ ਚੀਜ਼ ਵੀ ਜਿਹੜੇ ਵੀ ਆਈਡੀਆ ਆਉਣਗੇ ਉਸ ਨੂੰ ਅਸੀਂ ਸੈਂਟਰ ਦੇ ਪੰਜਾਬ ਲੈਵਲ ਦੇ ਉੱਤੇ ਜਿਹੜਾ ਸਾਰੇ ਰਿਟਾਇਰਡ ਆਈਏਐਸ ਤੇ ਆਈਪੀਐਸ ਦਾ ਗਰੁੱਪ ਬਣਿਆ ਹੋਇਆ, ਰਮਨ ਜੀ ਵੀ ਉਹਦੇ ਮੈਂਬਰ ਨੇ, ਵੈਲ ਵਿਸ਼ਰ ਪੰਜਾਬ ਤੇ ਮੈਂ ਪੰਜਾਬੀ, ਉਹਦੇ ਰਾਹੀਂ ਅਸੀਂ ਜਿਹੜੀ ਪਿੰਡ ਦੀ ਡਾਇਰੈਕਟ ਨੀਡ ਆ ਉਸ ਨੂੰ ਅਸੀਂ ਉੱਤੇ ਕਨਵੇ ਕਰਾਂਗੇ, ਅਸਿਸਟ ਕਰਾਂਗੇ, ਫੈਸਿਲਿਟੇਟ ਕਰਾਂਗੇ, ਤਾਂ ਕਿ ਹੁਣ ਸਾਨੂੰ ਲਿੰਕ ਮਿਲ ਗਿਆ ਕਿ ਯੂ ਆਰ ਐਕਚੁਅਲੀ ਵਰਕਿੰਗ ਐਟ ਗਰਾਊਂਡ ਲੈਵਲ। ਠੀਕ ਹੈ, ਔਰ ਯੰਗ ਹੋ, ਇੱਕ ਤੇ ਯੰਗਸਟਰ ਦੇ ਨਾਲ ਯੂ ਕੈਨ ਗੈਟ ਕਨੈਕਟਡ। ਠੀਕ ਹੈ, ਉਹ ਇੱਕ ਸਾਨੂੰ ਬੜਾ ਵਧੀਆ ਇੱਕ ਸਟਾਂਗ ਜਿਹੜਾ ਮਿਲ ਗਿਆ, ਜਿਹੜੇ ਕਿ ਵੀ ਆਰ ਵੈਰੀ ਆਨਰਡ ਟੂ ਹੈਵ ਯੂ। ਠੀਕ ਹੈ, ਐਂਡ ਵਰਕਿੰਗ ਹਾਰਡ ਬਿਕਾਜ਼ ਯੂ ਵਿਲ ਬੀ ਅ ਮਾਡਲ ਫਾਰ ਯੂਥ ਜਿਹੜੇ ਅਸੀਂ ਕਨੈਕਟ ਕਰ ਰਹੇ ਹਾਂ। ਔਰ ਉਸ ਗਰੁੱਪ ਦੇ ਵਿੱਚ ਵੀ ਰਮਨ ਨੋਜ਼ there are very strong women stalwarts, day and night they are working for development of Punjab। ਜਿਸ ਵੇਲੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਤੇ look at the how much they will feel motivated ਕਿ ਵੀ ਹੁਣ ਉਹਨਾਂ ਦਾ ਲਿੰਕ, ਅਦਰਵਾਈਜ਼ ਉਹ ਟਰਾਈ ਕਰ ਰਹੇ ਸੀ ਵੀ ਸਾਡਾ ਪਿੰਡ 'ਚ ਲਿੰਕ ਨਹੀਂ ਬਣ ਰਿਹਾ, ਕਿਵੇਂ ਕਰੀਏ। ਠੀਕ ਹੈ, ਸੋ ਦਿਸ ਇਜ਼ ਵੈਰੀ ਨਾਈਸ। ਤੇ ਇੱਕ ਪੁਆਇੰਟ ਇਟ ਵਾਸ ਮੋਰ, ਹਾਂ ਇੱਕ ਲਾਸਟ ਦੇ ਵਿੱਚ ਪੁਆਇੰਟ ਕਹਿਣਾ ਹੈ ਕਿ irrespective of anything, Panchayat is answerable to Gram Sabha. Gram Sabha is supreme. ठीक है, Panchayat can be changed, Gram Sabha can never be changed. ठीक है, so that means ਜਿਹੜਾ ਵੋਟਰ ਹੈ ਉਹ ਜਿਸ ਦਿਨ ਵੋਟਰ ਇੰਪਾਵਰ ਹੋ ਗਿਆ ਸਮਝੋ ਕਿ ਪਿੰਡ ਦੀ ਡਿਵੈਲਪਮੈਂਟ ਹੋ ਗਈ। ਸੋ we are very fortunate to have you, and also the hard work of Raman and team to reach to this level of Mission Gram Sabha website. Second step ਜਿਹੜਾ ਹੈਗਾ ਕਿ at national level Mission Gram Sabha ਬੜੀ ਤੇਜ਼ੀ ਨਾਲ ਪ੍ਰੋਸੀਡ ਕਰ ਰਹੀ ਹੈ। ਇੱਕ ਸਾਲ ਆਲਮੋਸਟ ਜੂਨ ਲਾਸਟ ਈਅਰ ਤੋਂ ਗੁਜਰਾਤ ਦੇ ਵਿੱਚ ਐਵਰੀ ਵੀਕ ਗ੍ਰਾਮ ਸਭਾ ਦੇ ਉੱਤੇ ਵੈਬਿਨਾਰ ਚੱਲ ਰਹੇ ਨੇ। ਉਹ ਜਿਹੜੀ ਵੈਬਿਨਾਰ ਦੀ ਪ੍ਰੋਗਰੈਸ ਹੈ ਉਹ ਪੰਜਾਬ ਦੇ ਵਿੱਚ ਸਟਾਰਟ ਕਰਾਂਗੇ। ਹੁਣ ਸਾਨੂੰ ਆਈ ਗੈਟ ਅ ਰੇ ਆਫ ਹੋਪ ਕਿ ਰਮਨ ਜੀ ਨਾਓ ਵੀ ਕੈਨ ਡੂ ਦੈਟ। ਅਦਰਵਾਈਜ਼ ਪੰਜਾਬ ਦੇ ਵਿੱਚ ਸਾਨੂੰ ਬੇਸ ਨਹੀਂ ਸੀ ਮਿਲ ਰਿਹਾ ਕਿ ਇੱਥੇ ਵੈਬਿਨਾਰ ਕਿਵੇਂ ਚਾਲੂ ਕੀਏ, ਕਿਵੇਂ ਲੋਕਾਂ ਨੂੰ ਉਹਦੇ ਵਿੱਚ ਇਨਵੋਲਵ ਕਰੀਏ। ਗੁਜਰਾਤ ਦੇ ਵਿੱਚ ਇੰਨੇ ਸਰਪੰਚ ਤੇ ਸਰਪੰਚਨੀਆਂ ਤੇ ਪਿੰਡਾਂ ਦੇ ਲੋਕ ਜੁੜਦੇ ਨੇ ਪਰ ਉਹ ਗੁਜਰਾਤੀ 'ਚ ਗੱਲ ਕਰਦੇ, ਅਸੀਂ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ। ਸੋ ਮੇਰਾ ਖਿਆਲ ਇੰਨਾ ਹੀ ਸ਼ਬਦਾਂ ਨਾਲ ਟਾਈਮ ਬਹੁਤ ਹੋ ਗਿਆ। ਹਾਂਜੀ, ਥੈਂਕ ਯੂ ਅੰਕਲ। ਹੁਣ ਮੈਂ 2 ਮਿੰਟ ਆਪਣੇ ਰਘਵੀਰ ਸਿੰਘ ਜੀ ਖਹਿਰਾ ਜਿਹੜੇ ਆਪਣੇ ਤੀਸਰੀ ਸਰਕਾਰ ਨਾਲ ਸੰਬੰਧਿਤ ਉਪਰਾਲੇ ਕਰਦੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਬਹੁਤ ਸੰਖੇਪ ਵਿੱਚ ਗੱਲ ਕਰਨੀ ਹੈ, ਫਿਰ ਅਸੀਂ ਬਹੁਤ ਕਲੋਜ਼ਿੰਗ ਦੇ ਨੇੜੇ ਹਾਂ। ਫਿਰ ਲਾਸਟ ਤੇ ਆਪਾਂ ਜਿਹੜਾ ਹੈਗਾ ਸ਼ੈਸ਼ਨਦੀਪ ਜੀ ਨੂੰ ਇੱਕ ਲਾਸਟ ਮੈਸੇਜ ਵਾਸਤੇ ਰਿਕੁਐਸਟ ਕਰਾਂਗੇ ਵੀ ਪੰਜਾਬ ਦੇ ਲੋਕਾਂ ਵਾਸਤੇ ਤੇ ਸਾਡੀ ਟੀਮ ਵਾਸਤੇ ਕੀ ਉਹ ਸੋਚਦੇ ਨੇ, ਫਿਰ ਕਲੋਜ਼ ਕਰਾਂਗੇ। ਹਾਂਜੀ ਰਘਵੀਰ ਸਿੰਘ ਜੀ। ਰਘਵੀਰ ਸਿੰਘ ਤੁਸੀਂ ਮਿਊਟ ਤੇ ਹੈਗੇ। ਰਘਵੀਰ ਜੀ ਤੁਸੀਂ ਮਿਊਟ ਆਪਣਾ ਦਬਿਆ ਹੋਇਆ। ਮਿਊਟ ਖੋਲ ਤੇ ਤੁਸੀਂ ਖੋਲ ਦੇ ਰਮਨ।
ਨਹੀਂ ਮੈਂ ਤਾਂ ਇਹਨਾਂ ਨੂੰ ਦਿੱਤਾ ਹੋਇਆ ਇਹਨਾਂ ਨੂੰ ਮੀਟਿੰਗ ਹੋਸਟ ਬਣਾਇਆ। ਹਾਂ, ਉਹ ਅਭੀ ਉਹ ਆਪਣਾ ਦੱਬਣਗੇ ਤਾਂ ਨਾ। ਹੈਲੋ ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹਾਂਜੀ, ਹੈ ਤੁਹਾਡੀ, ਹਾਂਜੀ। ਠੀਕ ਹੈ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ। ਸਤਿ ਸ੍ਰੀ ਅਕਾਲ। ਹਾਂ ਸਤਿ ਸ੍ਰੀ ਅਕਾਲ ਸਰ, ਆਵਾਜ਼ ਆ ਰਹੀ ਮੇਰੀ ਜੀ? ਹਾਂਜੀ ਆ ਰਹੀ ਹਾਂਜੀ ਹੈ। ਆ ਰਹੀ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪਰਮਜੀਤ ਦੀ ਜਿਹੜੀ ਕੋਸ਼ਿਸ਼ ਹੈ ਪਿਛਲੇ 10 ਸਾਲ ਤੋਂ, ਉਹਨੂੰ ਅੱਜ ਬੂਰ ਪਿਆ ਹੈ, ਔਰ ਉਸ ਲਈ ਮੈਂ ਸਾਰੇ ਪੰਜਾਬ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਸਾਨੂੰ ਇਹ ਪਲੇਟਫਾਰਮ ਮਿਲ ਗਿਆ। ਤੇ ਹੁਣੇ ਹੀ ਸਰ ਜੀ ਨੇ ਕਿਹਾ ਸੀ ਕਿ ਨੈਸ਼ਨਲ ਲੈਵਲ ਤੇ ਮੇਰੀ ਪੋਸਟਿੰਗ, ਮੈਂ ਬੇਸਿਕਲੀ ਯੂਥ ਕੋਆਰਡੀਨੇਟਰ ਰਿਟਾਇਰ ਹੋਣਾ ਮੇਰੀ ਵਾਕ ਕੇਂਦਰ ਦਾ। ਮੇਰੀ ਫਸਟ ਪੋਸਟਿੰਗ ਇਲਾਹਾਬਾਦ ਦੀ ਸੀ। ਇਲਾਹਾਬਾਦ ਦੇ ਸਾਡੇ ਇੱਕ ਡਾਇਰੈਕਟਰ ਸੀ ਚੰਦਰ ਸ਼ੇਖਰ ਪ੍ਰਾਨ, ਉਹ ਇਸ ਨੂੰ ਨੈਸ਼ਨਲ ਲੈਵਲ ਤੇ ਤੀਸਰੀ ਸਰਕਾਰ ਦੇ ਨਾਂ ਨਾਲ ਗ੍ਰਾਮ ਸਭਾ ਨੂੰ ਚਲਾ ਰਹੇ ਨੇ, ਔਰ ਬਹੁਤ ਕਮ ਸੇ ਕਮ ਤਕਰੀਬਨ 10 ਤੋਂ ਲੈ ਕੇ 12 ਸਟੇਟਾਂ ਦੇ ਵਿੱਚ ਉਹਨਾਂ ਨੇ ਇਸ ਕਾਰਜ ਨੂੰ ਚਲਾਇਆ ਹੈ। ਤਾਂ ਮੈਂ ਰਮਨ ਜੀ ਔਰ ਸਾਰੀ ਪਾਰਟੀ ਔਰ ਪਰਮਜੀਤ ਔਰ ਖਾਸ ਕਰਕੇ ਸ਼ਸ਼ਨਦੀਪ, ਜਿਨ੍ਹਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਆਪਣੀ ਪਹਿਲ ਕਦਮੀ ਜ਼ਿੰਦਗੀ ਦਾ ਜਿਹੜਾ ਪਹਿਲਾ ਸਟੈਪ ਹੀ ਸੋਸ਼ਲ ਵਰਕ ਦੇ ਤੌਰ ਤੇ ਰੱਖਿਆ ਹੈ, ਤੇ ਪ੍ਰਮਾਤਮਾ ਇਹਨਾਂ ਨੂੰ ਵੀ ਆਉਂਦੇ ਸਮੇਂ ਦੇ ਵਿੱਚ ਤਰੱਕੀਆਂ ਬਖਸ਼ੇ। ਔਰ ਅਸੀਂ ਪੂਰੇ ਆਪਣੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਸ ਗ੍ਰਾਮ ਸਭਾ ਨੂੰ ਪੰਜਾਬ ਲੈਵਲ ਤੇ ਸਮੇਂ-ਸਮੇਂ ਤੇ ਵੈਬੀਨਾਰ ਚਲਾ ਕੇ ਇਹਨੂੰ ਕਾਮਯਾਬ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਖਹਿਰਾ ਸਾਹਿਬ। ਹਾਂਜੀ ਸ਼ਸ਼ਨਦੀਪ ਜੀ, ਹੁਣ ਤੁਹਾਨੂੰ ਇੱਕ ਸਾਡਾ ਲਾਸਟ ਜਿਹੜਾ ਕੁਐਸਚਨ ਅਸੀਂ ਕਰਾਂਗੇ ਕਲੋਜ਼ਿੰਗ ਤੇ, ਵੀ ਤੁਸੀਂ ਪੰਜਾਬ ਦੇ ਵਸਿੰਦਿਆਂ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ, ਤੇ ਸਾਡੀ ਟੀਮ ਦੇ ਸੰਬੰਧ ਵਿੱਚ 2 ਸ਼ਬਦ ਮਿਸ਼ਨ ਗ੍ਰਾਮ ਸਭਾ ਟੀਮ ਬਾਰੇ। ਸੋ ਪਹਿਲਾਂ ਤਾਂ ਮੈਂ ਮਿਸ਼ਨ ਗ੍ਰਾਮ ਸਭਾ ਟੀਮ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਇੰਨਾ ਵਧੀਆ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਇਸ ਲੈਵਲ ਤੱਕ ਕੀਤਾ ਜਾ ਰਿਹਾ ਕਿ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੀ ਜਾਣਕਾਰੀ ਸਾਨੂੰ ਇੱਕ ਪਲੇਟਫਾਰਮ ਤੇ ਮਿਲੇਗੀ। ਤਾਂ ਪਿੰਡ ਦੇ ਲੋਕ ਚਾਹੁੰਦੇ ਨੇ ਜਾਣਕਾਰੀ ਲੈਣੀ, ਲੇਕਿਨ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਨਹੀਂ ਮਿਲਦੀ, ਉਹ ਸਕੈਟਰਡ ਪਈ ਹੁੰਦੀ ਹੈ। ਜਦੋਂ ਫਿਰ ਏਦਾਂ ਪਈ ਹੁੰਦੀ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਕਿਹੜੀ ਜਾਣਕਾਰੀ ਉਹ ਲੈਣ ਕਿਹੜੀ ਨਹੀਂ। ਤਾਂ ਜ਼ਿਆਦਾ ਜਾਣਕਾਰੀ ਹੋਣ ਕੇ ਜਿੰਨੀ ਕੁ ਉਹਨਾਂ ਨੂੰ ਥੋੜੀ ਬਹੁਤ ਜਾਣਕਾਰੀ ਚਾਹੀਦੀ ਹੁੰਦੀ ਉਹ ਨਹੀਂ ਮਿਲ ਪਾਉਂਦੀ। ਤਾਂ ਮੈਨੂੰ ਲੱਗਦਾ ਜਿਹੜਾ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਲਈ ਬਹੁਤ ਵਧੀਆ ਹੋਵੇਗਾ। ਦੂਸਰਾ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ, ਪੰਜਾਬ ਦੇ ਬਾਸ਼ਿੰਦਿਆਂ ਨੂੰ, ਕਿ ਸਾਡੇ ਪੰਜਾਬ ਦੇ ਵਿੱਚ ਹਾਲੇ ਤੱਕ ਇੱਕ ਲਾਇਬ੍ਰੇਰੀ ਐਕਟ ਨਹੀਂ ਹੈਗਾ। ਤਾਂ ਮੇਰੀ ਇਹੀ ਜਿਹੜੀ ਹੈ ਇੱਕ ਤਮੰਨਾ ਹੈ ਕਿ ਸਾਡੇ ਪੰਜਾਬ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਾਇਬ੍ਰੇਰੀ ਐਕਟ ਮਿਲੇ ਔਰ ਪਿੰਡ-ਪਿੰਡ ਹੈ ਜੋ ਲਾਇਬ੍ਰੇਰੀਆਂ ਖੁੱਲਣ, ਤਾਂ ਕਿ ਜਿਹੜਾ ਯੂਥ ਹੈ ਉਸਦਾ ਧਿਆਨ ਪੜ੍ਹਾਈ ਵੱਲ ਔਰ ਚੰਗੇ ਕੰਮਾਂ ਵੱਲ ਜਾਵੇ, ਦੂਸਰੇ ਨਸ਼ੇ ਗੈਂਗਸਟਰਿਜ਼ਮ ਇਹਨਾਂ ਨੂੰ ਛੱਡ ਕੇ ਇੱਕ ਵਧੀਆ ਰਾਹ ਤੇ ਤੁਰਨ। ਆਪ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ। ਦਰਸ਼ਕੋ, ਆਪਾਂ ਦੇਖ ਰਹੇ ਸੀਗੇ ਵੀ ਅੱਜ ਸਾਰੇ ਪਾਸਿਓਂ ਜਿੰਨਾ ਵੀ ਗ੍ਰਾਮ ਸਭਾ ਬਾਰੇ ਜਿਹੜਾ ਹੈਗਾ ਆਪਾਂ ਹੁਣ ਤੱਕ ਦੇ ਉਪਰਾਲੇ ਹੈ, ਉਹ ਇੱਕ ਸੇਵਾ ਦੇ ਤੌਰ ਤੇ ਅਸੀਂ ਰੂਬਰੂ ਜਾਂ ਨਜ਼ਰ ਭੇਂਟ ਕੀਤੇ ਹੈਗੇ ਆ ਪੰਜਾਬ ਦੇ ਸਾਰੇ ਸੋਸ਼ਲ ਵਰਕਰਾਂ ਵਾਸਤੇ। ਤੇ ਹੁਣ ਮੈਂ ਜਿਹੜਾ ਹੈਗਾ ਇਹੀ ਮੈਸੇਜ ਦੇਵਾਂਗਾ ਵੀ ਅਸੀਂ ਜਿਹੜਾ ਹੈਗਾ ਤੁਹਾਡੇ ਨਾਲ ਹਰ ਹਫ਼ਤੇ, ਰਮਨ ਜੀ ਆਪਾਂ 8 ਵਜੇ ਦਾ ਟਾਈਮ ਰੱਖ ਲਈਏ ਮੇਰੇ ਖਿਆਲ ਸੁਬਾਹ। ਹਾਂ ਸਵੇਰੇ 8 ਵਜੇ ਠੀਕ ਹੈ। ਸ਼ਨੀਵਾਰ ਜਾਂ ਐਤਵਾਰ? ਸ਼ਨੀਵਾਰ। ਹਾਂਜੀ ਠੀਕ ਹੈ। ਸ਼ਨੀਵਾਰ ਨੂੰ ਸਵੇਰੇ 8 ਵਜੇ ਇੱਕ ਪਰਸਨੈਲਿਟੀ ਤੇ ਇੱਕ ਟੌਪਿਕ ਤੇ ਲੈ ਕੇ ਆਪਾਂ ਹਰ ਹਫ਼ਤੇ ਰੂਬਰੂ ਹੋਇਆ ਕਰਾਂਗੇ, ਜਿਹਦੇ ਵਿੱਚ ਸਾਨੂੰ ਤੁਸੀਂ ਆਪ ਵੀ ਅਪਰੋਚ ਕਰ ਸਕਦੇ ਹੋ। ਅਸੀਂ ਵੀ ਕਿਸੇ ਪਿੰਡ 'ਚ ਕੋਈ ਬਹੁਤ ਵਧੀਆ ਕੰਮ ਹੋਇਆ ਹੈ ਤਾਂ ਅਸੀਂ ਉਹਨੂੰ ਸਾਰੇ ਪੰਜਾਬ ਵਾਸਤੇ ਇੱਕ ਪਲੇਟਫਾਰਮ ਤੇ ਲੈ ਕੇ ਆਵਾਂਗੇ, ਉਹਦੀ ਵੀਡੀਓ ਇਹਦੇ ਵਿੱਚ ਪਰਮਾਨੈਂਟ ਸਾਂਭੀ ਜਾਏਗੀ। ਤੇ ਇਹ ਇੱਕ ਸਾਡਾ ਛੋਟਾ ਜਿਹਾ ਉਪਰਾਲਾ ਹੈ, ਇਹ ਸਾਰੀ ਟੀਮ ਨੇ ਕੰਮ ਤਾਂ ਸਾਰਿਆਂ ਨੇ ਮਿਲ ਕੇ ਕਰਨਾ ਹੈ। ਤਾਂ ਇਸ ਕਰਕੇ ਸਾਡੇ ਲਈ ਸਾਰੇ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਫੀਲਡ ਵਰਕਰ ਆ ਉਹ VIPs ਰਹਿਣਗੇ ਹਮੇਸ਼ਾ। ਅਸੀਂ ਉਹਨੂੰ ਬੁਲਾਉਂਦੇ ਰਵਾਂਗੇ। ਤੇ ਜਿਵੇਂ ਸ਼ਸ਼ਨਦੀਪ ਜੀ ਨੇ ਅੱਜ ਸਾਡੇ ਨਾਲ ਜਿਹੜਾ ਹੈਗਾ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹੈ, ਜਿੰਨੇ ਵੀ ਪੰਜਾਬ ਦੇ ਨੈਸ਼ਨਲ ਅਵਾਰਡੀ ਜਾਂ ਕੁਛ ਪ੍ਰਾਪਤੀਆਂ ਵਾਲੀਆਂ ਮਾਣਯੋਗ ਸ਼ਖਸੀਅਤਾਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਸਾਡੀ ਟੀਮ ਨਾਲ ਸੰਪਰਕ ਕਰਕੇ ਉਹ ਵੀ ਆਪਣੀ ਜਿਹੜੇ ਕੰਮਾਂ ਨੂੰ ਉਜਾਗਰ ਕਰਨ ਤੇ ਇਹ ਡਾਇਰੈਕਸ਼ਨ ਜਿਹੜੀ ਹੈਗੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਣ। ਧੰਨਵਾਦ ਜੀ। ਹੁਣ ਰਮਨਦੀਪ ਜੀ, ਰਮਨਪਾਲ ਸਿੰਘ ਜੀ, ਲਾਸਟ ਮੈਂ ਜਿੰਨੇ ਵੀ ਹੋਰ ਸਰੋਤਾ ਹੈਗੇ ਜਿਹੜੇ ਸਾਨੂੰ ਸੁਣ ਰਹੇ ਨੇ ਤੇ ਉਹ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੁੜੇ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਾਂਗੀ ਤੇ ਤੁਹਾਡੇ ਕੋਲ ਕੋਈ ਵੀ ਕਮੈਂਟ ਹੋਏ, ਕੋਈ ਵੀ ਸਾਨੂੰ ਇੰਪਰੂਵਮੈਂਟ ਵਾਸਤੇ ਤੁਹਾਨੂੰ ਕੋਈ ਸੁਝਾਅ ਹੋਏ ਸਾਡੇ ਨਾਲ, ਪਲੀਜ਼ ਸਾਨੂੰ ਸ਼ੇਅਰ ਕਰੋ। WhatsApp ਨੰਬਰ ਤੁਹਾਡੇ ਕੋਲ ਹੈ, ਇਸ ਚੈਟ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਬਸ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਸ਼ਸ਼ਨਦੀਪ ਜੀ ਧੰਨਵਾਦ, ਰਣਜੀਤ ਧੰਨਵਾਦ,
ਖਹਿਰਾ ਸਾਹਿਬ ਤੁਹਾਡਾ ਵੀ ਧੰਨਵਾਦ, ਪਿਪਲ Thank you so ਤੁਹਾਡਾ ਵੀ much. ਧੰਨਵਾਦ, ਸਾਰਿਆਂ ਦਾ ਧੰਨਵਾਦ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਜਿਹੜਾ ਇਹ ਉਪਰਾਲਾ ਸੀਗਾ ਇੱਕ ਸਿਰੇ ਚੜਿਆ, ਤੇ ਵਾਹਿਗੁਰੂ ਦੀ ਮਿਹਰ ਹੈ ਕਿ ਜਿਹੜਾ ਕਿ ਹੁਣ ਅੱਗੇ ਆਉਣ ਵਾਲੇ ਟਾਈਮ ਵਿੱਚ ਅਸੀਂ ਹੋਰ ਇਹਨੂੰ ਹੋਰ ਧੰਨਵਾਦ ਸਰ। ਥੈਂਕ ਯੂ ਜੀ।